ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ 875 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 875 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। ਗੋਂਡ ਰਾਗ ਦੇ ਵਿੱਚ ਗੋਂਡ ਰਾਗ ਦਾ ਆਖਰੀ ਸ਼ਬਦ ਹੈਗਾ, ਇਹ ਆਪਾਂ ਰਵਿਦਾਸ ਭਗਤ ਜੀ ਦਾ ਹੈਗਾ। ਆਖਰੀ ਸ਼ਬਦ ਦੇਖੋ, ਗੋਂਡ ਰਾਗ ਦੇ ਵਿੱਚ ਆਖਰੀ ਦੇ ਵਿੱਚ ਇਹ ਸ਼ਬਦ ਲਗਾਇਆ ਮਹਾਰਾਜ ਨੇ। ਕਿਉਂ? ਇਹ ਐਸਾ ਜਿਹੜਾ ਹੈਗਾ ਚੇਤਾਵਨੀ ਹੈਗੀ ਆਪਾਂ ਨੂੰ, ਬਈ ਮਿੱਤਰਾ ਆਹ ਕਾਰਵਾਈ ਜਿਹੜੀ ਹੈਗੀ, ਇਹ ਕੰਮ ਜਿਹੜਾ ਹੈਗਾ, ਇਸ ਚੋਂ ਬਚ ਕੇ ਰਹਿਣਾ ਹੈ ਜੀਵਨ ਭਰ। ਆਹ ਕੰਮ ਨਹੀਂ ਕਰਨਾ ਕਦੀ ਵੀ। ਇਹਦਾ ਕੋਈ ਇਲਾਜ ਨਹੀਂ ਹੈਗਾ। ਇਹਦਾ ਬ੍ਰਹਮ ਗਿਆਨੀਆਂ ਕੋਲ ਕੋਈ ਇਲਾਜ ਨਹੀਂ ਹੈਗਾ। ਇਹਦਾ ਗੁਰੂ ਕੋਲ ਕੋਈ ਇਲਾਜ ਨਹੀਂ ਹੈਗਾ। ਆਹ ਕੰਮ ਨਹੀਂ ਕਰਨਾ। ਗੋਂਡ ਜਿਉ 68 ਤੀਰਥ ਨਹਾਵੈ, ਜਿਉ ਦੁਆਦਸ ਸਿਲਾ ਪੁਜਾਵੈ, ਜਿਉ ਕੂਪ ਤਟਾ ਦਿਵਾਵੈ, ਕਰੈ ਨਿੰਦ ਸਭ ਬਿਰਥਾ ਜਾਵੈ। ਆ ਦੇਖ ਲਓ ਭਾਈ, ਨਿੰਦਾ ਕਹਿੰਦੇ ਨਿੰਦਾ ਵਾਲਾ ਕੰਮ ਨਹੀਂ ਕਰਨਾ ਪਿਆਰਿਆ। ਨਿੰਦਾ ਤੋਂ ਸਾਵਧਾਨ ਰਹਿਣਾ। ਸਭ ਤੋਂ ਖਤਰਨਾਕ ਚੀਜ਼ ਨਿੰਦਾ ਹੈਗੀ ਆ। ਪੰਜਵੀਂ ਪਾਤਸ਼ਾਹੀ ਕਹਿੰਦੀ, ਔਖਦ ਸਭੇ ਕੀਤੀਆਂ ਨਿੰਦਕ ਕਾ ਦਾਰੂ ਨਾ ਹੈ। ਕਹਿੰਦੇ ਨਿੰਦਕ ਦਾ ਦਾਰੂ ਹੈ ਨਹੀਂ ਭਾਈ, ਸਾਰੀਆਂ ਚੀਜ਼ਾਂ ਦੀ ਦਵਾਈ ਹੈਗੀ ਆ। ਔਖਦ ਸਭੇ ਕੀਤੇ ਨਿੰਦਕ ਕਾ ਦਾਰੂ ਨਾ ਹੈ। ਇੱਥੇ ਰਵਿਦਾਸ ਜੀ ਕਹਿ ਰਿਹਾ, ਜਿਉ 68 ਤੀਰਥ ਨਹਾਵੈ, ਜਿਉ ਦੁਆਦਸ ਸਿਲਾ ਪੂਜਾਵੈ। ਕਹਿੰਦੇ 68 ਤੀਰਥਾਂ ਦਾ ਇਸ਼ਨਾਨ ਕਰ ਲੈ ਭਾਵੇਂ ਭਾਈ, 68 ਤੀਰਥਾਂ ਤੇ ਇਸ਼ਨਾਨ ਕਰ ਲੈ। ਤੇ ਦੁਆਦਸ ਕਹਿੰਦੇ 12 ਜਿਹੜੇ ਹੈਗੇ ਸ਼ਿਲਾ ਜਿਹੜੀ ਹੈ, ਸ਼ਿਵਲਿੰਗ ਜਿਹੜੇ ਹੈਗੇ ਆ, ਇਹ ਬਦਰੀਨਾਥ, ਕੇਦਾਰਨਾਥ, ਬੈਜਨਾਥ, ਇਹ ਸਾਰੇ ਜਿਹੜੇ ਹੈਗੇ ਜਾ ਕੇ ਤੇ ਉੱਥੇ ਜਾ ਕੇ ਪੂਜਾ ਕਰ ਲੈ ਪਾਏ, ਸ਼ਿਵਲਿੰਗ ਪੂਜਾ ਕਰ ਲੈ। ਜਿਉ ਕੂਪ ਤਟਾ ਦਿਵਾਵੈ, ਜਿਉ ਖੂਹ ਵੀ ਪੁਟਾ ਦੇ, ਤੇ ਤਟ ਕਹਿੰਦੇ ਤਲਾਅ ਪੁਟਾ ਦੇ ਲੋਕਾਂ ਦੀ ਸੁਵਿਧਾ ਦੇ ਵਾਸਤੇ। ਕਰੈ ਨਿੰਦ ਸਭ ਬਿਰਥਾ ਜਾਵੈ। ਨਿੰਦਾ ਕਰਨ ਦੇ ਨਾਲ ਸਾਰਾ ਕੁਛ ਹੀ ਬਿਰਥਾ ਚਲੇ ਜਾਂਦਾ ਹੈ। ਸਾਰਾ ਕੁਛ ਉਹਦਾ ਕੀਤਾ ਕਰਾਇਆ ਖੂਹ 'ਚ ਪੈ ਜਾਂਦਾ ਹੈ। ਸਾਧ ਕਾ ਨਿੰਦਕ ਕੈਸੇ ਤਰੈ। ਤੇ ਇਸ ਤੋਂ ਉੱਪਰ ਕਹਿੰਦੇ ਜਿਹੜੇ ਸਾਧਨਾ ਕਰਨ ਵਾਲੇ ਸਾਧੂ ਹੈਗੇ, ਜਿਨ੍ਹਾਂ ਨੇ ਜਿਹੜਾ ਹੈਗਾ ਉਹਨੂੰ ਗਿਆਨ ਦੇਣਾ ਸੀਗਾ, ਜਿਨ੍ਹਾਂ ਨੇ ਉਹਨੂੰ ਜਿਹੜਾ ਹੈਗਾ ਸਹੀ ਰਸਤਾ ਦਿਖਾਉਣਾ ਸੀਗਾ, ਜੇ ਉਹਨਾਂ ਦੀ ਨਿੰਦਾ ਕਰਨੀ ਲੱਗ ਜਾਏ ਫਿਰ ਕੀ ਹੋਏਗਾ? ਕਹਿੰਦੇ ਫਿਰ ਦੱਸ ਲਓ ਭਾਈ ਕਿਵੇਂ ਉਹ ਤਰ ਜੂਗਾ, ਸਮਝਾ ਦਿਓ ਭਾਈ। ਫਿਰ ਕਿਸ ਤਰ੍ਹਾਂ ਉਹ ਤਰੂਗਾ? ਸਾਧ ਕਾ ਨਿੰਦਕ ਕੈਸੇ ਤਰੈ, ਸਰ ਪਰ ਜਾਣੋ ਨਰਕ ਹੀ ਪਰੈ। ਇਹ ਗੱਲ ਬਿਲਕੁਲ ਯਕੀਨਨ ਜਾਣਿਓ। ਸਰ ਪਰ ਦਾ ਮਤਲਬ ਹੁੰਦਾ ਹੈ ਯਕੀਨਨ ਤੌਰ ਤੇ, ਮਸਟ। ਆਹ ਕੰਮ, ਆਹ ਚੀਜ਼ ਹੋਏਗਾ ਹੀ ਹੋਏਗਾ। ਸਾਧ ਕਾ ਨਿੰਦਕ ਕੈਸੇ ਤਰੈ, ਸਰ ਪਰ ਜਾਣੋ ਨਰਕ ਹੀ ਪਰੈ। ਕਹਿੰਦੇ ਉਹ ਨਰਕ ਪਏਗਾ ਭਾਈ, ਬਹੁਤ ਘਟੀਆ ਜੂਨਾਂ ਦੇ ਵਿੱਚ ਜਾਏਗਾ, ਉਹਨੂੰ ਕੋਈ ਨਹੀਂ ਬਚਾ ਸਕਦਾ। ਰਹਾਓ। ਹਾਂਜੀ ਗੋਰਖੀ ਸਾਹਿਬ। ਹਾਂਜੀ, ਪਹਿਲੀ ਤੋਂ ਬੋਲ ਦਿਓ ਨਿਜਰ ਸਾਹਿਬ। ਜੇ ਉਹ 68 ਤੀਰਥ ਨਹਾਵੈ, ਨੰਨੇ ਦੇ ਪੈਰ 'ਚ ਮਾੜਾ ਜਿਹਾ ਸੁੰਡਾ ਹੈਗਾ, ਹਾ ਨਹਾਵੈ। ਜੇ ਉਹ ਦੁਆਦਸ ਸਿਲਾ ਪੁਜਾਵੈ, 12 ਸ਼ਿਵਲਿੰਗ ਜਿਹੜੇ ਹੈਗੇ ਉਹਨਾਂ ਨੂੰ ਵੀ ਪੂਜਦਾ ਹੋਏ, 68 ਤੀਰਥਾਂ ਦਾ ਇਸ਼ਨਾਨ ਵੀ ਕਰਦਾ ਹੋਏ। ਜੇ ਉਹ ਕੂਪ ਤਟਾ ਦਿਵਾਵੈ, ਜੇ ਖੂਹ ਤਲਾਅ ਵੀ ਪੁਟਾ ਕੇ ਲੋਕਾਂ ਦੀ ਭਲਾਈ ਵਾਸਤੇ ਦੇ ਦੇ। ਕਰੈ ਨਿੰਦ ਸਭ ਬਿਰਥਾ ਜਾਵੈ। ਨਿੰਦਾ ਕਰਦਾ ਸਾਰਾ ਕੁਛ ਵਿਅਰਥ ਹੋ ਜਾਂਦਾ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਦੇਖ ਲਓ, ਨਿੰਦਿਆ ਬਹੁਤ ਮਾੜੀ ਹੈ ਨਾ। ਬਾਣੀ ਦੇ ਵਿੱਚ ਖਾਸ ਕਰਕੇ ਨਿੰਦਿਆ ਦੀ ਮਤਲਬ ਜ਼ਿਆਦਾ ਵੈਲਿਊ ਨਹੀਂ ਕੀਤੀ ਗਈ। ਮਤਲਬ ਕਿਹਾ ਗਿਆ ਕਿ ਚੰਗੀ ਚੀਜ਼ ਨਹੀਂ ਹੈਗੀ, ਹਨਾ। ਤੇ ਇੱਥੇ ਉਹ ਕਹਿ ਰਹੇ ਨੇ ਕਿ ਜੇ ਉਹ 8-7 ਤੀਰਥ ਨਹਾਵੇ, 68 60 ਤੇ 8 68 ਤੇ ਜੇ ਉਹ ਬੰਦਾ ਇੰਨੇ ਤੀਰਥਾਂ ਦੇ ਇਸ਼ਨਾਨ ਕਰਦਾ ਹੈ
ਤੇ ਪੂਜਾ ਵੀ ਕਰੀ ਜਾਂਦਾ ਹੈ, ਉਹ ਸਭ ਕਰਮ ਕਾਂਡ ਕਰਦਾ ਹੈ। ਪਰ ਜੇ ਉਹਦਾ ਸੁਭਾਅ ਜਿਹੜਾ ਹੈਗਾ ਵਾ, ਉਹਦਾ ਜਿਹੜਾ ਸੁਭਾਅ ਹੈਗਾ ਨਿੰਦਿਆ ਕਰਨ ਵਾਲਾ। ਹੁਣ ਨਿੰਦਿਆ ਦਾ ਮਤਲਬ ਪਤਾ ਕੀ ਹੁੰਦਾ? ਨਿੰਦਿਆ ਦਾ ਮਤਲਬ ਇਹ ਕਹਿ ਸਕੋ ਕਿ ਚੀਜ਼ ਨੂੰ ਵਧਾ ਕੇ ਜਾਂ ਘਟਾ ਕੇ ਬਿਆਨ ਕਰਨਾ। ਆਪ ਚੀਜ਼ ਨੂੰ ਸਮਝੋ ਪਲੀਜ਼। ਨਿੰਦਿਆ ਮਤਲਬ ਇਹ ਨਹੀਂ ਹੁੰਦੀ ਕਿਸੇ ਦੀ ਬੁਰਾਈ ਕਰਨੀ। ਨਿੰਦਿਆ ਮਤਲਬ ਤੁਸੀਂ ਕੰਡਿਆਂ ਨੂੰ ਫੁੱਲ ਵੀ ਕਹਿ ਦਿੱਤਾ ਤੇ ਉਹ ਵੀ ਨਿੰਦਿਆ ਜੀ। ਤੁਸੀਂ ਕਿਸੇ ਆਮ ਬੰਦੇ ਦੀ ਉਹਦੀ ਤੁਸੀਂ ਉਸਤਤ ਕਰਤੀ, ਇਹ ਬੜਾ ਬੰਦਾ ਬ੍ਰਹਮ ਗਿਆਨੀ ਹੈਗਾ, ਇਹ ਵੀ ਨਿੰਦਿਆ ਜੀ। ਵਿਜੇ ਸਾਹਿਬ ਇਹਦਾ ਆਪਾਂ ਲੋਕੀ ਪ੍ਰਚਾਰ ਨਹੀਂ ਕਰ ਦਿੰਦੇ ਗਲਤ ਬੰਦੇ ਦਾ। ਅੱਤ ਕਿਸੇ ਦੀ ਉਸਤਤ ਕਰ ਦੇਣੀ, ਉਹ ਬੰਦਾ ਉਹ ਚੀਜ਼ ਦੇ ਲਾਇਕ ਨਹੀਂ ਹੈਗਾ, ਪਰ ਉਹ ਸਾਬਤ ਕਰ ਦੇਣਾ ਜਾਂ ਉਹਦਾ ਪ੍ਰਚਾਰ ਕਰਨਾ, ਬਾਣੀ ਦੇ ਵਿੱਚ ਇਹਨੂੰ ਵੀ ਨਿੰਦਿਆ ਕਿਹਾ ਗਿਆ। ਠੀਕ ਹੈ, ਉਹ ਬੰਦੇ 'ਚ ਗੁਣ ਨਹੀਂ ਹੈਗਾ, ਪਰ ਤੁਸੀਂ ਕਹਿਤਾ ਕਿ ਬਈ ਇਹ ਬੰਦਾ ਬ੍ਰਹਮ ਗਿਆਨੀ ਹੈ, ਤੇ ਉਹ ਵੀ ਇੱਕ ਇਹ ਨਿੰਦਿਆ ਜੀ ਆਉਂਦਾ। ਠੀਕ ਹੈ, ਇਹ ਨਿੰਦਿਆ ਦਾ ਮਤਲਬ ਇਹ ਆ ਕਿ ਤੁਸੀਂ ਭਾਵੇਂ ਜਿੰਨਾ ਮਰਜ਼ੀ ਧਾਰਮਿਕ ਕੰਮ ਕਰਦੇ ਜੋ, ਪਰ ਜੇ ਤੁਸੀਂ ਨਿੰਦਿਆ ਕਰ ਰਹੇ ਜੋ, ਚੀਜ਼ ਨੂੰ ਵਧਾ ਕੇ ਜਾਂ ਘਟਾ ਕੇ ਬਿਆਨ ਕਰਦੇ ਜੋ, ਤੇ ਉਹ ਜਿਹੜੀ ਚੀਜ਼ ਹੈ ਚੰਗੀ ਨਹੀਂ ਹੈਗੀ। ਹਾਂਜੀ ਨਿਜਾ ਸਾਹਿਬ। ਹਾਂ, ਜੇ ਉਹ ਕੂਪ ਤਟਾ ਦੇਵਾਵੇ, ਜੇ ਖੂਹ ਤੇ ਤਲਾਬ ਹੀ ਦੇ ਦਾਨ ਕਰਦੇ ਪੁੱਟਦੇ ਲੋਕਾਂ ਦੀ ਭਲਾਈ ਵਾਸਤੇ, ਕਰੇ ਨਿੰਦ ਸਭ ਬਿਰਥਾ ਜਾਵੇ। ਸਾਰਾ ਵਿਅਰਥ ਹੈਗਾ ਭਾਈ। ਸਾਧ ਕਾ ਨਿੰਦਕ ਕੈਸੇ ਤਰੈ, ਤੇ ਸਾਧ ਦਾ, ਗੁਰੂ ਦਾ, ਬ੍ਰਹਮ ਗਿਆਨੀਆਂ ਦਾ, ਸਾਧਨਾ ਕਰਨ ਵਾਲੇ ਦਾ, ਕਹਿੰਦੇ ਉਹਦਾ ਨਿੰਦਕ ਜਿਹੜਾ ਹੈਗਾ ਉਹ ਕਿਵੇਂ ਤਰ ਸਕਦਾ ਹੈ? ਕਬੀਰ ਜੀ ਕਹਿੰਦੇ ਆ ਇਹ ਤਾਂ ਮਾਮੂਲੀ ਜਿਹੜਾ ਹੈਗਾ, ਮਾਮੂਲੀ ਨਿੰਦਾ ਕਰਨ ਵਾਲਾ ਹੀ ਨਹੀਂ ਤਰ ਸਕਦਾ ਦੂਜਿਆਂ ਦੀ। ਤੇ ਜਿਹੜਾ ਇੱਕਦਮ ਜਿਹੜਾ ਹੈਗਾ ਬ੍ਰਹਮ ਗਿਆਨੀ ਜਿਹੜੇ ਹੈਗੇ, ਸਾਧਨਾ ਕਰਨ ਵਾਲੇ ਜਿਹੜੇ ਭਗਤੀ ਕਰ ਰਹੇ ਆ, ਉਹਨਾਂ ਦੀ ਨਿੰਦਾ ਕਰਨ ਵਾਲਾ ਕਿਵੇਂ ਤਰ ਸਕਦਾ ਭਾਈ? ਸਰ ਪਰ ਜਾਣੋ ਨਰਕ ਹੀ ਪਰ ਹੈ। ਇਹ ਬਿਲਕੁਲ ਯਕੀਨਨ ਜਾਣੋ ਕਿ ਉਹਨੇ ਜਿਹੜਾ ਹੈਗਾ ਨਰਕ ਦੇ ਵਿੱਚ ਜਿਹੜਾ ਹੈਗਾ ਜੂਨਾਂ ਭੋਗਣੀਆਂ ਹੀ ਹੈਗੀਆਂ। ਸਭ ਤੋਂ ਥੱਲੇ ਦੀਆਂ ਜੂਨਾਂ ਭੋਗਣੀਆਂ ਹੀ ਭੋਗਣੀਆਂ ਹੈ। ਰਹਾਓ। ਹਾਂਜੀ ਵੀਰ ਜੀ। ਹੁਣ ਅਗਲੀ ਤੁਕਾਂ ਦੇ ਵਿੱਚ ਉਹ ਸਮਝਾ ਰਹੇ ਨੇ ਕਿ ਸਾਧ ਕੀ ਨਿੰਦਕ ਕੈਸੇ ਤਰੇ। ਕਹਿੰਦੇ ਕਰੇ ਨਿੰਦਾ ਸਭ ਬਿਰਥਾ ਜਾਵੇ। ਜੇਕਰ ਬੰਦਾ ਕੋਈ ਨਿੰਦਿਆ ਕਰਦਾ ਹੈ ਔਰ ਬੇਸ਼ੱਕ ਉਹ ਚੰਗੇ ਕਰਮ ਵੀ ਕਰ ਰਿਹਾ ਹੈ, ਪਰ ਕਹਿੰਦੇ ਸਾਰਾ ਬਿਰਥਾ ਜਲ ਜੂਗਾ, ਵੇਸਟ ਹੋ ਜਾਏਗਾ। ਹਾਂ, ਜੀਵਨ ਵੇਸਟ ਹੋ ਜਾਏਗਾ। ਹੁਣ ਇੱਥੇ ਆਪਾਂ ਨੂੰ ਕੀ ਸਮਝਣ ਦੀ ਲੋੜ ਹੈ ਕਿ ਨਿੰਦਿਆ ਜਿਹੜੀ ਆ ਕਿੱਡੀ ਮਾੜੀ ਚੀਜ਼ ਹੈ। ਠੀਕ ਹੈ, ਨਿੰਦਿਆ ਦਾ ਮਤਲਬ ਪਤਾ ਕੀ? ਨਿੰਦਿਆ ਕਿਹਨੂੰ ਕਹਿੰਦੇ? ਆਪਾਂ ਯਥਾਰਥ ਸੱਚ ਨੂੰ ਨਹੀਂ ਜਾਣਦੇ, ਆਪ ਨੂੰ ਨਹੀਂ ਪਤਾ। ਆਪ ਨੇ ਵੇਖ ਲਿਆ ਇੱਕ ਕੁੜੀ ਤੇ ਮੁੰਡਾ ਖਲੋਤੇ ਆ, ਜਾਂ ਇੱਕ ਔਰਤ ਇੱਕ ਬੰਦਾ ਖਲੋਤਾ ਹੈ, ਆਪ ਨੇ ਆਪਣੇ ਮਨ ਦੇ ਅੰਦਰ ਐਸੀ ਇੱਕ ਕਹਾਣੀ ਬਣਾ ਦਿੱਤੀ ਜੋ ਯਥਾਰਥ ਸੱਚ ਨਹੀਂ ਆ, ਔਰ ਤੁਸੀਂ ਉਹ ਗੱਲ ਦੂਜਿਆਂ ਨੂੰ ਸੁਣਾ ਦਿੱਤੀ। ਇਹ ਵੀ ਨਿੰਦਿਆ ਜੀ। ਅੱਖੀਂ ਵੇਖਿਆ ਵੀ ਕਹਿੰਦੇ ਯਕੀਨ ਨਹੀਂ ਕਰਨਾ, ਕੰਨੀ ਸੁਣਿਆ ਵੀ ਯਕੀਨ ਨਹੀਂ ਕਰਨਾ। ਮਤਲਬ ਕਿ ਤੁਸੀਂ ਜਦ ਤੱਕ ਯਥਾਰਥ ਤੌਰ ਤੇ ਵੈਸੇ ਵੀ ਸੱਚ ਨੂੰ ਜਾਣ ਲਿਆ ਹੈ, ਤੇ ਤੁਸੀਂ ਜੇਕਰ ਉਹ ਸੱਚ ਨੂੰ ਵੀ ਅੱਗੇ ਦੱਸਦੇ ਜੇ, ਉਹ ਵੀ ਨਿੰਦਿਆ ਜੇ। ਬਿਲਕੁਲ। ਬਾਣੀ ਕਹਿੰਦੀ ਹੈ ਕਿ ਦੇਖ ਕੇ ਅਣਡਿੱਠ ਕਰਨਾ। ਦੇਖ ਲਿਆ ਨਾ ਕਿਸੇ ਦੇ ਔਗੁਣ ਦੇਖ ਲੈਣਾ ਤੇ ਅਣਦੇਖੇ ਕਰਦੇ ਨਾ, ਨਹੀਂ ਦੇਖਿਆ ਬਈ ਮੈਂ। ਉਹਦਾ ਕਾਰਨ ਕੀ ਹੈ? ਕਿਉਂਕਿ ਮਨ ਦਾ ਸੁਭਾਅ ਆ, ਮਨ ਹਮੇਸ਼ਾ ਹੀ ਇਹਨੂੰ ਕੁਛ ਨਾ ਕੁਛ ਚਾਹੀਦਾ ਹੈ। ਔਰ ਜਦੋਂ ਇਹਨੂੰ ਮੱਕੜੀ ਦੇ ਜਾਲੇ ਵਾਂਗੂ ਥੋੜਾ ਜਿਹਾ ਕੋਈ ਦੇ ਦਿੱਤਾ, ਫਿਰ ਇਹਨੇ ਨੱਟ ਬਣਾਉਣਾ ਸ਼ੁਰੂ ਕਰ ਦੇਣਾ, ਮੱਕੜੀ ਦਾ ਜਾਲਾ ਬਣਾਉਣਾ। ਤੋ ਇਹਨੂੰ ਇੱਥੇ ਆਪਾਂ ਨੂੰ ਇਸ ਗੱਲ ਨੂੰ ਏਦਾਂ ਸਮਝਣਾ ਹੈ ਕਿ ਪਹਿਲੀ ਗੱਲ ਤੇ ਆਪਾਂ ਕੋਈ ਚੀਜ਼ ਨੂੰ ਜਾਣਦੇ ਨਹੀਂ। ਹਾਂ, ਹੁਣ ਕਈ ਵਾਰੀ ਹੁਣ ਕੋਈ ਬੰਦੇ ਚ ਔਗਣ ਹੈ, ਮੇਰੇ ਚ ਵੀ ਬਥੇਰੇ, ਤੁਹਾਡੇ ਵੀ ਹੋਣਗੇ, ਪਰ ਇੱਥੇ 10 ਬੰਦੇ ਖਲੋਤੇ ਨੇ, ਆਪਾਂ ਉਹਨਾਂ ਦੇ ਸਾਹਮਣੇ ਉਹਦਾ ਔਗਣ ਦਾ ਜ਼ਿਕਰ ਕਰਾਂਗੇ। ਬੇਸ਼ੱਕ ਆਪਾਂ ਸੱਚ ਬੋਲਦੇ ਪਏ ਹਾਂ, ਪਰ ਉਹ ਵੀ ਜਿਹੜਾ ਵਾ, ਉਹ ਸੱਚ ਵੀ ਜਿਹੜਾ ਵਾ ਜ਼ਹਿਰ ਹੋ ਗਿਆ। ਕਿਉਂਕਿ ਸੱਚ ਨੂੰ ਆਪਾਂ ਹਥਿਆਰ ਦੇ ਤੌਰ ਤੇ ਇਸਤੇਮਾਲ ਨਹੀਂ ਕਰ ਸਕਦੇ। ਹਾਂ, ਸੱਚ ਠੀਕ ਹੈ, ਸੱਚ ਬੋਲਣਾ ਕੋਈ ਮਾੜੀ ਚੀਜ਼ ਨਹੀਂ ਆ, ਪਰ ਇਹਦਾ ਮਤਲਬ ਥੋੜੀ ਹੈ ਕਿ ਹੁਣ 10-12 ਬੰਦਿਆਂ 'ਚ ਬੰਦਾ ਬੈਠਾ ਵਾ ਤੇ ਆਪਾਂ ਇੱਕ ਐਸੀ ਸੱਚੀ ਗੱਲ ਕਰ ਦਈਏ ਤੇ ਉਹ ਜਿਹੜੀ ਸਾਨੂੰ ਪਤਾ ਹੋਵੇ, ਦੂਜਿਆਂ ਨੂੰ ਨਾ ਪਤਾ ਹੋਵੇ, ਉਹ ਵੀ ਜਿਹੜਾ ਬੋਲਿਆ ਸੱਚ ਆ, ਉਹਦੇ ਪਿੱਛੇ ਵੀ ਕੋਈ ਕਾਰਨ ਹੋਊਗਾ। ਉਹਦੀ ਅਗਲੇ ਦੀ ਬੇਇੱਜ਼ਤੀ ਕਰਤੀ ਆਪਾਂ ਨੇ। ਹਾਂ, ਉਹ ਵੀ ਅਗਲੇ ਦਾ ਹਿਰਦਾ ਦਿਖਾਤਾ। ਤੇ ਠੀਕ ਹੈ, ਜੇ ਤੁਸੀਂ ਸੱਚ ਦੀ ਗੱਲ ਕਰਨੀ, ਉਹਨੂੰ ਵਿਚਾਰੇ ਨੂੰ ਇਕੱਲੇ ਨੂੰ ਕਹਿ ਦਿਓ ਤਾਂ ਜੋ ਕੋਈ ਮਸਲਾ ਹੱਲ ਹੋ। ਠੀਕ ਹੈ ਜੀ ਨਿੱਜਰ ਸਾਹਿਬ, ਅਗਲੀ ਤੁਕ ਬੋਲੀਏ।
साध का निंद कैसे तरे सर पर जानो नर की परे रहाओ ज्यो ग्रहण करे कुल खेत। ਕਹਿੰਦੇ ਜੇ ਕਿਤੇ ਹੁਣ ਜਿਹੜਾ ਕੁਰੂਕਸ਼ੇਤਰ ਦੇ ਵਿੱਚ ਜਾ ਕੇ ਜਿਹੜਾ ਹੈਗਾ ਗ੍ਰਹਿਣ ਲੱਗਦਾ ਹੈ, ਕੁਰੂਕਸ਼ੇਤਰ ਦੇ ਵਿੱਚ ਜਾ ਕੇ ਉੱਥੇ ਜਾ ਕੇ ਇਸ਼ਨਾਨ ਕਰ ਲੈ ਭਾਈ। ਅਰਪੈ ਨਾਰ ਸਿੰਗਾਰ ਸਮੇਤ ਆਪਣੀ ਘਰ ਵਾਲੀ ਹੀ ਅਰਪਣ ਕਰਦੇ ਸਾਰੇ ਗਹਿਣਿਆਂ ਦੇ ਨਾਲ। ਸਗਲੀ ਸਿਮਰਤ ਸਰਵਣੀ ਸੁਣੇ, ਸਾਰੀਆਂ ਸਿਮਰਤੀਆਂ ਜਿਹੜੀਆਂ ਹੈਗੀਆਂ ਗਿਆਨ ਜਿਹੜਾ ਹੈਗਾ ਉਹਨਾਂ ਕੰਨਾਂ ਦੇ ਨਾਲ ਸੁਣੇ। ਕਰੇ ਨਿੰਦ ਕਵਨੇ ਨਹੀਂ ਗੁਨੈ। ਇਹ ਜਿਹੜੇ ਨਾ ਪਹਿਲਾਂ ਜਿਹੜੇ ਹੈਗੇ ਇਹ ਦਾਨ ਕਰਦੇ ਸੀਗੇ, ਸਾਰਾ ਰਾਜ ਪਾਠ ਦਾਨ ਕਰ ਦਿੰਦੇ ਸੀਗੇ, ਘੋੜੇ ਹਾਥੀ ਸਾਰਾ ਕੁਛ, ਆਪਣੀ ਘਰ ਵਾਲੀ ਵੀ ਦਾਨ ਕਰ ਦਿੰਦੇ ਸੀਗੇ ਭਾਈ। ਬ੍ਰਾਹਮਣਾਂ ਨੇ ਐਸਾ ਬਲਗਾਇਆ ਸੀਗਾ। ਕਹਿੰਦੇ ਸਾਰੇ ਜਿਹੜੇ ਕਰਮ ਕਾਂਡ ਜਿਹੜੇ ਹੈਗੇ ਆ ਕਰੇ ਨਿੰਦ ਕਵਨ ਨਹੀਂ ਗੁਣੇ। ਕਹਿੰਦੇ ਨਿੰਦਾ ਕਰਨ ਦੇ ਨਾਲ ਕੋਈ ਗੁਣ ਨਹੀਂ ਹੈ ਭਾਈ, ਉਹਦੇ ਅੰਦਰ ਕੋਈ ਫਾਇਦਾ ਨਹੀਂ ਹੋਣ ਵਾਲਾ, ਕਿਸੇ ਫਾਇਦੇ ਇਹਨਾਂ ਦਾ ਕੋਈ ਫਾਇਦਾ ਨਹੀਂ ਹੈ। ਜੋ ਗ੍ਰਹਿਣ ਕਰੇ ਕੁਲ ਖੇਤ, ਕੁਰੂਕਸ਼ੇਤਰ ਦੇ ਵਿੱਚ ਜਾ ਕੇ ਗ੍ਰਹਿਣ ਜਿਹੜਾ ਹੈ ਨਹਾ ਲੈ ਭਾਵੇਂ। ਅਰਪੈ ਨਾਰ ਸਿੰਗਾਰ ਸਮੇਤ, ਨਾਰ ਆਪਣੀ ਘਰ ਵਾਲੀ ਵੀ ਗਹਿਣਿਆਂ ਦੇ ਨਾਲ ਜਿਹੜਾ ਹੈਗਾ ਦਾਨ ਕਰਦਾ ਹੈ। ਸਗਲੀ ਸਿਮਰਤ ਸਰਵਣੀ ਸੁਣੇ, ਸਾਰੀਆਂ ਸਿਮਰਤੀਆਂ ਸਾਰਾ ਵੇਦ ਪਾਠ ਪੁਰਾਣ ਜਿਹੜੇ ਜੋ ਪਾਠ ਜਿਹੜਾ ਹੈਗਾ ਕੰਨਾਂ ਦੇ ਨਾਲ ਸਾਰੇ ਦਾ ਸਾਰਾ ਗੁਰੂ ਗ੍ਰੰਥ ਸਾਹਿਬ ਸੁਣ ਲੈ। ਕਰੇ ਨਿੰਦ ਕਵਨੇ ਨਹੀਂ ਗੁਨੇ। ਨਿੰਦਾ ਕਰਦਾ ਹੈ ਕਿਸੇ ਗੁਣ ਦਾ ਨਹੀਂ, ਕਿਸੇ ਕੋਈ ਫਾਇਦਾ ਨਹੀਂ ਹੋਏਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਵੇਖ ਲਓ ਉਸ ਸਮੇਂ ਦੀ ਜਿਹੜੀ ਰੀਤ ਸੀ ਨਾ ਉਹ ਵੀ ਦੱਸੀ ਹੈ। ਹਾਂ ਕਿ ਉਦੋਂ ਕੀ ਕਰਦੇ ਸੀ ਲੋਕ, ਵੇਖ ਲਓ ਅਰਪੇ ਨਾਰ ਸ਼ਿੰਗਾਰ ਸਮੇਤ। ਤੇ ਉਹ ਕਈ ਬੰਦੇ ਤਾਂ ਕਰਦੇ ਵੀ ਹੋਣਗੇ, ਬਿਲਕੁਲ ਨੂੰ ਪੁੰਨ ਸਮਝਦੇ ਆ। ਹੁਣ ਆਪਣੇ ਨੀ ਲੋਕੀ, ਮੈਂ ਵੇਖਿਆ ਆਮ ਲੋਕੀ ਵਿਚਾਰੇ ਇਹ ਸੋਚਦੇ ਆ ਕਿ ਇੱਥੇ ਧਾਰਮਿਕ ਸਥਾਨ ਤੇ ਪੈਲੀ ਦਾਨ ਕਰਤੀ। ਕਈ ਦੇਖ ਲਓ ਗੁਰਕੀ ਸਾਹਿਬ ਹਾਲੇ ਵੀ ਇਹਨਾਂ ਦੇ ਮੰਦਿਰਾਂ ਦੇ ਵਿੱਚ ਜਿਹੜੀਆਂ ਹੈਗੀਆਂ ਹਾਲੇ ਵੀ ਜਿਹੜੀਆਂ ਅਣਵਿਆਹੀਆਂ ਕੁੜੀਆਂ ਜਿਹੜੀਆਂ ਹੈਗੀਆਂ ਉਹ ਦਾਨ ਕੀਤੀਆਂ ਹੋਈਆਂ ਹਾਲੇ ਵੀ ਹੈਗੀਆਂ। ਹਾਂ ਵੇਖ ਲਓ ਇਹਨਾਂ ਦੀ ਦੇਵਦਾਸੀਆਂ। ਹਾਂ ਬਿਲਕੁਲ। ਹਾਂ ਤੇ ਦੇਵਦਾਸੀਆਂ ਦਾ ਮਤਲਬ ਇਹ ਹੁੰਦਾ ਵਾ ਕਿ ਉਹ ਇੱਕ ਮਤਲਬ ਇਹਨਾਂ ਨੇ ਪ੍ਰਥਾ ਚਲਾਤੀ ਪਰ ਲੋਕੀ ਉਹਨੂੰ ਵਿਸ਼ਵਾਸ ਕਰਦੇ ਨੇ ਅਜੇ ਤੱਕ। ਤੋ ਇਹ ਚੀਜ਼ਾਂ ਨੂੰ ਆਪਾਂ ਦੇਖਣ ਦੀ ਲੋੜ ਹੈ ਕਿ ਇਹ ਦੇਖੋ ਸਾਨੂੰ ਬਾਣੀ ਇਹਨਾਂ ਚੀਜ਼ਾਂ ਤੋਂ ਮੁਕਤ ਕਰਦੀ ਹੈ। ਤੇ ਕਹਿ ਰਹੇ ਨੇ ਕਿ ਜੇ ਕੋਈ ਏਦਾਂ ਦੇ ਕਰ ਰਿਹਾ ਹੈ ਕਰਮ ਕਾਂਡ ਤੇ ਫਿਰ ਵੀ ਜੇਕਰ ਉਹ ਨਿੰਦਿਆ ਕਰ ਰਿਹਾ, ਨਿੰਦਿਆ ਦਾ ਟਾਈਮ ਤੇ ਉਹ ਸੀ ਕਿ ਜਦੋਂ ਨਾ ਇਹ ਸੰਤ ਹੁੰਦੇ ਨਾ ਉਦੋਂ ਲੋਕ ਬਹੁਤ ਨਿੰਦਿਆ ਕਰਦੇ ਆ। ਕਿਉਂ ਕਰਦੇ ਆ? ਕਿਉਂਕਿ ਉਹ ਲਕੀਰ ਉਹੀ ਕਰਦੇ ਆ ਕਿ ਅਗਲੇ ਦੇ ਚਿੱਕੜ ਸੁੱਟ ਕੇ ਤੇ ਅਗਲੇ ਦੇ ਦੂਸ਼ਣਬਾਜ਼ੀ ਕਰਕੇ ਤੇ ਅਗਲੇ ਦੀ ਰੈਪੂਟੇਸ਼ਨ ਨੂੰ ਡਾਊਨ ਕਰਨ ਦੀ ਕੋਸ਼ਿਸ਼ ਕਰਦੇ ਆ। ਹਾਂ ਜਿਹੜਾ ਸੱਚ ਦੇ ਨਾਲ ਜੁੜਿਆ, ਜਿਹੜਾ ਔਗੁਣ ਜਿਹੜੇ ਹੈਗੇ, ਜਿਹੜਾ ਗਲਤ ਰੀਤਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਸੰਸਾਰ ਦੇ ਸਾਹਮਣੇ ਪ੍ਰਗਟ ਕਰ ਰਿਹਾ ਹੈ, ਲੋਕਾਂ ਦੀ ਭਲਾਈ ਦੇ ਵਾਸਤੇ ਜਿਹੜਾ ਸਹੀ ਰਸਤਾ ਦਿਖਾ ਰਿਹਾ ਹੈ, ਉਹਦੀ ਨਿੰਦਾ ਤਾਂ ਕਰਨੀ ਲਾਜ਼ਮੀ ਇਹਨਾਂ ਨੇ ਕਰਨੀ ਹੈ ਕਿਉਂਕਿ ਉਹ ਲੀਹਾਂ ਤੋਂ ਉਲਟ ਹੈਗਾ ਬੰਦਾ। ਹਾਂਜੀ ਵੀਰ ਜੀ। ਹਾਂ ਕਿਉਂਕਿ ਉਹਨੇ ਨਾ ਬਹੁਤ ਵੱਡੀ ਇੱਕ ਮਤਲਬ ਪ੍ਰਥਾ ਨੂੰ ਚੈਲੰਜ ਕਰ ਦਿੱਤਾ ਹੈ ਔਰ ਇਹਨਾਂ ਦੀ ਦੁਕਾਨ ਤੇ ਉਹਦੇ ਸਿਰ ਤੇ ਚੱਲਦੀ ਹੈ। ਕਿਸੇ ਤਰੀਕੇ ਨਾਲ ਇਹ ਲੋਕ ਸਾਡੇ ਕੌਣ ਤੇ ਸਾਡੇ ਕੋਲੇ ਕੋਲੂ ਦੇ ਬੈਲ ਵਾਂਗੂ ਘੁੰਮਦੇ ਰਹਿਣ ਬਸ। ਪਰ ਉਹ ਨਾ ਕਰਦੇ ਪਏ ਆਪਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਇਸ ਚੀਜ਼ ਤੋਂ ਬਚਣਾ ਚਾਹੀਦਾ। ਜੇ ਹੁਣ ਕਹਿੰਦੇ ਨਾਰ ਵੀ ਦਾਨ ਕਰਤੀ ਕਰੇ ਨਿੰਦ ਕਵਨੇ ਨਹੀਂ ਗੁਣੇ ਤੇ ਕਰਦਾ, ਇਹਨਾਂ ਦੇ ਸਾਰਿਆਂ ਦਾ ਕੋਈ ਲਾਭ ਨਹੀਂ ਹੈ। ਭਾਵੇਂ ਤੂੰ ਕੁਛ ਵੀ ਕਰਦਾ, ਦਾਨ ਕਰਦਾ, ਤਲਾਬ ਬਣਾਉਣਾ, ਭਾਵੇਂ ਤੂੰ ਮੰਦਿਰ ਬਣਾਤੇ, ਗੁਰਦੁਆਰੇ ਬਣਾਤੇ, ਪਰ ਜੇ ਤੇਰੇ ਚ ਔਗਣ ਹੀ ਨਹੀਂ ਗਿਆ। ਹਾਂ ਜੇ ਭਾਵੇਂ ਕਹਿੰਦੇ ਸਗਲੀ ਸਿਮਰਤ ਸਰਵਣੀ ਸੁਣੇ, ਭਾਵੇਂ ਜਿੰਨਾ ਮਰਜ਼ੀ ਪਾਠ ਕਰਦਾ ਰਹੇ। ਹਾਂਜੀ ਵੀਰ। ਹਾਂ ਤੇ ਹੁਣ ਜੇ ਤੁਹਾਡੇ ਚ ਹੁਣ ਮੈਂ ਕਹੀ ਤੁਹਾਨੂੰ ਮੈਂ ਕਹਿਣਾ ਜਿਹੜੀ ਨਿੰਦਿਆ ਤੁਹਾਡੇ ਪੁੰਨ ਸਾੜ ਦੇਣੇ ਉਹਨੇ। ਨਿੰਦਿਆ ਬੜੀ ਤੁਸੀਂ ਵੇਖਿਆ ਨੀ ਬਾਣੀ ਦੇ ਵਿੱਚ ਲੋਕ ਮੋਕੋ ਮੁਝੇ ਨਿੰਦੋ। ਹਾਂ ਕਬੀਰ ਜੀ ਕਹਿੰਦੇ ਮੇਰੀ ਨਿੰਦਿਆ ਕਰੋ ਭਾਈ, ਮੇਰਾ ਨਿੰਦ ਕਰਕੇ ਤੇ ਮੇਰੇ ਜਿਹੜੇ ਪਾਪ ਆ ਉਹ ਧੋ ਦੋ। ਬਿਲਕੁਲ ਕਰੋ ਮੇਰੀ ਨਿੰਦਿਆ। ਕਿਉਂਕਿ ਲੋਕ ਨਿੰਦਿਆ ਕਰਦੇ ਸੀ ਤੇ ਉਹ ਆਪ ਜੀ ਨੂੰ ਪਤਾ ਹੀ ਹੈ ਨਾ, ਰਾਜਾ ਜਿਹੜਾ ਆਪਣੀ ਕੁੜੀ ਨਾਲ ਰਹਿੰਦਾ ਹੁੰਦਾ ਸੀ ਮਹਿਲ ਚ, ਜਿਹਨੇ ਲਿੱਦ ਦਾਨ ਕੀਤੀ, ਮੁੜ ਕੇ ਲਿੱਦ ਸਾਰੀ ਸੜੀ, ਫਿਰ ਲੋਕਾਂ ਨੂੰ ਪ੍ਰਸ਼ਾਦ ਮਿਲਿਆ, ਲੋਕਾਂ ਨੇ ਨਿੰਦਿਆ ਕੀਤੀ ਰਾਜੇ ਦੀ, ਕਿੱਦਾਂ ਦਾ ਰਾਜਾ ਗੰਦਾ ਮੰਦਾ ਜਿਹੜਾ ਆਪਣੀ ਕੁੜੀ ਨਾਲ ਮਹਿਲ ਚ ਰਹਿੰਦਾ। ਤੋ ਗੱਲਾਂ ਜਿਹੜੀਆਂ ਬਣੀਆਂ ਨੇ ਗੱਲਾਂ ਸੱਚੀਆਂ ਨੇ, ਕੇਵਲ ਸਾਨੂੰ ਸਮਝਾਉਣ ਦੇ ਲਈ ਕਿ ਨਿੰਦਿਆ ਕੋਈ ਚੰਗੀ ਚੀਜ਼ ਨਹੀਂ ਆ। ਤੂੰ ਜਾਣਦਾ ਵੀ ਆ ਤਾਂ ਵੀ ਚੁੱਪ ਹੋ ਜਾ,
ਪਰ ਜਿੱਥੇ ਸੱਚ ਦੀ ਲੋੜ ਆ, ਜਿੱਥੇ ਹੁਣ ਪਤਾ ਵਾ ਕਿ ਆਪਾਂ ਉੱਥੇ ਸੱਚ ਦਾ ਨੁਕਸਾਨ ਹੋ ਰਿਹਾ, ਕਿਸੇ ਬੰਦੇ ਦੇ ਜੀਵਨ ਨੂੰ ਨੁਕਸਾਨ ਹੋ ਰਿਹਾ, ਉੱਥੇ ਸੱਚ ਬੋਲਣਾ ਜ਼ਰੂਰੀ ਹੈ। ਬਿਲਕੁਲ। ਉੱਥੇ ਨਹੀਂ ਕਹਿਣਾ ਕਿ ਨਿੰਦਿਆ ਵਾ, ਉੱਥੇ ਤੁਹਾਡਾ ਫਰਜ਼ ਹੈ। ਹੁਣ ਮੈਂ ਪਤਾ ਕਹਿੰਦਾ, ਜੇ ਤੁਸੀਂ ਸੋਚੋ ਨਾ ਕਿ ਮੈਂ ਆਪਣਾ ਜੀਵਨ ਬੜਾ ਵਧੀਆ ਬਤੀਤ ਕਰਦਾ ਤੇ ਤੁਹਾਡੇ ਲਾਗੇ ਸੱਚ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ ਤੇ ਤੁਸੀਂ ਅੱਖਾਂ ਬੰਦ ਕਰਕੇ ਨਿਕਲ ਗਏ, ਉਹਦਾ ਪਾਪ ਜੇ ਲੱਗਣਾ। ਬਿਲਕੁਲ। ਕਿਉਂਕਿ ਪ੍ਰਕਿਰਤੀ, ਜੇ ਆਪਾਂ ਸੱਚ ਨੂੰ ਪ੍ਰਗਟ ਹੀ ਨਹੀਂ ਕਰਾਂਗੇ, ਸੱਚ ਨੂੰ ਅਸੀਂ ਬਚਾਵਾਂਗੇ ਨਹੀਂ। ਤੁਸੀਂ ਦੇਖੋ, ਕਿਤੇ ਵੇਖਿਆ ਕੰਡਿਆਂ ਨੂੰ ਬਚਾਉਣ ਦੀ ਲੋੜ ਹੈਗੀ ਨਿੱਜਰ ਸਾਹਿਬ? ਹਾਂਜੀ, ਕੰਡਿਆਂ ਨੂੰ ਬਚਾਉਣ ਦੀ ਲੋੜ ਹੈਗੀ? ਨਾ ਨਾ ਨਾ, ਬਚਾਉਣ ਦੀ ਲੋੜ ਹੈ, ਕੰਡਿਆਂ ਨੂੰ ਬਚਾਉਣ ਦੀ ਕਾਹਦੀ ਲੋੜ ਹੈ? ਹਾਂਜੀ ਹਾਂ, ਵੇਖਿਆ, ਬੁਰਾਈ ਨੂੰ ਬਚਾਉਣ ਦੀ ਕਾਹਦੀ ਲੋੜ ਹੈ? ਪਰ ਚੰਗਿਆਈ ਨੂੰ ਬਚਾਉਣਾ ਪੈਣਾ ਤੁਹਾਨੂੰ। ਬਿਲਕੁਲ। ਚੰਗਿਆਈ ਜਿਹੜੀ ਹੈ, ਸੱਚ ਨਾਜ਼ੁਕ ਹੈ, ਉਹਨੂੰ ਬਚਾਉਣਾ ਪਊਗਾ। ਜਿੱਥੇ ਸੱਚ ਪ੍ਰਗਟ ਹੋ ਰਿਹਾ ਨਾ, ਉਹਦੀ ਮਦਦ ਕਰੋ। ਕਿਉਂਕਿ ਸੱਚ ਨੂੰ ਜਿੰਨਾ ਚਿਰ ਤੱਕ ਸਪੋਰਟ ਨਹੀਂ ਨਾ ਕਰੋਗੇ, ਉਹਨਾਂ ਚਿਰ ਤੱਕ ਜੀਵਨ 'ਚ ਸਾਡੇ ਉਚਾਈ ਨਹੀਂ ਹੋਣੀ, ਨਾ ਹੀ ਚਿੱਤ ਨੇ ਸ਼ਾਂਤ ਹੋਣਾ। ਸੱਚ ਨੂੰ ਬਚਾਉਣਾ ਪਊਗਾ। ਠੀਕ ਹੈ ਜੀ, ਭੂਮੀ ਦਾਨ ਕਰਨ ਦੀ ਵੇਲੇ ਗੱਲ ਕੀਤੀ ਹੈ, ਮੰਡਪ ਆਵੇ। ਹਾਂ, ਇਹ ਅੱਗੇ ਆ ਗਿਆ ਗੋਰਖੀ ਸਾਹਿਬ, ਇਹ ਆਪਾਂ ਲੈਣਾ ਹੈ। ਹਾਂ, ਨਿੱਜਰ ਸਾਹਿਬ ਬੋਲੋ। ਜਿਉ ਅਨਕ ਪ੍ਰਸਾਦ ਕਰਾਵੇ, ਕਹਿੰਦੇ ਲੰਗਰ ਜਿੰਨੇ ਮਰਜੀ ਲੰਗਰ ਲਵਾ ਦੇ ਭਾਈ, ਅਨਕ ਪ੍ਰਸਾਦ ਕਰਾਵੇ ਜਿੰਨੇ ਮਰਜੀ। ਭੂਮ ਦਾਨ ਸੋਭਾ ਮੰਡਪ ਪਾਵੇ, ਭਾਵੇਂ ਜ਼ਮੀਨ ਦਾਨ ਕਰ ਦੇ, ਪੈਲੀਆਂ ਦਾਨ ਕਰ ਦੇ, ਗੁਰਦੁਆਰੇ ਦੇ ਨਾਂ 'ਤੇ ਲਵਾ ਦੇ। ਔਰ ਸੋਭਾ ਦੁਨੀਆ ਦੇ ਵਿੱਚ ਫਿਰ ਸੋਭਾ ਮਿਲਦੀ ਹੈ। ਸੋਭਾ ਮੰਡਪ ਕਹਿੰਦੇ ਸੰਸਾਰ ਦੇ ਵਿੱਚ ਉਹਦੀ ਸੋਭਾ ਹੁੰਦੀ ਹੈ। ਭਾਵੇਂ ਸੰਸਾਰ 'ਚ ਸੋਭਾ ਹੁੰਦੀ ਹੋਏ, ਆਪਣਾ ਵਿਗਾਰ ਵੀਰਾਨਾ ਸੰਡ ਹੈ। ਕਹਿੰਦੇ ਆਪਣਾ ਕੰਮ ਵਿਗੜਦਾ ਹੋਏ, ਆਪਣੇ ਕੰਮ ਦੇ ਵਿੱਚ ਵੱਲ ਨਾ ਧਿਆਨ ਦੇ, ਆਪਣੇ ਬੱਚਿਆਂ ਨੂੰ ਨਾ ਦੇਖੇ, ਬਗਾਨਿਆਂ ਨੂੰ ਜਿਹੜਾ ਹੈਗਾ, ਦੂਸਰਿਆਂ ਨੂੰ ਜਿਹੜਾ ਹੈਗਾ ਉਹ ਦੂਸਰਿਆਂ ਨੂੰ ਸਾਂਭ ਲੈ, ਦੂਸਰਿਆਂ ਦਾ ਫਾਇਦਾ ਕਰਦਾ। ਬੇਗਾਨੇ ਦਾ ਜਿਹੜਾ ਹੈਗਾ ਗੰਢ ਦੇ, ਸਾਂਢ ਦੇ, ਮਤਲਬ ਉਹਦਾ ਬਗਾਨੇ ਦਾ ਬਣਾ ਦੇ, ਆਪਣਾ ਭਾਵੇਂ ਵਿਗੜ ਜਾਏ। ਕਰੇ ਨਿੰਦ ਬਹੁ ਜੋਨੀ ਹਾਂਡੈ, ਜੇ ਉਹ ਨਿੰਦਾ ਕਰਦਾ ਕਹਿੰਦੇ ਬਥੇਰੀਆਂ ਜੂਨਾਂ ਦੇ ਵਿੱਚ ਜਾਏਗਾ ਭਾਈ। ਆਹ ਜਿਹੜੇ ਭਲਾ ਕੰਮ ਕੀਤੇ ਆ ਸਾਰੇ, ਇਹ ਵਿਅਰਥ ਹੋ ਜਾਣਗੇ। ਹਾਂਜੀ ਵੀਰ ਜੀ। ਹੁਣ ਕਹਿੰਦੇ ਕਿ ਆਪਣਾ ਕੰਮ ਵਿਗਾੜ ਕੇ ਦੂਜੇ ਦਾ ਸਵਾਰਿਆ ਹੋਵੇ, ਤੇ ਜੇ ਉਹਦੇ ਅੰਦਰ ਔਗਣ ਹੋਵੇ ਨਾ ਇਹ ਨਿੰਦਾ ਵਾਲਾ, ਤੇ ਉਹ ਬੜਾ ਖਤਰਨਾਕ ਜੋ। ਪਰ ਇੱਕ ਗੱਲ ਕੀ, ਵੈਸੇ ਆਪਣਾ ਵਿਗਾੜ ਕੇ ਦੂਸਰੇ ਦਾ ਸਵਾਰ ਦੀਏ ਨਾ, ਇਹ ਤੇ ਬਹੁਤ ਵੱਡੀ ਗੱਲ ਹੈ। ਬਿਲਕੁਲ। ਕੰਮ ਤੇ ਇੱਕ ਹੀ ਸੌਰਨਾ, ਇਹ ਨਹੀਂ ਹੋ ਸਕਦਾ ਤੁਹਾਡਾ ਵੀ ਸੌਰ ਜੇ ਤੇ ਲੋਕਾਂ ਦਾ ਵੀ ਸੌਰ ਜੇ। ਪਰ ਜਿਹੜਾ ਦੂਜੇ ਦਾ ਕੰਮ ਸਵਾਰਨਾ ਬਹੁਤ ਔਖਾ। ਆਪਣਾ ਤੇ ਸਾਰੀ ਦੁਨੀਆ ਸਵਾਰਦੀ ਹੈ, ਪਰ ਦੂਜੇ ਦਾ ਕੰਮ ਬਣਾ ਦੇਣਾ ਬੜਾ ਔਖਾ। ਕਿਉਂਕਿ ਉਹਦੇ ਵਿੱਚ ਤੁਹਾਡੀ ਜਿਹੜੀ ਅੰਦਰ ਦੀ ਈਰਖਾ ਨਾ, ਉਹਨੇ ਪ੍ਰਗਟ ਹੋ ਜਾਣਾ, ਜੈਲਸੀ ਨੇ, ਦੋਸ਼ ਨੇ ਪ੍ਰਗਟ ਹੋ ਜਾਣਾ। ਕਿਉਂਕਿ ਉਹ ਅੰਦਰ ਤੋਂ ਸ਼ੁਰੂ ਤੋਂ ਸੁਭਾਅ ਹੈ ਕਿ ਪਹਿਲਾਂ ਆਪਣਾ ਕੰਮ ਸਵਾਰੀਏ ਤੇ ਬਾਕੀ ਬਾਅਦ ਚ ਵੇਖਾਂਗੇ ਦੂਸਰੇ ਦਾ। ਪਰ ਹੁਣ ਲੋੜ ਪੈ ਗਈ ਹੈ ਦੂਜੇ ਨੂੰ ਵੀ, ਤੇ ਫਿਰ ਉੱਥੇ ਤੁਹਾਡੀ ਇਮਤਿਹਾਨ ਦੀ ਘੜੀ ਹੈ। ਉੱਥੇ ਮੈਂ ਨਹੀਂ ਕਹਿੰਦਾ ਕਿ ਹੁਣ ਪੱਲੋਂ ਤੁਸੀਂ ਆਪਣਾ, ਤੁਹਾਨੂੰ ਲੋੜ ਹੈ ਪੈਸੇ ਦੀ, ਤੁਸੀਂ ਉਹਨੂੰ ਦੇ ਦਿਓ, ਪਰ ਉਹਦੀ ਥੋੜੀ ਬਹੁਤੀ ਮਦਦ ਕਰੋ। ਆ ਗਿਆ ਕੋਈ ਮਸਲਾ ਆ ਗਿਆ, ਤੁਹਾਨੂੰ ਵੀ ਲੋੜ ਹੈ, ਉਹਨੂੰ ਵੀ ਲੋੜ ਹੈ, ਪਰ ਥੋੜੀ ਬਹੁਤੀ, ਬਿਲਕੁਲ ਇੰਨੀ ਮਾੜੀ ਜੀ ਕਰ ਦੋ ਕਿ ਉਹਦਾ ਥੋੜਾ ਜਿਹਾ ਕੰਮ ਸਰ ਜੇ ਤੇ ਤੁਹਾਡਾ ਕੰਮ ਚੱਲਦਾ ਰਹੇ। ਪਰ ਇੱਕ ਜ਼ਿੰਦਗੀ 'ਚ ਇੱਥੇ ਇਹ ਚੀਜ਼ ਨੂੰ ਸਮਝਣ ਦੀ ਲੋੜ ਹੈ। ਪਰ ਬਾਣੀ ਕਹਿੰਦੀ ਕਿ ਜੇ ਤੂੰ ਇਹ ਕੰਮ ਵੀ ਕਰਦਾ ਹੈ, ਆਪਣਾ ਨੁਕਸਾਨ ਕਰਦਾ ਹੈ, ਦੂਜੇ ਦਾ ਭਲਾ ਵੀ ਕਰ ਰਿਹਾ, ਜੇ ਤੇਰੇ ਅੰਦਰ ਔਗਣ ਹੈ ਜ਼ਿਆਦਾ, ਕੋਈ ਫਾਇਦਾ ਨਹੀਂ ਗਾ। ਹਾਂਜੀ ਨਿੱਜਰ ਸਾਹਿਬ, ਅਗਲੀ ਤੋਂ ਬੋਲੋ। ਨਿੰਦਾ ਕਹਾਂ ਕਰੋ ਸੰਸਾਰਾ, निंदा कहाँ करो संसारा, निंदक का प्रगट पहारा। कहते हे संसार दे लोगो, निंदा क्यों करते हो? निंदा ना करो। हे संसार दे लोगो, निंदा कहाँ करो हो संसारा। कहते ऐस आ काम बिल्कुल ना करो। ये ज्ञान लैन वाले हो, निंदा कहाँ करो संसारा, निंदक का प्रगट पहारा। कहते निंदक जिहड़ा हैगा पहारा, कहते ਉਹਦੀ दुकान जिहड़ी हैगी, ਉਹਦਾ ਜਿਹੜਾ ਹੈਗਾ निंदा करन वाला ਜਿਹੜਾ ਕਹਿੰਦੇ ਇਹ प्रगट हो जाना है दुनिया के सामने। ये बिल्कुल दुनिया के लोगों के सामने जिहड़ा हैगा ये छुप नहीं सकता काम। निंदा कहाँ करो संसारा, निंदक का प्रगट पहारा। निंदक सोध साध विचारिया। कहते निंदक दे बारे भाई चंगी तरह घोख के, चंगी तरह विचार के
ਸਾਧ ਜਨਾਂ ਨੇ ਸਾਧੂਆਂ ਨੇ ਵਿਚਾਰਿਆ ਆ ਔਰ ਇਸ ਸਿੱਟੇ 'ਤੇ ਨਿਕਲਿਆ। ਕਹੋ ਰਵਿਦਾਸ ਪਾਪੀ ਨਰਕੇ ਸਿਧਾਰਿਆ। ਕਹਿੰਦੇ ਉਹ ਪਾਪ ਕਰਨ ਵਾਲਾ ਬੰਦਾ, ਨਿੰਦਾ ਕਰਨ ਵਾਲਾ ਬੰਦਾ ਜਿਹੜਾ ਹੈਗਾ ਉਹ ਨਰਕ ਦੇ ਵਿੱਚ ਹੀ ਜਾਂਦਾ ਹੈਗਾ। ਇਹ ਬਿਲਕੁਲ ਜਿਹੜਾ ਹੈਗਾ ਬ੍ਰਹਮ ਗਿਆਨੀਆਂ ਨੇ ਇਹ ਸਿੱਟਾ ਕੱਢਿਆ ਹੋਇਆ ਹੈ ਭਾਈ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਆਪ ਜਸਟ ਸੋਚੋ ਕਿੰਨਾ ਨਿੰਦਿਆ ਕਰਨ ਵਾਲੇ ਦੇ ਪ੍ਰਤੀ ਬਾਣੀ ਦੇ ਵਿੱਚ ਸਮਝਾਇਆ ਗਿਆ ਸਾਨੂੰ, ਪਰ ਕੀ ਇਹ ਸੁਣ ਕੇ ਅਸੀਂ ਹਟ ਜਾਂਗੇ ਨਿੰਦਿਆ ਕਰਨੋਂ? ਪਰ ਆਪਾਂ ਕਰਦੇ ਹਾਂ ਗੱਲਾਂ ਗੱਲਾਂ 'ਚ। ਵੇਖੋ ਕਿ ਚੀਜ਼ ਨੂੰ ਆਪਾਂ ਫੁੱਲ ਵਧਾ ਦਿੰਦੇ ਹਾਂ, ਘਟਾ ਦਿੰਦੇ ਹਾਂ। ਜੇ ਆਪਾਂ ਨਿੰਦਿਆ ਨਹੀਂ ਕਰਦੇ ਤੇ ਆਪਣੇ ਜੀਵਨ 'ਚ ਵੈਸੇ ਵੀ ਸ਼ਾਂਤੀ ਆ ਜਾਣੀ ਹੈ। ਆਪਣੇ ਹੁਣ ਘਰਾਂ ਦੇ ਵਿੱਚ ਕੀ ਸਮੱਸਿਆ ਵਾ, ਇਹ ਵੀ ਤੇ ਨਿੰਦਿਆ ਹੀ ਆ। ਕਈ ਵਾਰੀ ਆਪਾਂ ਬੰਦੇ ਦੇ ਔਗਣ ਵੇਖਦੇ ਆ, ਉਹਦੇ ਗੁਣ ਨਹੀਂ ਵੇਖਦੇ, ਇਹ ਵੀ ਨਿੰਦਿਆ ਵਾ। ਨਿੰਦਿਆ ਕੋਈ ਇਹ ਨਾ ਸੋਚੋ ਕਿ ਕਿਸੇ ਦੀ ਚੁਗਲੀ ਚਾਗੀ ਕਰਨੀ ਨਿੰਦਿਆ ਵਾ, ਉਹ ਇੱਕ ਅਲੱਗ ਕਿਸਮ ਦੀ ਨਿੰਦਿਆ। ਨਿੰਦਿਆ ਮਤਲਬ ਜਿਹੜਾ ਬੰਦਾ ਜੋ ਹੈਗਾ ਵਾ ਉਹਨੂੰ ਨਾ ਸਮਝਣਾ, ਕੁਛ ਹੋਰ ਸਮਝ ਲੈਣਾ, ਜਾਂ ਉਹਦੇ ਪ੍ਰਤੀ ਗਲਤ ਪ੍ਰਚਾਰ ਕਰ ਦੇਣਾ। ਜਿੱਦਾਂ ਬੰਦਾ ਕੋਈ ਸਹੀ ਆ, ਉਹ ਬੰਦਾ ਬਹੁਤ ਵਧੀਆ ਹੈ, ਪਰ ਆਪਾਂ ਉਹਦੇ ਕਰੈਕਟਰ ਦੇ ਪ੍ਰਤੀ ਕੋਈ ਗਲਤ ਨਿਊਜ਼ ਮਾਰਕੀਟ 'ਚ ਛੱਡਦੀ ਆ, ਉਹ ਵੀ ਨਿੰਦਿਆ ਵਾ ਨਿੰਜਾ ਸਾਹਿਬ। ਤੇ ਇਸ ਗੱਲਾਂ ਜਿਹੜੀਆਂ ਹੈਗੀਆਂ, ਬਾਣੀ ਕਹਿੰਦੀ ਹੈ ਕਿ ਨਿੰਦਿਆ ਜਿਹੜੀ ਬਹੁਤ ਮਾੜੀ ਚੀਜ਼ ਆ, ਇੱਥੋਂ ਆਪਾਂ ਨੂੰ ਬਚਣਾ ਚਾਹੀਦਾ। ਤੇ ਜਿਹੜਾ ਬੰਦਾ ਮਤਲਬ ਨਿੰਦਿਆ ਦਾ ਤਿਆਗ ਨਹੀਂ ਕਰਦਾ, ਕਹਿੰਦੇ ਫਿਰ ਉਹਨੂੰ ਬਾਰ-ਬਾਰ ਜੰਮਣਾ ਤੇ ਮਰਨਾ ਪਵੇ, ਕਿਉਂਕਿ ਨੇ ਸੱਚ ਨੂੰ ਜਾਣਿਆ ਹੀ ਨਹੀਂ। ਉਹ ਆਪਣੇ ਕੋਲੋਂ ਕੁਝ ਏਦਾਂ ਦੀ ਚੀਜ਼ ਜੋੜ ਦਿੰਦਾ ਹੈ, ਉਹ ਜੋੜ ਦਿੱਤੀ ਹੈ ਜਿਹਦੇ ਕਰਕੇ ਜਿਹੜੀ ਅਸਲੀ ਚੀਜ਼ ਉਹ ਪ੍ਰਗਟ ਨਹੀਂ ਹੋ ਰਹੀ। ਖਾਸ ਕਰਕੇ ਪ੍ਰਕਿਰਤੀ ਇਸ ਚੀਜ਼ ਨੂੰ ਲਾਈਕ ਨਹੀਂ ਕਰਦੀ। ਜੇਕਰ ਆਪਾਂ ਬੇਸ਼ੱਕ ਪ੍ਰਕਿਰਤੀ ਸਾਨੂੰ ਬੰਨ੍ਹ ਕੇ ਵੀ ਰੱਖਣਾ ਚਾਹੁੰਦੀ ਆ, ਪਰ ਦੂਜੀ ਤਰਫ ਪ੍ਰਕਿਰਤੀ ਇਹ ਵੀ ਚਾਹੁੰਦੀ ਆ ਕਿ ਅਨੁਸ਼ਾਸਨ ਬਣਿਆ ਰਵੇ। ਤੁਸੀਂ ਵੇਖੋ ਕਿ ਗਲਤ ਪੋਜੀਸ਼ਨ ਤੇ ਬੰਦਾ ਜਦੋਂ ਗਲਤ ਚੜ ਜਾਂਦਾ, ਚੰਗੀ ਪੋਜੀਸ਼ਨ ਤੇ ਗਲਤ ਬੰਦਾ ਚੜ ਜਾਂਦਾ ਨਾ, ਇੱਕ ਸਮਾਂ ਆਉਂਦਾ ਜਦੋਂ ਉਹਦੇ ਪੁੰਨ ਖਤਮ ਹੋ ਜਾਂਦੇ, ਉੱਥੋਂ ਡਿੱਗ ਜਾਂਦਾ ਉਸ ਤੋਂ ਸ਼ਕਤੀ ਖੋਹ ਲਈ ਜਾਂਦੀ ਹੈ। ਤੁਸੀਂ ਆਪਣੇ ਲਾਗੇ ਬੰਨੇ ਵੇਖੋਗੇ, ਉੱਥੇ ਲਿਖਿਆ ਵਾ ਕਿ ਇਹ ਬੰਦਾ ਬੜਾ ਪਾਵਰਫੁਲ ਸੀ, ਪਰ ਹੁਣ ਪਾਵਰ ਨਹੀਂ ਹੈਗੀ, ਖਤਮ ਹੋ ਗਈ ਸ਼ਕਤੀ। ਬਾਣੀ 'ਚ ਵੀ ਲਿਖਿਆ ਭਿਖਾਰੀ ਤੋਂ ਰਾਜ ਕਰਾਵੇ ਤੇ ਰਾਜਾ ਬਣੇ ਭਿਖਾਰੀ। ਇੱਕ ਰਾਜੇ ਨੂੰ ਭਿਖਾਰੀ ਤੇ ਭਿਖਾਰੀ ਨੂੰ ਰਾਜਾ ਬਣਾ ਦਿੰਦੀ ਹੈ ਕੁਦਰਤ, ਕਿਉਂਕਿ ਉਹਦੇ ਪੁੰਨ ਸੀ, ਉਹਨੇ ਪੁੰਨ ਜਿਹੜੇ ਸਾੜ ਲਏ। ਹੁਣ ਥੋੜੀ ਬਹੁਤੀ ਸਵਾਹ ਬਚੀ ਆ, ਉਹਦਾ ਫਲ ਉਹਨੂੰ ਮਿਲ ਗਿਆ। ਤੋ ਆਪਾਂ ਇੱਥੇ ਇੱਕ ਚੀਜ਼ ਨੂੰ ਸਮਝੀਏ ਕਿ ਕਹੇ ਰਵਿਦਾਸ ਪਾਪ ਨਰਕ, ਪਾਪੀ ਨਰਕ ਸਿਧਾਰਿਆ। ਤੇ ਜਿਹੜਾ ਬੰਦਾ ਨਿੰਦ ਕਰਦਾ ਸੰਤਾਂ ਦੀ ਜਾਂ ਪ੍ਰਮਾਤਮਾ ਦੇ ਜਿਹੜੇ ਪਿਆਰੇ ਨੇ, ਤੇ ਫਿਰ ਕਹਿੰਦੇ ਉਹਨੂੰ ਨਰਕਾਂ ਦੇ ਵਿੱਚ ਜਾਣਾ ਪੈਂਦਾ। ਬਹੁਤ ਮਾੜੀ ਚੀਜ਼। ਠੀਕ ਹੈ ਜੀ। ਹਾਂਜੀ, ਇਸ ਤੋਂ ਅੱਗੇ ਜਿਹੜਾ ਹੈਗਾ ਹੁਣ ਆਪਣੇ ਇਹ ਗੋਂਡ ਰਾਗ ਦੇ ਵਿੱਚ ਤਾਂ ਹੋ ਗਏ, ਤੇ ਰਾਮਕਲੀ ਰਾਗ, ਇਸ ਤੋਂ ਅੱਗੇ ਰਾਮਕਲੀ ਰਾਗ ਹੈਗਾ, ਉਹਦੇ ਵਿੱਚ ਆਪਾਂ ਲਈਏ ਕਬੀਰ ਜੀ ਦੀ ਬਾਣੀ। ਇਹ ਅੰਗ ਜਿਹੜਾ ਹੈਗਾ 968 ਅੰਗ ਦੇ ਉੱਤੇ ਆਪਾਂ ਹੈਗੇ ਹੁਣ। ਰਾਮਕਲੀ ਬਾਣੀ ਭਗਤਾਂ ਕੀ ਕਬੀਰ ਜੀਓ ਇੱਕ ਓਂਕਾਰ ਸਤਿਗੁਰ ਪ੍ਰਸਾਦ 969 ਕਾਇਆ ਕਲਾਲਨ ਲਾਹਨ ਮੇਲੋਂ ਗੁਰ ਕਾ ਸ਼ਬਦ ਗੁੜ ਕੀਨ ਰੇ। ਕਬੀਰ ਜੀ ਜਿਹੜੇ ਹੈਗੇ, ਇਹ ਜਿਹੜੇ ਕਬੀਰ ਜੀ ਇੱਕ ਵਿਧੀ ਦੱਸ ਰਹੇ ਆਪਾਂ ਨੂੰ, ਬਈ ਅੰਮ੍ਰਿਤ ਕਿਵੇਂ ਤਿਆਰ ਕਰਨਾ ਹੈ, ਅੰਮ੍ਰਿਤ ਕਿਵੇਂ ਤਿਆਰ ਕਰਨਾ ਆ। ਲੋਕੀ ਜਿਹੜੇ ਸ਼ਰਾਬ ਤਿਆਰ ਕਰਦੇ ਆ, ਉਸੇ ਤਰੀਕੇ ਦੇ ਨਾਲ ਕਬੀਰ ਜੀ ਕਹਿੰਦੇ ਆ, ਉਹੀ ਐਗਜ਼ਾਮਪਲ ਦੇ ਕੇ ਬਈ ਆਪਾਂ ਨੇ ਅੰਮ੍ਰਿਤ ਕਿਵੇਂ ਬਣਾਉਣਾ ਆ। ਕਾਇਆ ਕਲਾਲਣ ਲਾਹਨ ਮੇਲੋਂ ਗੁਰ ਕਾ ਸ਼ਬਦ ਗੁੜ ਕੀਨ ਰੇ। ਕਾਇਆ ਕਹਿੰਦੇ ਆ, ਮੈਂ ਸਰੀਰ ਜਿਹੜਾ ਹੈਗਾ ਇਹਨੂੰ ਮੈਂ ਭੱਠੀ ਬਣਾਉਣਾ ਹੈ, ਇਹਨੂੰ ਭੱਠੀ ਹੈ, ਭੱਠੀ ਹੈ, ਇਹਦੇ ਵਿੱਚ ਅੰਮ੍ਰਿਤ ਤਿਆਰ ਹੋਣਾ ਹੈ। ਲਾਹਨ ਮੇਲੋਂ, ਲਾਹਨ ਜਿਹੜਾ ਹੈਗਾ ਉਹ ਹੁੰਦਾ ਹੈ ਜਿਹੜਾ ਉਹਨੂੰ ਖਮੀਰ ਕਹਿੰਦੇ, ਜਿਹਦੇ ਨਾਲ ਕਿ ਉਹ ਜਿਹੜਾ ਹੈਗਾ ਉਹ ਖਮੀਰ ਹੁੰਦਾ, ਉਹਦੇ ਵਿੱਚ ਜਿਹੜਾ ਹੈਗਾ
ਐਂਜ਼ਾਈਮਸ ਵਗੈਰਾ ਜਿਹੜੇ ਹੈਗੇ ਉਹ ਪੈਦਾ ਹੁੰਦੇ ਆ। ਕਾਇਆ ਕਲਾਲਣ ਲਾਹਨ ਮੇਲੋਂ ਗੁਰ ਕਾ ਸ਼ਬਦ ਗੁੜ ਕੀਨ ਰੇ। ਉਹਦੇ ਵਿੱਚ ਜਿਹੜਾ ਹੈਗਾ ਜਿਵੇਂ ਗੁੜ ਦੀ ਸ਼ਰਾਬ ਬਣਾਉਂਦੇ ਆ, ਕੋਈ ਜਿਹੜੇ ਹੈਗੇ ਫਰੂਟ ਦੀ ਸ਼ਰਾਬ ਬਣਾਉਂਦੇ ਆ, ਇਸ ਤਰ੍ਹਾਂ ਅਲੱਗ-ਅਲੱਗ ਚੀਜ਼ਾਂ ਦੀ ਸ਼ਰਾਬ ਬਣਾਉਂਦੇ, ਅੰਗੂਰਾਂ ਦੀ ਸ਼ਰਾਬ ਬਣਾਉਂਦੇ ਆ। ਇਸ ਤਰ੍ਹਾਂ ਕਹਿੰਦੇ ਆ ਬਈ ਜਿਵੇਂ ਗੁੜ ਦੀ ਸ਼ਰਾਬ ਬਣਾਉਂਦੇ ਆ, ਉਸ ਤਰ੍ਹਾਂ ਹੀ ਮੈਂ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਮੈਂ ਗੁਰ ਕਾ ਸ਼ਬਦ ਗੁੜ ਕੀਨ ਰੇ, ਗੁਰੂ ਦੇ ਸ਼ਬਦ ਨੂੰ ਮੈਂ ਗੁੜ ਬਣਾਇਆ। ਗੁਰੂ ਦੇ ਸ਼ਬਦ ਤੋਂ ਜਿਹੜਾ ਹੈਗਾ ਇਹ ਸ਼ਰਾਬ ਬਣਨੀ ਆ, ਇਹ ਅੰਮ੍ਰਿਤ ਬਣਨਾ ਆ। ਕਾਇਆ ਕਲਾਲਣ ਲਾਹਨ ਮੇਲੋਂ ਗੁਰ ਕਾ ਸ਼ਬਦ ਗੁੜ ਕੀਨ ਰੇ। ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤਸਰ ਕਾਟ ਕਾਟ ਕਸ ਦੀਨ ਰੇ। ਆਹ ਚੀਜ਼ਾਂ ਕਹਿੰਦੇ ਉਹਦੇ ਵਿੱਚ ਫਿਰ ਸੱਕ ਸੁੱਕ ਪਾਉਂਦੇ ਆ, ਕਿੱਕਰ ਦੇ ਸੱਕ ਪਾਉਂਦੇ ਆ, ਫੁੱਲ ਪਾਉਂਦੇ ਆ। ਉਹ ਜਿਹੜੇ ਹੈਗੇ ਆ ਇੱਧਰ ਜਿਹੜੇ ਹੈਗੇ ਕੋਈ ਇੱਕ ਹੁੰਦਾ ਦਰਖਤ ਜਿਹੜਾ ਹੈਗਾ ਉਹਦੇ ਫੁੱਲ ਪਾ ਦਿੰਦੇ ਆ। ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤਸਰ ਕਹਿੰਦੇ ਆਹ ਚੀਜ਼ਾਂ ਮੈਂ ਜਿਹੜਾ ਆਪ ਕਾਟ ਕਾਟ ਕਸ ਦੀਨ ਰੇ, ਮੈਂ ਕਸ ਪਾਉਣ ਵਾਸਤੇ, ਸ਼ਰਾਬ ਹੋਰ ਤਿੱਖੀ ਕਰਨ ਵਾਸਤੇ, ਇਹ ਅੰਮ੍ਰਿਤ ਦਾ ਜਿਹੜਾ ਹੈਗਾ ਉਹਦੇ ਵਾਸਤੇ ਕਹਿੰਦੇ ਆ ਇਹਦਾ ਨਸ਼ਾ, ਇਹ ਅੰਮ੍ਰਿਤ ਦਾ ਕਹਿੰਦੇ ਤ੍ਰਿਸ਼ਨਾ। ਇਹਦੇ ਵਿੱਚ ਤ੍ਰਿਸ਼ਨਾ ਨੂੰ, ਪਦਾਰਥਾਂ ਦੀ ਤ੍ਰਿਸ਼ਨਾ, ਕਾਮ ਕ੍ਰੋਧ, ਕਾਮ ਵਾਸਨਾ, ਕ੍ਰੋਧ, ਮਦ ਹੰਕਾਰ, ਮਤਸਰ ਈਰਖਾ, ਕਹਿੰਦੇ ਇਹਨਾਂ ਨੂੰ ਮੈਂ ਕੱਟ ਕੱਟ ਕੇ ਇਹ ਕਸ ਪਾ ਰਿਹਾ ਇਹਨਾਂ ਦੇ ਵਿੱਚ। ਕੋਈ ਹੈ ਰੇ ਸੰਤ ਸਹਿਜ ਸੁਖੀ ਅੰਤਰ, ਜਾਕੋ ਜਪ ਤਪ ਦਿਓ ਦਲਾਲੀ ਰੇ। ਕਹਿੰਦੇ ਕੋਈ ਹੈ ਪਾਏ ਬ੍ਰਹਮ ਗਿਆਨੀ ਅਭਿਆਸੀ ਸੰਤ ਗੁਰੂ ਸਹਿਜ ਅਵਸਥਾ ਦੇ ਵਿੱਚ, ਜਿਹਨੇ ਇਹ ਅੰਮ੍ਰਿਤ ਬਣਾ ਲਿਆ ਹੋਏ, ਪੀ ਰਿਹਾ ਹੋਏ। ਕੋਈ ਹੈ ਰੇ ਸੰਤ ਸਹਿਜ ਸੁਖੀ ਅੰਤਰ, ਜਾਕੋ ਜਪ ਤਪ ਦਿਓ ਦਲਾਲੀ ਰੇ। ਮੈਂ ਉਹਨੂੰ ਉਹ ਅੰਮ੍ਰਿਤ ਮੈਨੂੰ ਦੇ ਦੇ, ਮੈਂ ਤਾਂ ਸਾਰਾ ਜਪ ਤਪ ਦੇ ਦਾਂ ਉਹਨੂੰ, ਸਾਰਾ ਜੋ ਕੁਝ ਵੀ ਮੈਂ ਕਰ ਰਿਹਾ ਸੀ ਸਾਰਾ ਛੱਡ ਦੇਵਾਂ, ਮੈਂ ਉਹਦੇ ਅਨੁਸਾਰ ਚੱਲਾਂ। ਏਕ ਬੂੰਦ ਪਰ ਤਨ ਮਨ ਦੇਵੋ, ਜੋ ਮਦ ਦੇ ਕਲਾਲੀ ਰੇ। ਆਹ ਸਾਕੀ ਜਿਹੜਾ ਹੈਗਾ, ਆਹ ਦਲਾਲ ਜਿਹੜਾ ਹੈਗਾ, ਮੈਨੂੰ ਕਿਤੇ ਇੱਕ ਬੂੰਦ ਅੰਮ੍ਰਿਤ ਦੀ ਦੇ ਦੇ ਤੇ ਮੈਂ ਉਹਦੇ ਲਈ ਤਨ ਔਰ ਮਨ ਆਪਣਾ ਦੋਨੋਂ ਹੀ ਦੇ ਦਾਂ, ਉਹਦੇ ਹਿਸਾਬ ਦੇ ਨਾਲ ਚਲਾਵਾਂ। ਜਿਹੜਾ ਮੈਨੂੰ ਇਹ ਮਦ ਪੜਾ ਦੇ, ਕਲਾਲੀ ਕਹਿੰਦੇ ਸਾਕੀ, ਜਿਹੜਾ ਮੈਨੂੰ ਇੱਕ ਬੂੰਦ ਅੰਮ੍ਰਿਤ ਦੇ ਦੇ, ਉਹਨੂੰ ਮੈਂ ਸਾਰਾ ਕੁਛ ਦੇ ਦਾਨ ਕਰਦਾ ਪਾਈ। ਕੋਈ ਹੈਰੇ ਸੰਤ ਸਹਿਜ ਸੁਖੀ ਅੰਤਰ, ਜਾ ਕੋ ਜਪ ਤਪ ਦਿਓ ਦਲਾਲੀ ਰੇ। ਮੈਂ ਜਪ ਤਪ ਸਾਰਾ ਦਾ ਸਾਰਾ ਜਿਹੜਾ ਹੈਗਾ ਉਹਨੂੰ ਦਲਾਲੀ ਕਹਿੰਦੇ ਆ ਪਾਏ, ਵਿਚੋਲੇ ਨੂੰ ਜਿਹੜਾ ਅੰਗੂਠੀ ਪਾ ਦਾਂ। ਏਕ ਬੂੰਦ ਪਰ ਤਨ ਮਨ ਦੇਵੋ, ਜੋ ਮਦ ਦੇ ਕਲਾਲੀ ਰੇ। ਇੱਕ ਬੂੰਦ ਦੇ ਦੇ ਮੈਨੂੰ, ਮੈਂ ਤਨ ਔਰ ਮਨ ਵੀ ਦੇ ਦਾਂ ਉਸਨੂੰ, ਜਿਹੜਾ ਮੈਨੂੰ ਇੱਕ ਬੂੰਦ ਅੰਮ੍ਰਿਤ ਦੀ ਦਿੰਦਾ ਆ। ਰਹਾਓ ਕਾਇਆ ਕਲਾਲਣ ਲਾਹਨ ਮੇਲੋਂ, ਗੁਰ ਕਾ ਸ਼ਬਦ ਗੁੜ ਕੀਨ ਰੇ। ਸਰੀਰ ਭੱਠੀ ਆ ਔਰ ਲਾਹਨ ਜਿਹੜਾ ਹੈਗਾ ਉਹਦੇ ਵਿੱਚ ਜਿਹੜੇ ਹੈਗੇ ਆ ਉਹਦੇ ਖਮੀਰ, ਉਹ ਹੈਗਾ ਪਾਏ। ਕਾਇਆ ਕਲਾਲਣ ਲਾਹਨ ਮੇਲੋਂ, ਉਹਦੇ ਵਿੱਚ ਖਮੀਰ ਵੀ ਪਾਵਾਂ। ਗੁਰ ਕਾ ਸ਼ਬਦ ਜਿਹੜਾ ਹੈਗਾ, ਗੁਰ ਕਾ ਸ਼ਬਦ ਗੁੜ ਕੀਨ ਰੇ। ਗੁਰੂ ਦੇ ਸ਼ਬਦ ਨੂੰ ਜਿਹੜਾ ਹੈਗਾ ਮੈਂ ਗੁੜ ਪਾ ਦਾਂ ਉਹਦੇ ਵਿੱਚ। ਹਾਂਜੀ ਵੀਰ ਜੀ। ਹਾਂਜੀ ਡਾਕਟਰ ਸਾਹਿਬ। ਹਾਂਜੀ ਨਿਜੇ ਸਾਹਿਬ, ਏਦਾਂ ਵਾਕਈ ਦੇਖੋ ਉਤਲੀ ਤੁਕ ਚ ਫੇਰ ਸਾਨੂੰ ਸਮਝਾ ਰਹੇ ਨੇ ਉਹ ਆਪਾਂ ਨੂੰ ਇਹ ਸਮਝਾ ਰਹੇ ਨੇ ਕਿ ਪਹਿਲੀ ਤੁਕ ਦੇ ਵਿੱਚ ਕਹਿੰਦੇ ਆ ਕਿ ਕਾਇਆ ਕਲਾਲਣ ਲਾਹਨ ਮੇਲੋਂ, ਗੁਰ ਕਾ ਸ਼ਬਦ ਗੁੜ ਕੀਨ ਰੇ। ਗੁਰ ਕਾ ਸ਼ਬਦ ਗੁੜ ਕੀਨ ਰੇ। ਬਈ ਕਾਇਆ ਜਿਹੜੀ ਭੱਠੀ ਹੈਗੀ ਤੇ ਮੈਂ ਲਾਹਨ ਇਕੱਠਾ ਕਰ ਰਿਹਾ, ਉਹਦੇ ਵਿੱਚ ਖਮੀਰ ਇਕੱਠਾ ਕਰ ਰਿਹਾ। ਗੁਰ ਕਾ ਸ਼ਬਦ ਗੁੜ ਕੀਨ ਰੇ, ਗੁਰੂ ਦੇ ਸ਼ਬਦ ਨੂੰ ਮੈਂ ਗੁੜ ਬਣਾਇਆ ਹੋਇਆ ਹੈ। ਹਾਂਜੀ ਵੀਰ ਜੀ। ਹਾਂ ਠੀਕ ਹੈ ਜੀ। ਤੇ ਹੁਣ ਉਹ ਕਹਿੰਦੇ ਨੇ ਸਰੀਰ ਨੂੰ ਜਿਹੜਾ ਮੈਂ ਉਹ ਤਿਆਰ ਕੀਤਾ, ਜਿੱਦਾਂ ਆਪਾਂ ਭੱਠੀ ਨਾਲ ਸ਼ਰਾਬ ਤਿਆਰ ਕਰਦੇ ਹਾਂ, ਕਹਿੰਦੇ ਸਰੀਰ ਨੂੰ ਭੱਠੀ ਦੇ ਤੌਰ ਤੇ ਵਰਤ ਕੇ ਇਹਦੇ ਅੰਦਰ ਸ਼ਰਾਬ ਤਿਆਰ ਕਰਨੀ ਆ, ਔਰ ਉਹ ਵਿੱਚ ਕਿਹੜੀ ਕਿਹੜੀ ਵਸਤੂ ਪਾਉਣੀ ਆ
ਉਹ ਅਗਲੇ ਬੰਨੇ ਦੱਸਣਗੇ ਆਪਾਂ ਨੂੰ ਨਿੱਜਰ ਸਾਹਿਬ। ਕਾਇਆ ਕਲਾਲਣ ਲਾਹਨ ਮੇਲੋਂ ਗੁਰ ਕਾ ਸ਼ਬਦ ਗੁੜ ਕੀਨ ਰੇ। ਗੁਰੂ ਦਾ ਸ਼ਬਦ ਜਿਹੜਾ ਹੈਗਾ ਇਹ ਗੁੜ ਪਾਉਣਾ ਹੈ ਵਿੱਚ ਪਾਏ, ਔਰ ਉਹਦੇ ਵਿੱਚ ਕਸ ਜਿਹੜੇ ਹੈਗੇ ਆ ਇਹ ਉਹ ਜਿਹੜੀ ਹੈਗੀ ਆ ਕਹਿੰਦੇ ਆ ਮਹੂਏ ਦੇ ਫੁੱਲ ਪਾਉਂਦੇ ਆ। ਕਹਿੰਦੇ ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤਸਰ, ਕਹਿੰਦੇ ਆ ਮੈਂ ਉਹਦੇ ਵਿੱਚ ਜਿਹੜਾ ਹੈਗਾ ਤ੍ਰਿਸ਼ਨਾ ਨਾ ਆਪਣੇ ਅੰਦਰੋਂ ਕੱਟ ਦੇਵਾਂ, ਕਾਮ ਨੂੰ ਕਾਮ ਵਾਸਨਾ ਘਟਾਵਾਂ, ਕ੍ਰੋਧ ਮਦ ਕਹਿੰਦੇ ਆ ਹੰਕਾਰ, ਮਤਸਰ ਕਹਿੰਦੇ ਈਰਖਾ, ਕਹਿੰਦੇ ਇਹਨਾਂ ਨੂੰ ਮੈਂ ਕੱਟ ਕੇ ਵਿੱਚ ਪਾ ਦਾਂ। ਕਾਟ ਕਸ ਦੀਨ ਰੇ, ਇਹ ਮੈਂ ਕਸ ਦੇ ਦਾਂ ਉਹਦੇ ਵਿੱਚ, ਹੋਰ ਤਿੱਖੀ ਕਰਦਾ ਉਹਨੂੰ ਅੰਮ੍ਰਿਤ ਜਿਹੜਾ ਹੈਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਕਾਇਆ ਦੇ ਅੰਦਰ ਮੈਂ ਕੀ ਪਾਉਣਾ ਵਾ, ਸ਼ਬਦ ਰੂਪੀ ਗੁੜ ਪਾਉਣਾ। ਹੁਣ ਸ਼ਬਦ ਕਿਹੜਾ ਵਾ? ਸ਼ਬਦ ਜਿਹੜਾ ਸਾਡੇ ਅੰਦਰ ਜਿਵੇਂ ਵਾਹਿਗੁਰੂ ਦਾ ਜਾਪ ਜਪਦੇ ਇਹਨੂੰ ਸ਼ਬਦ ਕਹਿੰਦੇ, ਠੀਕ ਹੈ। ਤੇ ਇਹਨੂੰ ਅੰਦਰ ਆਪਣੇ ਸਰੀਰ 'ਚ ਆਪਾਂ ਨੂੰ ਇਹਨੂੰ ਜਿੱਦਾਂ ਮਧਾਣੀ ਨਾਲ ਆਪਾਂ ਦੁੱਧ ਰਿੜਕਦੇ ਆ ਨਾ, ਦਹੀਂ ਰਿੜਕਦੇ ਆ, ਦਹੀਂ ਤੋਂ ਫਿਰ ਮੱਖਣ ਤੋਂ ਬਾਅਦ ਫਿਰ ਘਿਓ ਬਣਦਾ, ਉਸੇ ਹੀ ਤਰ੍ਹਾਂ ਸ਼ਬਦ ਦੇ ਨਾਲ ਸ਼ੁਰੂਆਤ ਕਰਨੀ ਪੈਂਦੀ ਆ। ਵਾਹਿਗੁਰੂ ਸ਼ਬਦ ਜਿਹੜਾ ਹੈ ਇਹਦਾ ਆਪਾਂ ਮਤਲਬ ਪ੍ਰਯੋਗ ਕਰਨਾ ਵਾ। ਇਹਦਾ ਪ੍ਰਯੋਗ ਕਰਾਂਗੇ ਤੇ ਉਹਦੇ ਨਾਲ ਕੀ ਹੋਊਗਾ, ਤੇ ਆਪਣੇ ਆਪ ਹੀ ਸਾਡੇ ਜਿਹੜਾ ਵਾ ਸਾਡਾ ਜਿਹੜਾ ਸਰੀਰ ਰੂਪੀ ਜਿਹੜਾ ਹੈਗਾ ਵਾ ਭੱਠੀ, ਇਹਦੇ ਅੰਦਰ ਸ਼ਰਾਬ ਬਣੇਗੀ। ਫਿਰ ਸ਼ਰਾਬ ਜਦੋਂ ਬਣਨ ਲੱਗੀ ਆ ਜਾਂ ਭੱਠੀ ਤਿਆਰ ਹੋ ਗਈ ਆ, ਉਹਦੇ ਵਿੱਚ ਕੁਝ ਹੋਰ ਵੀ ਪਾਉਣ ਵਾਸਤੇ ਕਹਿ ਰਹੇ ਨੇ। ਕਹਿੰਦੇ ਤ੍ਰਿਸ਼ਨਾ ਕਾਮ ਕ੍ਰੋਧ ਮਦ ਮਕਸਦ ਮਤਸਰ ਈਰਖਾ, ਕਾਟ ਰਸ ਦੀਨੋ ਰੇ। ਹੁਣ ਕਹਿੰਦੇ ਆ ਕਿ ਕਾਟ ਦਾ ਮਤਲਬ ਇਹ ਆ ਕਿ ਹੌਲੀ ਹੌਲੀ ਕਰਕੇ ਭਗਤੀ ਕਰਨੀ ਆ ਤੇ ਇਹਦਾ ਤਿਆਗ ਕਰਦੇ ਜਾਣਾ, ਠੀਕ ਹੈ। ਬਿਲਕੁਲ। ਹੁਣ ਜਦੋਂ ਆਪਾਂ ਪਹਾੜਾਂ ਤੇ ਚੜ੍ਹਦੇ ਆ ਤੇ ਆਪਾਂ ਕੀ ਕਰਦੇ, ਜ਼ਿਆਦਾ ਵਜਨ ਨਹੀਂ ਨਾਲ ਲੈ ਕੇ ਜਾਂਦੇ ਕਿਉਂਕਿ ਚੜ੍ਹਨਾ ਬੜਾ ਔਖਾ। ਆਪਾਂ ਜ਼ੋਰ ਲੱਗੂਗਾ ਤੁਹਾਡੇ, ਮੈਂ ਲੱਕ ਤੇ ਬੰਨ੍ਹਦਾ 40-50 ਕਿਲੋ ਵਜਨ, ਤੁਸੀਂ ਥੱਕ ਜਾਣਾ। ਸੋ ਇਸੇ ਹੀ ਤਰ੍ਹਾਂ ਇਹ ਜਿਹੜੇ ਔਗਣ ਨੇ, ਇਹ ਔਗਣ ਕੀ ਕਰਦੇ ਆ, ਸਾਡੇ ਜਹਾਜ਼ ਨੂੰ ਤਾਂ ਨਹੀਂ ਚੜ੍ਹਨ ਦਿੰਦੇ, ਸਾਡੇ ਜਹਾਜ਼ ਨੂੰ ਨੱਪ ਕੇ ਰੱਖਦੇ ਆ। ਇਸ ਕਰਕੇ ਇਹਨਾਂ ਔਗਣਾਂ ਦਾ ਤਿਆਗ ਕਰਦੇ ਜਾਣਾ। ਹੁਣ ਤਿਆਗ ਦਾ ਮਤਲਬ ਇਹ ਆ ਕਿ ਅੰਦਰੋਂ ਤੇ ਨਹੀਂ ਜੋ ਖਤਮ ਹੋਣੇ, ਪਰ ਏਦਾਂ ਕਿ ਮੂੰਹ ਤੇ ਤੁਸੀਂ ਕੰਟਰੋਲ ਕਰ ਸਕਦੇ ਜੋ, ਠੀਕ ਹੈ। ਹੁਣ ਅੰਦਰੋਂ ਤੇ ਆ ਗਈ ਚੀਜ਼, ਪਰ ਅੰਦਰ ਉਹਨੂੰ ਉਹ ਪ੍ਰਗਟ ਹੋ ਰਹੀ ਅੰਦਰ। ਹੁਣ ਜਿੱਦਾਂ ਕ੍ਰੋਧ ਚੜ ਜਾਂਦਾ ਬੰਦੇ ਨੂੰ, ਕ੍ਰੋਧ ਜਿਹੜਾ ਨਾ, ਦੇਖੋ ਕ੍ਰੋਧ ਚੜਦਾ ਵਾ, ਜਿੱਦਾਂ ਤੁਹਾਨੂੰ ਬੁਖਾਰ ਚੜ ਜਾਂਦਾ ਤੇ ਬੁਖਾਰ ਚੜ ਜਾਂਦਾ, ਫਿਰ ਆਪਾਂ ਕੀ ਕਰਦੇ ਹਾਂ, ਸ਼ਾਂਤ ਹੋ ਕੇ ਬੈਠੇ ਰਹਿੰਦੇ ਆ। ਇੱਥੇ ਆਪਾਂ ਬਾਜ਼ਾਰ ਚ ਘੁੰਮਦੇ ਫਿਰਦੇ ਆ ਨਿਜਲ ਸਾਹਿਬ। ਬਿਲਕੁਲ। ਕਿਉਂਕਿ ਬੁਖਾਰ ਚੜ ਗਿਆ, ਔਰ ਨਹੀਂ ਆਰਾਮ ਨਾਲ ਬੈਠਾਂਗੇ ਕੀ ਹੋਊਗਾ, ਫਿਰ ਬੁਖਾਰ ਖਰਾਬ ਹੋ ਜਾਊਗਾ। ਉਸੇ ਤਰ੍ਹਾਂ ਕ੍ਰੋਧ ਆ, ਕ੍ਰੋਧ ਚੜ ਗਿਆ ਤੇ ਫਿਰ ਆਪਣੇ ਹੱਥਾਂ ਤੇ ਕੰਟਰੋਲ ਕਰੋ ਤੇ ਆਪਣੇ ਮੂੰਹ ਤੇ ਕੰਟਰੋਲ ਕਰੋ। ਜਿੱਦਾਂ ਆਪਾਂ ਬੁਖਾਰ ਚੜ ਜੇ ਤੇ ਆਪਾਂ ਬਾਹਰ ਨਹੀਂ ਨਾ ਜਾਂਦੇ, ਕੰਮ ਤੇ ਜਾਂਦੇ ਆ, ਆਪਾਂ ਡਿਊਟੀ ਤੇ, ਆਪਾਂ ਛੁੱਟੀ ਵੀ ਲੈ ਲੈਂਦੇ ਆ। ਆਪਾਂ ਕਹਿੰਦੇ ਵੀ ਸਾਨੂੰ ਬੁਖਾਰ ਚੜਿਆ, ਅਸੀਂ ਨਹੀਂ ਕੰਮ ਤੇ ਆਉਣਾ ਅੱਜ। ਰਿਸ਼ਤੇਦਾਰ ਕਹਿੰਦੇ ਭਾਈ ਤੁਸੀਂ ਵਿਆਹ ਤੇ ਨਹੀਂ ਆਏ। ਭਾਜੀ ਵਿਆਹ ਤੇ ਕੀ ਹੋਣਾ ਸੀ, ਸਾਨੂੰ ਬੁਖਾਰ ਚੜ ਗਿਆ, ਅਸੀਂ ਕਿੱਥੋਂ ਆਉਣਾ। ਤੋਂ ਕਹਿਣ ਤੋਂ ਭਾਵ ਜਿੱਦਾਂ ਆਪਾਂ ਉੱਥੇ ਪਰਹੇਜ਼ ਕਰ ਲੈਂਦੇ ਆ, ਇਸੇ ਤਰ੍ਹਾਂ ਜਦੋਂ ਕ੍ਰੋਧ ਆ ਜੇ ਆਪਣੇ ਹੱਥਾਂ ਤੇ ਕੰਟਰੋਲ ਕਰੋ ਤੇ ਆਪਣੇ ਮੂੰਹ ਤੇ ਕੰਟਰੋਲ ਕਰੋ। ਜੇ ਤੁਸੀਂ ਖਲੋਤੇ ਤੇ ਬਹਿ ਜਾਓ, ਜੇ ਕੋਈ ਤੁਸੀਂ ਬੈਠੇ ਤੇ ਉੱਠ ਜਾਓ, ਤੇ ਇਹ ਚੀਜ਼ ਦਾ ਧਿਆਨ ਰੱਖਣਾ। ਫਿਰ ਅਗਲੇ ਬੰਨੇ ਕਹਿੰਦੇ ਕਾਟ ਕਸ ਦੀਨੋ। ਹਾਂ, ਤੇ ਹੁਣ ਜਿਹੜਾ ਦੀਨ ਮਤਲਬ ਕੱਟ ਕੇ ਜਿਹੜੇ ਉਹਨਾਂ ਨੂੰ ਵਿੱਚ ਪਾਉਣਾ, ਉਹਨਾਂ ਨੂੰ ਸ਼ਬਦ ਦੇ ਰੂਪੀ ਜਿਹੜਾ ਗੁੜ ਹੈਗਾ ਉਹਦੇ ਚ ਰਲਾਉਣਾ। ਜਿੱਦਾਂ ਸ਼ਰਾਬ ਦੇ ਵਿੱਚ ਨਾ ਸਾਡੇ ਇੱਥੇ ਲਾਗੇ ਹੈਗਾ ਬਾਰ ਕੀ ਹੈਗਾ, ਉਹ ਬਾਜ਼ਾਰ ਜਿਹਾ ਹੈਗਾ, ਤੇ ਉੱਥੇ ਉਹ ਲੋਕੀ ਲੈ ਕੇ ਜਾਂਦੇ ਮਸਾਲਾ ਜਿਹਾ ਸ਼ਰਾਬ ਚ ਪੈਂਦਾ, ਤੇ ਉਹ ਰਾਮਬਾਗ, ਤੇ ਉਹ ਉਹੀ ਗੱਲ ਹੈ, ਸੱਕ ਸੁੱਕ ਜੇ ਹੈਗੇ, ਕਈ ਕੁਝ ਹੋਰ ਹੈਗੀਆਂ ਆਈਟਮਾਂ। ਉਸੇ ਹੀ ਤਰ੍ਹਾਂ ਕਹਿੰਦੇ ਜਿੱਦਾਂ ਆਈਟਮਾਂ ਤੂੰ ਵਰਤਦਾ ਨਾ ਆਪਣੇ ਜੀਵਨ ਤੇ, ਜਿਹੜੇ ਤੇਰੇ ਔਗਣ ਰੂਪੀ ਜਿਹੜੀਆਂ ਆਈਟਮਾਂ ਹੈਗੀਆਂ, ਜਿਹੜਾ ਮਸਾਲਾ ਹੈਗਾ, ਉਹਦੀ ਤੂੰ ਆਹੂਤੀ ਦੇਣੀ ਆ ਆਪਣੇ ਹੱਥੀਂ। ਇਹ ਨਿੱਜਰ ਸਾਹਿਬ, ਇਹ ਆਹੂਤੀ ਦੇਣੀ ਦਾ ਮਤਲਬ ਇਹੋ ਹੀ ਆ ਕਿ ਤੇਰੇ ਮਨ ਚ ਤੇ ਹੋਵੇ ਨਾ ਕਿ ਮੇਰੇ ਚ ਇਹ ਔਗਣ ਹੈਗਾ। ਜਦੋਂ ਹੋਵੇ ਔਗਣ ਦਾ ਪਤਾ ਤੇ ਤਿਆਗ ਵੀ ਆਪਣੇ ਆਪ ਹੀ ਹੁੰਦਾ। ਜੇਕਰ ਆਪਾਂ ਮੰਨਦੇ ਨਹੀਂ, ਹੁਣ ਮੰਨ ਲਓ ਇੱਥੇ ਮੈਂ ਘਰੇ ਬੈਠਾ, ਮੰਨ ਲਓ ਮੈਨੂੰ ਕੋਈ ਨੁਕਸ ਹੈ, ਮੈਨੂੰ ਕੋਈ ਬਿਮਾਰੀ ਆ, ਤੇ ਡਾਕਟਰ ਨੇ ਮੇਰੇ ਘਰੇ ਆ ਕੇ ਥੋੜੀ ਮੇਰਾ ਇਲਾਜ ਕਰਨਾ। ਉਹਦਾ ਇਲਾਜ ਕਰਨ ਦਾ ਤਰੀਕਾ ਕੀ, ਡਾਕਟਰ ਕੋਲ ਜਾਵਾਂ, ਡਾਕਟਰ ਕਹਿੰਦਾ ਵੀ ਤੈਨੂੰ ਕੀ ਤਕਲੀਫ ਆ, ਮੈਂ ਕਹਿੰਦਾ ਵੀ ਮੈਨੂੰ ਆ ਫਲਾਣੀ ਪ੍ਰੋਬਲਮ ਆ। ਉਹ ਕਹਿੰਦਾ ਠੀਕ ਹੈ ਬਈ ਤੂੰ ਠੀਕ ਹੋ ਜਾਏਗਾ, ਚੱਲ ਦਵਾਈ ਦੋ ਜੀ ਇਹਨੂੰ, ਲਿਆ ਪਰਚੀ ਕੱਟੋ ਇਹਦੀ। ਤਾਂ ਉਹਦਾ ਤੇ ਇਲਾਜ ਹੋ ਗਿਆ, ਮੈਂ ਦੱਸਤੀ। ਜਿਹੜੀ ਬਿਮਾਰੀ ਮੈਂ ਦੱਸਾਂਗਾ ਨਹੀਂ ਤੇ ਨਿੱਜਾ ਸਾਹਿਬ ਉਹਦਾ ਇਲਾਜ ਹੋਊਗਾ ਨਹੀਂ, ਉਹਦਾ ਇਲਾਜ ਨਹੀਂ ਹੋਣਾ। ਇਸ ਕਰਕੇ ਬਿਮਾਰੀ ਦੱਸਣੀ ਪੈਣੀ ਆ।
ਕਿਸੇ ਨੂੰ ਨਹੀਂ, ਤੁਸੀਂ ਆਪਣੇ ਆਪ ਨੂੰ ਤੇ ਦੱਸੋ ਕਮ ਸੇ ਕਮ ਕਿ ਮੇਰੇ 'ਚ ਔਗਣ ਹੈਗਾ। ਠੀਕ ਹੈ ਜੀ। ਕਹਿੰਦੇ ਅਗਲੀ ਤੋਂ ਕੋਲ ਨਿਜਰ ਸਾਹਿਬ, ਕੋਈ ਹੈਰੇ ਸੰਤ ਸਹਿਜ ਸੁਖ ਅੰਤਰ, ਜਾਕੋ ਜਪ ਤਪ ਦਿਓ ਦਲਾਲੀ ਰੇ। ਕਹਿੰਦੇ ਦੇਖੋ ਫਿਰ ਸੰਗਤ ਕਰੋ, ਕਹਿੰਦੇ ਗੁਰੂ ਦੀ ਬ੍ਰਹਮ ਗਿਆਨੀਆਂ ਦੀ ਸੰਗਤ ਕਰੋ, ਸਾਧ ਸੰਗਤ ਦੇ ਵਿੱਚ ਜਾਓ। ਕੋਈ ਹੈਰੇ ਸੰਤਾਂ ਦੀ ਸੰਗਤ ਕਰੋ ਭਾਈ, ਜਿਹੜੇ ਸਹਿਜ ਸੁਖ ਅੰਤਰ, ਜਿਹੜਾ ਆਲਰੇਡੀ ਸਹਿਜ ਅਵਸਥਾ ਦੇ ਵਿੱਚ ਹੈਗਾ ਔਰ ਸੁਖ ਹੈਗਾ, ਜਿਹੜਾ ਉਹ ਅੰਮ੍ਰਿਤ ਨੂੰ ਪੀ ਰਿਹਾ ਹੈਗਾ। ਕੋਈ ਹੈਰੇ ਸੰਤ ਸਹਿਜ ਸੁਖ ਅੰਤਰ, ਜਾਕੋ ਜਪ ਤਪ ਦਿਓ ਦਲਾਲੀ ਰੇ। ਕਹਿੰਦੇ ਉਹਨੂੰ ਮੈਂ ਸਾਰਾ ਕੁਛ ਜਪ ਤਪ ਸਾਰਾ ਜਿਹੜਾ ਹੈਗਾ ਦਲਾਲੀ ਦੇ ਦਾਂ, ਮਤਲਬ ਉਹਦੇ ਸਾਰਾ ਕੁਝ ਅਰਪਣ ਕਰਕੇ, ਸਾਰਾ ਕੁਝ ਡ੍ਰੌਪ ਕਰਕੇ ਮੈਂ ਉਹਦੀ ਗੱਲ ਮੰਨਾਂ। ਕਿਉਂ? ਏਕ ਬੂੰਦ ਭਰਿਆ ਤਨ ਮਨ ਦੇਵੋ, ਜੋ ਮਦ ਦੇ ਕਲਾਲੀ ਰੇ। ਮੈਂ ਤਾਂ ਆਪਣਾ ਤਨ ਮਨ ਸਾਰਾ ਦੇਣ ਨੂੰ ਤਿਆਰ ਹਾਂ ਭਾਈ। ਇੱਕ ਬੂੰਦ ਪਰ ਅੰਮ੍ਰਿਤ ਮੈਨੂੰ ਦੇ ਦੇ, ਇੱਕ ਬੂੰਦ, ਜੋ ਆ ਮਦ ਮੈਨੂੰ ਦੇ ਦੇ, ਇਹ ਅੰਮ੍ਰਿਤ ਦੇ ਦੇ, ਆ ਸ਼ਰਾਬ ਦੇ ਦੇ। ਕਲਾਲੀ ਕਹਿੰਦੇ ਆ ਜਿਹੜਾ ਸਾਕੀ ਹੁੰਦਾ ਉਹਨੂੰ ਕਹਿੰਦੇ ਕਲਾਲੀ। ਰਹਾਓ। ਹਾਂਜੀ ਵੀਰ ਜੀ। ਹੁਣ ਦੇਖੋ, ਹੁਣ ਤੁਕ ਵੇਖੋ, ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ, ਜਾਂ ਕਾ ਜਪ ਤਪ ਦਿਓ ਦਲਾਲੀ ਰੇ। ਸਹਿਜ ਸੁਖ ਦਾ ਮਤਲਬ ਸਮਾਧੀ, ਨਿਰਵਿਚਾਰ ਹੋ ਜਾਣਾ। ਕੋਈ ਬੰਦਾ ਹੈਗਾ ਜਿਹੜਾ ਰਾਹ ਦੱਸੇ, ਗਿਆਨ ਕਰਾਵੇ ਸਾਨੂੰ, ਨਿਰਵਿਚਾਰ ਕਿੱਦਾਂ ਹੋਣਾ, ਇਸ ਮਨ ਤੋਂ, ਬੁੱਧੀ ਤੋਂ, ਚਿੱਤ ਤੋਂ ਅੱਗੇ ਕਿੱਦਾਂ ਜਾਣਾ। ਨਿਰਵਿਚਾਰ ਹੋ ਗਿਆ ਮਤਲਬ ਤੁਸੀਂ ਇਹਨਾਂ ਸਭ ਤੋਂ ਅੱਗੇ ਲੰਘ ਗਏ, ਤੁਸੀਂ ਪ੍ਰਕਿਰਤੀ ਤੋਂ ਅੱਗੇ ਲੰਘ ਗਏ। ਕੋਈ ਛੋਟੀ ਮੋਟੀ ਗੱਲ ਥੋੜੀ ਹੋ ਗਈ ਹੈ। ਬਿਲਕੁਲ। ਨਿਰਵਿਚਾਰ ਹੋ ਗਏ ਮਤਲਬ ਤੁਸੀਂ ਆਪਣਾ ਜਿਹੜਾ ਹੋਂਦ ਆ ਉਹਨੂੰ ਬ੍ਰਹਮ ਚ ਲੀਨ ਕਰ ਦਿੱਤਾ, ਜਿਉਂਦੇ ਜੀ। ਕਬੀਰ ਜੀ ਉਹੀ ਗੱਲ ਦੀ ਕਹਿ ਰਹੇ ਨੇ। ਕਬੀਰ ਜੀ ਕਿਹਾ, ਪਤਾ ਨਹੀਂ ਕਿੰਨੇ ਕਿਹਾ, ਕਹਿੰਦੇ ਜਿਸ ਮਰਨੀ ਸੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਬਿਲਕੁਲ। ਮਰਨਾ ਕੀ ਹੈ ਸਾਡੇ ਚੋਂ? ਸਾਡੇ ਸਰੀਰ ਨੇ ਥੋੜੀ ਮਰਨਾ ਵਾ। ਸਾਡੇ ਜਿਹੜਾ ਅੰਦਰ ਜਿਹੜੇ ਔਗਣ ਨੇ ਉਹਨਾਂ ਨੇ ਮਰਨਾ ਹੈ। ਉਹਨਾਂ ਨੇ ਮਰਨ ਦੇ ਨਾਲ ਹੀ ਸਾਡੀ ਮੌਤ ਹੋਣੀ ਆ। ਜੇਕਰ ਉਹ ਮਰਦੇ ਨਹੀਂ ਆ ਤਾਂ ਅਸੀਂ ਮਰਾਂਗੇ ਨਹੀਂ। ਅਸੀਂ ਤੇ ਅਮਰ ਹੈਗੇ ਆ। ਕਿਉਂ ਅਮਰ ਹੈਗੇ ਆ? ਕਿਉਂਕਿ ਸਾਨੂੰ ਅਸੀਂ ਕਰਮ ਕਰਦੇ ਆ। ਉਹ ਕਹਿੰਦੇ ਨੇ ਬਾਣੀ ਚ ਕਿਹਾ ਵਾ, ਖੇਤ ਸਰੀਰਾ ਬੀਜਿਆ ਅੰਤ ਖਲੋਇਆ ਆਏ। ਏਦਾਂ ਤੁਕ ਹੈਗੀ ਨਾ। ਹਾਂ, ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਆਏ। ਜੋ ਆਪਾਂ ਬੀਜੀ ਜਾਂਦੇ ਹਾਂ ਉੱਗੀ ਜਾਂਦੇ ਆ, ਆਪਾਂ ਫਿਰ ਵੱਢੀ ਜਾਂਦੇ ਹਾਂ, ਫਿਰ ਬੀਜਦੇ ਹਾਂ। ਜਦੋਂ ਵੱਢਣ ਜਾਂਦੇ ਆ ਉਹਨੇ ਜਿਹਨੂੰ ਕੁਝ ਹੋਰ ਨਵਾਂ ਬੀਜ ਦਿੰਦੇ। ਇਸੇ ਤਰ੍ਹਾਂ ਜੀਵ ਘੁੰਮ ਰਿਹਾ। ਹੋਰ ਜੀਵ ਦੀ ਪ੍ਰੋਬਲਮ ਕੀ ਆ? ਬਿਲਕੁਲ। ਜੀਵ ਦੀ ਪ੍ਰੋਬਲਮ ਇਹ ਆ। ਫਿਰ ਉਹ ਕਹਿੰਦੇ ਆ ਕਿ ਕੋਈ ਐਸਾ ਬ੍ਰਹਮ ਗਿਆਨੀ, ਕੋਈ ਸੰਗਤ ਮਿਲ ਜੇ ਜਿਹੜੀ ਸਾਨੂੰ ਇਸ ਸੰਸਾਰ ਤੋਂ ਤੋੜ ਕੇ ਉਸ ਜਿਹੜਾ ਬ੍ਰਹਮ ਹੈਗਾ, ਜਿਹੜੀ ਆਤਮਾ ਹੈ, ਉਹਦਾ ਥੋੜਾ ਸੁੱਖ ਦੇ ਦੇ। ਸੈਂਪਲ ਤੇ ਮਿਲੇ ਕਮ ਸੇ ਕਮ। ਚੀਜ਼ ਤੇ ਬਾਅਦ ਚ ਖਰੀਦਾਂਗੇ ਨਾ। ਆਪਨੇ ਦੇਖਿਆ ਨੀ ਟੈਸਟ ਡਰਾਈਵ ਕਾਰਾਂ ਦੇ ਵਿੱਚ ਜਾਂਦੇ ਆ ਆਪਾਂ, ਕਾਰ ਲੈਨੇ ਆ, ਸਕੂਟਰੀ ਲੈਨੇ ਆ, ਭਾਜੀ ਬਾਹਰ ਸਕੂਟਰੀ ਲੱਗੀ ਆ, ਭਾਜੀ ਆਪਣਾ ਡਰਾਈਵਿੰਗ ਲਾਇਸੈਂਸ ਦਿਖਾਓ, ਬਈ ਲੈ ਜਾਓ ਇਹਨਾਂ ਨੂੰ ਟੈਸਟ ਡਰਾਈਵ ਕਰਾ ਲਿਓ। ਟੈਸਟ ਡਰਾਈਵ ਦਾ ਕੋਈ ਖਰਚਾ ਨਹੀਂ ਹੈਗਾ, ਫ੍ਰੀ ਆ। ਮਾਲ ਚ ਜਾਂਦੇ ਉੱਥੇ ਵੀ ਕਹਿੰਦੇ ਆ ਬਈ ਆ ਫਲਾਣਾ ਪ੍ਰੋਡਕਟ ਹੈਗਾ ਵਾ। ਉਹ ਆਪਾਂ ਕਹਿੰਦੇ ਵੀ ਟੈਸਟ ਕਰਾਓ, ਕਹਿੰਦੇ ਆ ਭਾਜੀ ਸੈਂਪਲ ਹੈਗਾ ਲੈ ਲਓ। ਸੈਂਪਲ ਤੇ ਫ੍ਰੀ ਆ। ਹੁਣ ਤੁਸੀਂ ਲਿਪਸਟਿਕ ਲੈਂਦੇ ਜੋ, ਨੇਲ ਪੇਂਟ ਲੈਂਦੇ ਜੋ, ਉੱਥੇ ਸੈਂਪਲ ਫ੍ਰੀ ਆ। ਉਹ ਕਹਿੰਦੇ ਲਾ ਕੇ ਵੇਖ ਲਓ ਇੱਕ ਉਂਗਲ ਤੇ। ਲੈਣਾ ਨਹੀਂ ਲੈਣਾ। ਪਰਫਿਊਮ ਲੈਣ ਜਾਂਦੇ ਜੋ, ਕਹਿੰਦੇ ਭਾਈ 2-4 ਸਪਰੇ ਪਾ ਕੇ ਵੇਖ ਲਓ। ਹੁਣ ਮੇਰੇ ਅੱਗੇ ਨਹੀਂ ਪਾਉਣਾ, ਪੈਸੇ ਨਹੀਂ ਦੇਣੇ, ਓਦਾਂ ਫ੍ਰੀ ਚ ਪਾ ਕੇ ਵੀ ਘੁੰਮਾ ਆਉਂਦਾ ਬੰਦਾ। ਨਿਜਰ ਸਾਹਿਬ, ਬਿਲਕੁਲ ਫੀਲਿੰਗ ਤੇ ਆਉਂਦੀ ਆ। ਉਹਦਾ $200-300 ਦੇ ਪੈਂਦਾ। तो कहण तो भाव इत्थे आ, बाणी च भी वो समझा रहे ने कि ओहदा सैंपल कम से कम फ्री ते दवावे वो बंदा। ते जे कोई दवा दे ते फिर अगली तुक च लिखिया उन्होंने मैं ओहदा धन्नवाद करांगा। की किदां करांगा? अगली तुक बोलो निजर साहब, एक बूंद पर तन मन देवो। तन मन भी देण नूं तैयार आ मैं, अपना सारा कुछ जिहड़ा हैगा ओहदे हिसाब दे नाल जिहड़ा हैगा, जो मद दे कलाली दे, जिहड़ा साकी मैनू आ जिहड़ा अमृत दी मद दा एक बूंद दे दिंदा है। रहाओ। हाँ जी वीर जी, बिल्कुल ठीक है। फिर कहते हैं कि तन ते मन दे दूंगा। तन ते मन का मतलब ये नहीं कि अपना ओहदा गुलाम बन जाना। कहने तो भाव है कि मैं हुण फिर ओहदा निर्देश लवांगा। मैं जीवन नूं जिहड़ा मेरा चलाउण दा तरीका है मैं उहनूं वेखांगा ते जिद्दां ओह गाइड करनगे मैं उदां चलाउण दी कोशिश करांगा। तन मन दा मतलब इहो ही आ। होर मन दा उहने अचार पाउणा किसे ने? ओह कहंदे आ कि मैं दलाली दे वाजों कहण तो भाव है कि इस जिहड़ा एडा वड्डा मिशन आ, जिहड़ा सब तो अपहुंच चीज आ, जिहदे बारे किसे नूं पता ही नहीं, और जिहड़ी गुप्त हैगी आ। जेकर मैनूं कोई बंदा उत्थे लै जांदा, वेखो निजर साहब,
ਕੋਈ ਇਹ ਨਹੀਂ ਕਹਿੰਦੇ ਆ ਕਿ ਮੈਂ ਆਪੇ ਪਹੁੰਚ ਗਿਆ, ਕਹਿੰਦੇ ਤੂੰ ਮੈਨੂੰ ਲੈ ਜੇ, ਸੈਂਪਲ ਤੇ ਫ੍ਰੀ ਚ ਦਵਾਵੇ ਕਮ ਸੇ ਕਮ। ਬਿਲਕੁਲ, ਇਹਦਾ ਮਤਲਬ ਸੈਂਪਲ ਤੇ ਫ੍ਰੀ ਆ। ਪਰ ਉਹ ਕਹਿੰਦੇ ਆ ਕਿ ਪਹਿਲਾਂ ਸੈਂਪਲ ਫ੍ਰੀ ਦੋ, ਐਵੇਂ ਨਹੀਂ ਮੈਂ ਕਿਤੇ ਮਗਰ ਤੁਰ ਪੈਂਦਾ। ਹੁਣ ਲੋਕੀ 30-30 ਸਾਲ ਤੋਂ ਤੁਰੇ ਫਿਰਦੇ ਆ ਤੇ ਸੈਂਪਲ ਤੇ ਮਿਲਿਆ ਹੀ ਨਹੀਂ। ਸਹੀ ਗੱਲ ਹੈ। ਉਹ ਕਹਿੰਦੇ ਸੈਂਪਲ ਪਹਿਲਾਂ ਚਾਹੀਦਾ ਵਾ। ਆਪ ਜਸਟ ਨਿੱਜਰ ਸਾਹਿਬ ਵੇਖਿਆ, ਨੋਟਿਸ ਕੀਤਾ ਜੇ? ਬਿਲਕੁਲ, ਇਹਦਾ ਮਤਲਬ ਸੈਂਪਲ ਅਵੇਲੇਬਲ ਹੈ। ਸੈਂਪਲ ਕਹਿੰਦੇ ਨਿਰਵਿਚਾਰ ਕਰੋ, ਮੈਨੂੰ 5-7 ਮਿੰਟ ਲਈ। ਹਾਂ ਬਿਲਕੁਲ, ਆਪਾਂ ਕਰਕੇ ਦੇਖ ਲਓ। ਬਿਲਕੁਲ ਸਹੀ ਗੱਲ ਹੈ। ਮੈਂ ਤੇ ਆਪ ਜੀ ਨੂੰ ਕਹਿੰਦਾ, ਜਾਓ ਕਿਸੇ ਨੂੰ ਕਹੋ, ਬਾਬਾ ਜੀ ਨੂੰ, ਕਹਿੰਦੇ ਬਾਬਾ ਜੀ ਬੜੇ ਵੱਡੇ ਨੇ, ਉਹਨਾਂ ਨੂੰ ਕਹੋ ਮੈਨੂੰ 5 ਮਿੰਟ ਦੀ ਸਮਾਧੀ ਦੇ ਦਿਓ ਬਸ। ਬਹੁਤ ਵੱਡੀ ਗੱਲ ਆ, 5 ਮਿੰਟ ਕਦੇ ਐਵੇਂ ਮਿਲ ਜਾਣੇ। ਪਤਾ ਕੀ ਆ, 5 ਮਿੰਟ ਦੀ ਗੱਲ ਨਹੀਂ ਹੈਗੀ ਉਹ। 5 ਮਿੰਟ ਚ ਤੇ ਬ੍ਰਹਮ ਨੂੰ ਤੁਸੀਂ ਵੇਖ ਆਉਣਾ। ਸੈਂਪਲ ਤੇ ਫ੍ਰੀ ਆ। ਫਿਰ ਉਸ ਤੋਂ ਬਾਅਦ ਤੁਸੀਂ ਵੇਖਿਆ ਵਾ, ਤੁਸੀਂ ਹਜੇ ਪ੍ਰਾਪਤੀ ਨਹੀਂ ਹੋਈ ਤੁਹਾਨੂੰ। ਅਜੇ ਪ੍ਰਾਪਤੀ ਕਰਨ ਦੇ ਲਈ ਫਿਰ ਘੱਲਣੀ ਪੈਣੀ, ਫਿਰ ਮਿਹਨਤ ਕਰਨੀ ਪੈਣੀ। ਫਿਰ ਤੇ ਭੱਠੀ ਭੁੱਠੀ ਬਾਲ ਕੇ ਉਹਦੇ ਵਿੱਚ ਜਿਹੜਾ ਮਾਲ ਮੱਤਾ, ਜਦੋਂ ਸ਼ਬਦ ਰੂਪੀ ਗੁੜ ਪਾਇਆ ਤੇ ਉਹਦੇ ਵਿੱਚ ਫਿਰ ਤੁਸੀਂ ਮਾਲ ਮੱਤਾ ਪਾ ਕੇ ਸਾੜ ਕੇ ਸਵਾਹ ਕਰੋ। ਉਹਦੀ ਸ਼ਰਾਬ ਕੱਢ ਕੇ ਤੇ ਮੁੜ ਕੇ ਸ਼ਰਾਬ ਜਿਹੜੀ ਅੰਮ੍ਰਿਤ ਬਣ ਜਾਣਾ। ਉਹ ਕਹਿੰਦੇ ਨਾ ਕਿ ਜੋ ਅੰਮ੍ਰਿਤ ਹੈ, ਜੋ ਜ਼ਹਿਰ ਹੈ ਉਹੀ ਅੰਮ੍ਰਿਤ ਹੈ। ਇੱਕ ਸ਼ੇਰ ਹੁੰਦਾ ਵਾ, ਕਬੀਰ ਜੀ ਉਹਨੇ ਉਹ ਜਿਹੜਾ ਹੈਗਾ ਐਕਚੁਅਲੀ ਕੀ ਆ ਕਿ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਦੇ ਅੰਦਰ ਹੀ ਇਹਨਾਂ ਨੇ ਹੀ ਅੰਮ੍ਰਿਤ ਨੂੰ ਫੜਿਆ ਹੋਇਆ ਆ। ਇਹੀ ਚਾਰੋਂ ਘੇਰਿਆ ਹੋਇਆ ਇਹਨਾਂ ਨੇ। ਇਹਨਾਂ ਨੂੰ ਹਟਾਉਣਾ ਹੈ, ਜ਼ਹਿਰ ਨੂੰ ਹਟਾ ਲਓ ਤੇ ਅੰਮ੍ਰਿਤ ਮਿਲ ਜੂਗਾ। ਹੋਰ ਅੰਮ੍ਰਿਤ ਗਾਂ ਲੱਭਣ ਥੋੜ੍ਹਾ ਨਾ ਜਾਣਾ। ਹਾਂ ਨਿੱਜਰ ਸਾਹਿਬ, ਜਿਹੜਾ ਅੰਮ੍ਰਿਤ ਹੈ ਨਾ, ਦੇਖੋ ਜਿਹੜਾ ਔਗਣ ਹੈ ਨਾ, ਔਗਣ ਨੇ ਅੰਮ੍ਰਿਤ ਦਾ ਰੂਪ ਹੀ ਧਾਰ ਲੈਣਾ ਵਾ। ਗੁਣ ਅੰਮ੍ਰਿਤ ਦਾ ਰੂਪ ਧਾਰਨ ਕਰ ਲੈਣਾ। ਜਿੱਦਾਂ ਵੇਖੋ, ਆਪਾਂ ਹੁਣ ਘਰੇ ਗੋਹਾ ਪਿਆ ਤੇ ਬਦਬੂ ਆਉਂਦੀ ਨਾ, ਤੇ ਉਹਨੂੰ ਗੋਹੇ ਨੂੰ ਜਿੱਦਾਂ ਆਪਾਂ ਫਸਲ ਚ ਪਾ ਦਿੰਦੇ ਤੇ ਖਾਦ ਬਣ ਜਾਂਦਾ। એનર્ਜੀ ਆ, એનર્ਜੀ ਦਾ ਮਿਸਯੂਜ਼ ਹੀ ਆ। ਹੁਣ ਤੁਸੀਂ ਆਪਣੇ ਘਰਾਂ ਚ ਅੱਗ ਆ, ਬੱਤੀ ਆ, ਕਿੰਨਾ ਸੁੱਖ ਦੇਂਦੀ ਆ। ਬਿਲਕੁਲ। ਤੇ ਜਦੋਂ ਹੁਣ ਕਰਦੇ ਆ, ਅਸਲ ਦੇ ਵਿੱਚ ਕਰਦ ਜਿਹੜੀ ਆ ਸਾਡੀ ਸਬਜ਼ੀਆਂ ਜਾਂ ਫਰੂਟ ਕੱਟਣ ਦੇ ਕੰਮ ਆਉਂਦੀ ਹੈ, ਜਾਂ ਕੋਈ ਹੋਰ ਕੱਟ ਵੱਢ ਕਰਨੀ ਹੋਵੇ। ਪਰ ਤੁਸੀਂ ਉਹਦਾ ਨੁਕਸਾਨ, ਉਹਦੇ ਨਾਲ ਤੁਸੀਂ ਆਪਣਾ ਨੁਕਸਾਨ ਵੀ ਕਰ ਸਕਦੇ, ਕਿਸੇ ਦਾ ਵੀ ਨੁਕਸਾਨ ਕਰ ਸਕਦੇ। ਚੀਜ਼ ਤੇ ਉਹੀ ਆ। ਬਿਲਕੁਲ, ਪ੍ਰਾਣ ਸ਼ਕਤੀ ਨੂੰ ਭਾਵੇਂ ਆਪਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਚ ਵਰਤ ਲਈਏ, ਭਾਵੇਂ ਉਹਨੂੰ ਇਹ ਅੰਮ੍ਰਿਤ ਦੇ ਵਿੱਚ ਵਰਤ ਲਈਏ। ਹੁਣ ਅੰਮ੍ਰਿਤ ਦਾ ਮਤਲਬ ਕੀ ਹੈ? ਜੀਵਨ ਨੂੰ ਸਹੀ ਦਿਸ਼ਾ ਦੇ ਵੱਲ ਲੈ ਕੇ ਜਾਣਾ। ਜ਼ਹਿਰ ਕੀ ਆ? ਤੁਸੀਂ ਕ੍ਰੋਧ ਚੜ ਜਾਏ ਤੇ ਬਸ ਉਹਨੂੰ ਕ੍ਰੋਧ ਕਰੀ ਜਾਓ। ਕਾਮ ਦਾ ਬੁਖਾਰ ਚੜਿਆ ਤੇ ਕਾਮ ਕਰੀ ਜਾਓ। ਲੋਭ ਦਾ ਬੁਖਾਰ ਚੜਿਆ ਤੇ ਲੋਭ ਕਰੀ ਜਾਓ। ਮੋਹ ਦਾ ਆਇਆ ਤੇ ਮੋਹ, ਹੰਕਾਰ ਆਇਆ ਤੇ ਹੰਕਾਰ, ਰਾਗ, ਦਵੈਸ਼, ਈਰਖਾ, ਨਿੰਦਿਆ, ਜੋ ਮਰਜ਼ੀ ਕਰੀ ਜਾਓ। ਇਹ ਮਤਲਬ ਸ਼ਕਤੀ ਆ ਤੁਹਾਡੀ। ਉਹਨੂੰ ਜਿੱਧਰ ਮਰਜ਼ੀ ਆਪਾਂ ਲਈ ਫਿਰੀਏ, ਕੁਦਰਤ ਥੋੜੀ ਸਾਨੂੰ ਰੋਕਣ ਦੀ ਹੈ। ਆਪ ਇੱਕ ਚੀਜ਼ ਨੂੰ ਦੇਖੋ, ਜਿਹੜੀ ਸ਼ਕਤੀ ਸਾਡੇ ਅੰਦਰ ਆ, ਉਹ ਤੇ ਨੈਚੁਰਲੀ ਇੱਕ એનર્ਜੀ ਹੈ, ਸ਼ੁੱਧ એનર્ਜੀ ਹੈ। ਹੁਣ ਤੁਸੀਂ ਅੱਜ ਸਾਰਾ ਦਿਨ ਜੋ ਕੀਤਾ ਹੈ, ਕਿਤੇ ਬਹੁਤ ਹੱਦ ਤੱਕ ਤੁਸੀਂ ਜਿੱਦਾਂ ਦਾ ਸੋਚਿਆ ਉਦਾਂ ਦਾ ਹੀ ਹੋਇਆ ਵਾ। ਵੱਖਰਾ ਤੇ ਹੋਇਆ ਨਹੀਂ। ਤੁਸੀਂ ਜੋ ਸੋਚਿਆ ਹੋਊਗਾ, ਅੱਜ ਮੈਂ ਆਹ ਸਬਜ਼ੀ ਬਣਾਉਣੀ ਆ, ਅੱਜ ਮੈਂ ਏਦਾਂ ਖਾਣਾ ਵਾ, ਇਸ ਟਾਈਮ ਤੇ ਸੌਣਾ ਵਾ, ਕਾਫੀ ਹੱਦ ਤੱਕ ਥੋੜਾ ਬਹੁਤ ਮਾਈਨਸ ਪਲੱਸ ਹੋਇਆ ਹੋਊਗਾ। ਪਰ ਜੋ ਤੁਸੀਂ ਸੋਚਿਆ ਤੁਸੀਂ ਕੀਤਾ ਉਹੀ ਆ ਜਿਹੜਾ ਤੁਹਾਡੀ ਲਿਸਟ ਦੇ ਵਿੱਚ ਸੀ। ਇਹ ਚੀਜ਼ ਨੂੰ ਆਪਾਂ ਸਮਝੀਏ, ਠੀਕ ਹੈ ਜੀ। ਪਰ ਉਹ ਕਹਿੰਦੇ ਨੇ ਕਿ ਜਿਹੜਾ ਸੈਂਪਲ ਮੈਨੂੰ ਦੇ ਦਿੰਦਾ ਤੇ ਮੈਂ ਉਹਦਾ ਆਪਣਾ ਮਨ ਤੇ ਤਨ ਜਿਹੜਾ ਹੈ ਨਾ, ਕਹਿਣ ਤੋਂ ਭਾਵ ਆ ਉਸ ਇਨਸਾਨ ਦੇ ਲਈ ਮੈਂ ਆਪਣਾ ਜੀਵਨ ਦਾ ਜਿਹੜਾ ਸਭ ਤੋਂ ਇੰਪੋਰਟੈਂਟ ਚੀਜ਼ ਹੈ ਨਾ, ਮਨ ਤੇ ਤਨ, ਮੈਂ ਕੀ ਕਹੂੰਗਾ ਕਿ ਉਹਨਾਂ ਨੂੰ ਕਹੂੰਗਾ ਕਿ ਮੈਨੂੰ ਗਿਆਨ ਦਵੋ, ਔਰ ਇਹ ਜਿਹੜੀ ਚੀਜ਼ ਹੈ ਮੈਂ ਕਿੱਦਾਂ ਪੱਕੀ ਪ੍ਰਾਪਤ ਕਰਨੀ ਆ, ਮੇਰਾ ਮਾਰਗਦਰਸ਼ਨ ਕਰੋ। ਮਤਲਬ ਇੰਨਾ ਹੈ। ਇਹਦਾ ਮਤਲਬ ਉੱਥੇ ਨਹੀਂ ਕਿ ਜਾ ਕੇ ਉੱਥੇ ਬਹਿ ਜਾਓ ਤੇ ਝਾੜੂ ਮਾਰੀ ਜਾਓ ਤੇ ਜ਼ਿੰਦਗੀ ਉੱਥੇ ਕੱਢ ਦਓ। ਨਿੱਜਰ ਸਾਹਿਬ, ਬਿਲਕੁਲ। ਪਰ ਲੋਕੀ ਤਾਂ ਕਰਦੇ ਆ, ਸੈਂਪਲ ਵੀ ਨਹੀਂ ਮਿਲਿਆ ਤਾਂ ਓਦਾਂ ਬੈਠੇ ਰਹਿੰਦੇ ਧਾਰਮਿਕ ਸਥਾਨਾਂ ਤੇ ਜਾ ਕੇ, ਜਾਂ ਲੋਕਾਂ ਦੇ ਕੋਲ ਜਾ ਕੇ ਬਾਬਾ ਜੀ ਪਤਾ ਨਹੀਂ ਕੀ ਦੇਣਗੇ। ਇਹ ਕਈਆਂ ਲੋਕਾਂ ਦੇ 20-20 ਸਾਲ ਬਰਬਾਦ ਹੋ ਗਏ। ਬਿਲਕੁਲ ਸਹੀ ਗੱਲ ਆ। ਕਹਿੰਦੇ ਗੜਵੇ ਹੀ ਮਜਾਏ ਜਾਂਦੇ ਆ ਬਸ। ਆਹ ਤੇ ਇੱਥੇ ਆਪਣੇ ਵੀ ਗਰੁੱਪ ਚ ਮੁੰਡਾ ਹੈਗਾ ਸੀ, ਗੋਲਡੀ। ਉਹ ਕਹਿੰਦਾ ਮੇਰੇ ਤੋਂ ਪਤਾ ਨੀ ਕਿੰਨੇ ਸਾਲ ਤੋਂ ਨਾ ਲਿੱਦੀ ਚੁਕਾਈ, ਘੋੜਿਆਂ ਦੀ ਲਿੱਦ, ਤੇ ਬਾਅਦ ਦੇ ਵਿੱਚ ਫਿਰ ਦਿੱਤਾ ਹੀ ਕੁਛ ਨਹੀਂ, ਕਿਉਂਕਿ ਹੈਗਾ ਹੀ ਨਹੀਂ। ਬਿਲਕੁਲ। ਕਿੱਥੋਂ ਦਿੰਦੇ? ਦੇਣ ਦੇ ਲਈ ਬੈਂਕ ਚ ਪੈਸੇ ਚਾਹੀਦੇ ਆ, ਫ੍ਰੀ ਚ ਕਿੱਥੋਂ ਦੇ ਦੋਗੇ ਤੁਸੀਂ? ਬਿਲਕੁਲ। ਖਾਲੀ ਮੇਰਾ 0 ਬੈਲੈਂਸ ਹੈ, ਮੈਨੂੰ ਤੁਸੀਂ ਕਹੋ ਕਿ ਚਰਜੀ 500 ਦੇ ਦੇ, ਮੈਂ ਕਿੱਥੋਂ ਦੇ ਦੂੰ? ਮੇਰੇ ਕੋਲ ਤਾਂ ਆਪਣੇ ਕੋਈ ਖਾਤੇ ਚ ਨਹੀਂ ਹੈਗਾ। ਤੇ ਕੋਈ ਨਾ ਕੋਈ ਦੇ। ਵੈਸੇ ਵੀ ਵੇਖੋ, ਜਾਗ ਤੋਂ ਬਿਨਾਂ ਦੁੱਧ ਨਹੀਂ ਜੋ ਜੰਮਦਾ।
ਕਹਿੰਦੇ ਜਾਗ ਬਿਨਾਂ ਦੁੱਧ ਨਹੀਂ ਜੰਮਦੇ, ਭਾਵੇਂ ਲਾਲ ਹੋਣ ਕੜ ਕੜ ਕੇ। ਜਿੱਦਾਂ ਜਾਗ ਨਹੀਂ ਹੋਏ ਤੇ ਮੰਗਣੀ ਪੈਂਦੀ ਕਿਸੇ ਕੋ ਨਿੱਜੇ ਸਾਹਿਬ। ਬਿਲਕੁਲ ਕਬੀਰ ਜੀ ਉਹ ਕਹਿੰਦੇ ਆ ਕਿ ਜਾਗ ਥੋੜੀ ਬਹੁਤੀ ਮਿਲਦੀ ਤੇ ਲੈ ਲਓ, ਆਪਣਾ ਦੁੱਧ ਜਮਾਓ। ਤੇ ਦੁੱਧ ਜੰਮ ਗਿਆ ਤੇ ਉਸ ਤੋਂ ਬਾਅਦ ਫਿਰ ਕੀ ਹੋਊਗਾ? ਤੁਹਾਨੂੰ ਦੇਖਦਾ ਪਿਆ ਦਹੀਂ ਜੰਮ ਗਿਆ। ਦਹੀਂ ਜੰਮ ਗਿਆ ਮਤਲਬ ਕਿ ਤੁਹਾਡੇ ਜੀਵਨ ਦੇ ਵਿੱਚੋਂ ਔਗਣ ਜਾਣੇ ਸ਼ੁਰੂ ਹੋ ਜਾਣਗੇ। ਤੇ ਜੇਕਰ ਔਗਣ ਨਹੀਂ ਜਾ ਰਹੇ ਤੇ ਮਤਲਬ ਕਿ ਇਹ ਦੁੱਧ ਨਹੀਂ ਜੰਮਿਆ, ਇਹ ਦੁੱਧ ਹੀ ਆ, ਇਹ ਦਹੀਂ ਨਹੀਂ ਬਣਿਆ। ਜੇ ਦਹੀਂ ਬਣਿਆ ਹੁੰਦਾ ਤਾਂ ਤੁਹਾਨੂੰ ਪਤਾ ਲੱਗ ਜਾਣਾ। ਠੀਕ ਹੈ ਨਿੱਜਾ ਸਾਹਿਬ, ਅਗਲੀ ਤੁਕ ਬੋਲੋ। ਪਵਨ ਚਤੁਰਦਸ ਰਹਾਓ, ਪਵਨ ਚਤੁਰਦਸ ਪਾਠੀ ਕੀਨੀ, ਬ੍ਰਹਮ ਅਗਨ ਤਨ ਜਾਰੀ ਰੇ। ਕਹਿੰਦੇ ਜਿਹੜਾ ਚਤੁਰ ਤੇ 10, 10 ਤੇ 4 14, 14 ਜਿਹੜੇ ਹੈਗੇ ਇਹ 14 ਲੋਕ ਕਹਿੰਦੇ ਆ ਵੀ ਇਹ 14 ਭਵਨਾਂ ਦੀ ਇਹ ਸ੍ਰਿਸ਼ਟੀ ਹੈਗੀ, ਇਹ ਦੁਨੀਆ ਹੈਗੀ, ਸੰਸਾਰ ਹੈਗਾ, ਮਾਇਆ ਹੈ। ਇਹਦੇ ਵਿੱਚ ਜਿਹੜੇ ਹੈਗੇ ਮਾਇਆ ਸੰਸਾਰ ਇਹ 14 ਭਵਨਾਂ ਦਾ ਹੈਗਾ। ਕਹਿੰਦੇ ਇਹਨੂੰ ਮੈਂ ਭੱਠੀ ਬਣਾ ਲਿਆ ਭਾਈ। ਪਵਨ ਚਤੁਰਦਸ ਪਾਠੀ ਕੀਨੀ, ਇਹਨੂੰ ਭੱਠੀ ਬਣਾਇਆ। ਹੁਣ ਬਈ ਸ਼ਰਾਬ ਬਣਾਉਣੀ ਆ ਤੇ ਉਹਦੇ ਲਈ ਅੱਗ ਵੀ ਬਾਲਣੀ ਪੈਣੀ ਆ। ਕਹਿੰਦੇ ਆਪਣਾ 14 ਪਵਨ ਚਤੁਰਦਸ ਪਾਠੀ ਕੀਨੀ। ਇਹ ਜਿਹੜਾ ਹੈਗਾ ਇਹ ਸੰਸਾਰ ਨੂੰ, ਦੁਨੀਆ ਨੂੰ, ਇਹਨੂੰ ਭੱਠੀ ਕਿਵੇਂ ਬਣਾ ਲਿਆ ਭਾਈ? ਸੰਸਾਰ ਦੁਨੀਆ ਦੇ ਵਿੱਚ ਆਕਾਰ ਜਿਹੜਾ ਮੈਟਰ ਹੈਗਾ ਇਹਦੇ ਨਾਲ ਹੀ ਆਪਣੀ ਖਿੱਚਿਆ, ਇਹਦੇ ਨਾਲ ਹੀ ਵਿਚਾਰ ਚੱਲ ਰਹੇ ਆਪਣੇ, ਇਹਦੇ ਹੀ ਤਾਂ ਵਿਚਾਰ ਆ ਰਹੇ। ਕਹਿੰਦੇ ਬਸ ਮੈਂ ਇਹਨੂੰ ਭੱਠੀ ਬਣਾ ਲਿਆ। ਕਹਿੰਦੇ ਇਹ ਵਿਚਾਰ, ਸੰਸਾਰ ਦੇ ਵਿਚਾਰ ਜਿਹੜੇ ਇੱਧਰੋਂ ਸੰਕੋਚਿਆ ਆਪਣੀ ਪ੍ਰਾਣ ਸ਼ਕਤੀ ਨੂੰ, ਬ੍ਰਹਮ ਅਗਨ ਤਨ ਜਾਰੀ ਰੇ। ਥੱਲਿਓਂ ਜਿਹੜੀ ਹੈਗੀ ਪ੍ਰਾਣ ਸ਼ਕਤੀ ਜਿਹੜੀ ਹੈਗੀ ਇਹ 9 ਦਰਵਾਜ਼ਿਆਂ ਤੋਂ ਜਾ ਰਹੀ ਸੀਗੀ। ਜਦ ਮੈਂ ਇਹ ਜਿਹੜਾ ਹੈਗਾ ਇਹਨੂੰ ਰੋਕਿਆ, ਇਹਨੂੰ ਜਾਣੋ ਸੰਸਾਰ ਦੇ ਵਿੱਚ, ਵਿਚਾਰਾਂ ਦੇ ਵਿੱਚ, ਤੇ ਇਹ ਜਿਹੜੀ ਹੈਗੀ ਬ੍ਰਹਮ ਅਗਨ ਮੇਰੇ ਅੰਦਰ ਪੈਦਾ ਹੋ ਗਈ। ਬ੍ਰਹਮ ਅਗਨ ਤਨ ਜਾਰੀ ਰੇ। ਇਹਨੇ ਬਣਾ ਦੇਣੇ ਆ ਉਹ ਅੰਮ੍ਰਿਤ। ਇਸੇ ਪ੍ਰਾਣ ਸ਼ਕਤੀ ਨੇ ਬ੍ਰਹਮ ਅਗਨ ਪੈਦਾ ਕਰਨੀ ਹੈ, ਉਹਨੇ ਅੰਮ੍ਰਿਤ ਪੈਦਾ ਕਰ ਦੇਣਾ। ਪਵਨ ਚਤੁਰਦਸ ਪਾਠੀ ਕੀਨੀ। ਜਦ ਮੈਂ ਭੱਠੀ ਜਿਹੜੀ ਹੈਗੀ ਆ ਉਹ ਸਾਰੇ ਵਿਚਾਰ ਸੰਕੋਚ ਤੇ ਸੰਸਾਰ ਦੇ ਪਦਾਰਥਾਂ ਦੇ ਮੈਟਰ ਦੇ, ਬ੍ਰਹਮ ਅਗਨ ਤਨ ਜਾਰੀ ਰੇ। ਮੇਰੇ ਅੰਦਰ ਬ੍ਰਹਮ ਅਗਨੀ ਜਲ ਗਈ। ਮੁੰਦਰਾ ਮਦਕ ਸਹਿਜ ਧੁਨ ਲਾਗੀ। ਫਿਰ ਮੈਂ ਹੁਣ ਕੀ ਕੀਤਾ? ਹੁਣ ਇਹ ਮੇਰੇ ਭਾਂਡੇ ਸਰੀਰ ਦੇ ਅੰਦਰ ਹੀ ਜਿਹੜਾ ਹੈਗਾ ਇਹ ਜਿਹੜੀ ਹੈਗੀ ਹੁਣ ਉਹਦੇ 'ਚ ਸਾਰਾ ਸ਼ਬਦ ਅਭਿਆਸ ਕਰ ਰਿਹਾ ਹੈ, ਲਾਹਨ ਪਾਇਆ, ਸਾਰਾ ਕੁਛ ਪਾਇਆ ਹੈ, ਗੁਰ ਕਾ ਸ਼ਬਦ ਗੁੜ ਕੀਨ ਰੇ। ਕਹਿੰਦੇ ਉਹਦੇ ਵਿੱਚ ਜਿਹੜਾ ਹੈਗਾ ਹੁਣ ਜਦ ਬ੍ਰਹਮ ਅਗਨ ਪੈਦਾ ਹੋ ਗਈ, ਹੁਣ ਉਹਨੂੰ ਉੱਪਰੋਂ ਨੱਪਣਾ ਹੈਗਾ ਪਾਏ, ਕਿਤੇ ਮੇਰੇ ਇੱਧਰ ਉੱਧਰ ਦੇ ਵਿਚਾਰ ਨਾ ਆ ਜਾਣ। ਮੈਨੂੰ ਜਿਹੜਾ ਹੈਗਾ ਫਿਰ ਵਾਪਸ ਜਿਹੜਾ ਹੈ ਨਾ ਮੈਂ ਇੱਥੋਂ ਪਰੇ ਹੋ ਜਾਵਾਂ। ਕਿਉਂਕਿ ਜਿੰਨੀ ਦੇਰ ਮਰਜ਼ੀ ਜਦ ਤੱਕ ਤਾਂ ਆਪਾਂ ਕੋਈ ਭਾਂਡਾ ਜਿਹੜਾ ਹੈਗਾ ਚੁੱਲ੍ਹੇ ਦੇ ਉੱਤੇ ਰੱਖਿਆ ਹੋਇਆ, ਜੇ ਚੁੱਲ੍ਹੇ 'ਤੇ ਰੱਖਤਾ ਪਾਣੀ, ਬਈ ਇਹ ਤਾਂ ਉਬਲਦਾ ਹੀ ਨਹੀਂ ਆ। ਮਿੰਟ ਕੁ ਮਗਰੋਂ ਉਹਨੂੰ ਖੋਲ ਕੇ ਦੇਖੀ ਜਾ ਰਿਹਾ ਢੱਕਣ ਨੂੰ, ਤੇ ਜਿਹੜਾ ਹੈਗਾ ਉਹਨੂੰ ਲਾ ਲੈਂਦਾ ਹੈ। ਫਿਰ ਜਿਹੜਾ ਅੱਗ ਬਾਲ ਦਿੰਦਾ, ਫਿਰ ਲਾ ਲੈਂਦਾ। ਫਿਰ ਉਹਨੇ ਤਾਂ ਕਦੀ ਵੀ ਭਾਫ ਨਹੀਂ ਬਣਨਾ ਪਾਈ। ਮੁੰਦਰਾ ਮਦਕ ਸਹਿਜ ਧੁਨ ਲਾਗੀ। ਕਹਿੰਦੇ ਸਹਿਜ ਧੁਨ ਮੇਰੇ ਅੰਦਰ ਧਿਆਨ ਲੱਗ ਗਿਆ। ਮੇਰੇ ਅੰਦਰ ਜਿਹੜਾ ਹੈਗਾ ਮੇਰੀ ਖਿੱਚ ਬਣ ਗਈ। ਕਹਿੰਦੇ ਇਹ ਮੁੰਦਰਾ ਹੈਗੀ, ਕਹਿੰਦੇ ਇਹ ਮਦਕ, ਕਹਿੰਦੇ ਮੁੰਦਰਾ ਨੂੰ ਮੈਂ ਢੱਕਣ ਲਾ ਦਿੱਤਾ ਉਹਦੇ ਉੱਤੇ। ਮੁੰਦਰਾ ਮਦਕ ਸਹਿਜ ਧੁਨ ਲਾਗੇ। ਸਹਿਜ ਧੁਨ ਮੇਰਾ ਪ੍ਰੇਮ ਜਿਹੜਾ ਹੈਗਾ ਉਸ ਜੋ ਧਿਆਨ ਸਿਮਰਨ ਕਰ ਰਿਹਾ, ਮੇਰੀ ਉਹਦੇ ਵਿੱਚ ਰੁਚੀ ਹੋ ਗਈ। ਮੇਰਾ ਉਹਦੇ ਵਿੱਚ ਜਿਹੜਾ ਹੈਗਾ ਮੇਰੀ ਲਗਨ ਲੱਗ ਗਈ ਉਹਦੇ ਨਾਲ। ਤੇ ਕਹਿੰਦੇ ਇਹ ਢੱਕਣ ਹੈ, ਮੇਰੇ ਵਿਚਾਰ ਬੰਦ ਹੋਣ ਲੱਗ ਪਏ। ਮੈਨੂੰ ਹੁਣ ਜ਼ਿਆਦਾ ਉਹਦੀ ਲੋੜ ਨਹੀਂ ਪੈਂਦੀ। ਸੁਖਮਨ ਪੋਚਨ ਹਾਰੀ ਰੇ। ਸੁਖਮਨ ਜਿਹੜੀ ਹੈ, ਸੁਖਮਨਾ ਤੋਂ ਫਿਰ ਸੁਖਮਨਾ ਨੇ ਐਕਟੀਵੇਟ ਹੋ ਜਾਣਾ ਹੈ। ਸੁਖਮਨ ਜਿਹੜੀ ਹੈ, ਸੁਖਮਨਾ ਤੋਂ ਅੰਮ੍ਰਿਤ ਪੈਦਾ ਹੋਣਾ ਹੈ। ਉੱਥੇ ਜਿਹੜਾ ਹੈਗਾ ਸੁਖਮਨ ਨੂੰ ਉਹ ਨਾਲ ਜਿੱਥੋਂ ਭਾਫ ਆਉਂਦੀ ਆ, ਜ਼ਿਆਦਾ ਭਾਫ ਬਣ ਲੱਗ ਪਈ। ਤੇ ਫਿਰ ਉਹਦੇ ਕੱਪੜਾ ਲੈ ਕੇ ਉਹਦੇ ਉੱਤੇ ਜਿਹੜਾ ਹੈਗਾ ਠੰਡਾ ਕੱਪੜਾ ਲੈ ਕੇ ਉਹਨੂੰ ਉਹਦੇ ਪੋਚਾ ਮਾਰਦੇ ਆ, ਤਾਂ ਕਿ ਜਿਹੜਾ ਹੈਗਾ ਉਹ ਭਾਫ ਬਣੀ ਆ, ਉਹ ਫਿਰ ਜਿਹੜਾ ਹੈਗਾ ਉਹ ਸ਼ਰਾਬ ਜਿਹੜੀ ਹੈਗੀ ਬੂੰਦਾਂ ਬਣ ਜਾਣ ਉਹਦੀਆਂ। ਕਹਿੰਦੇ ਉਹ ਮੈਂ ਜਿਹੜਾ ਹੈਗਾ ਸੁਖਮਨਾ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਪੋਚਾ ਜਿਹੜਾ ਸਹਿਜ ਧੁਨ ਆ ਰਹੀ ਹੈ, ਤੇ ਸੁਖਮਨਾ ਦੇ ਵਿੱਚੋਂ ਜਿਹੜੀ ਹੈਗੀ ਉਹ ਅੰਮ੍ਰਿਤ ਦੀਆਂ ਬੂੰਦਾਂ ਬਣ ਰਹੀਆਂ ਆ, ਪੈਦਾ ਹੋ ਰਹੀਆਂ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਉੱਪਰ ਦੇਖੋ ਤੁਕਾਂ ਦੇ ਵਿੱਚ ਇੱਕ ਕਹਿੰਦੇ ਤੁਕ ਬੋਲੋ ਨਿੱਜਾ ਸਾਹਿਬ। ਪਵਨ ਚਤੁਰਦਸ ਪਾਠੀ ਕੀਨੀ। ਮੈਂ ਭੱਠੀ ਜਿਹੜੀ ਹੈ ਸੰਸਾਰ ਦੇ ਵਿੱਚ, ਇਹ 14 ਭਵਨਾਂ ਦਾ ਸੰਸਾਰ ਆ, ਇਹਦੇ ਵਿੱਚ ਜਿਹੜੇ ਮੇਰੇ ਵਿਚਾਰ ਸੀਗੇ ਸਾਰੇ ਉਹਨਾਂ ਨੂੰ ਮੈਂ ਭੱਠੀ ਬਣਾ ਲਿਆ। ਆਪਣੀ ਜਿਹੜੇ ਹੈਗੇ ਵਿਚਾਰ ਜਿਹੜੇ ਹੈਗੇ
ਬੰਦ ਕਰਨੇ ਸ਼ੁਰੂ ਕੀਤੇ। ਵਿਚਾਰਾਂ ਦੇ ਉੱਤੇ ਧਿਆਨ ਦੇਣਾ ਸ਼ੁਰੂ ਕਰਤਾ, ਧਿਆਨ ਲਾਉਣਾ ਸ਼ੁਰੂ ਕਰਤਾ। ਬ੍ਰਹਮ ਅਗਨ ਤਨੇ ਜਾਰੀ ਰਹੇ। ਮੇਰੇ ਅੰਦਰ ਹੀ ਜਿਹੜੀ ਹੈ ਬ੍ਰਹਮ ਅਗਨੀ ਪੈਦਾ ਹੋ ਗਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਇਹ ਸਾਧ ਸੰਗਤ ਜਦੋਂ ਤੁਹਾਡੇ ਅੰਦਰ ਬ੍ਰਹਮ ਅਗਨ ਪ੍ਰਗਟ ਹੋ ਗਈ ਤੇ ਮੂਲਾਧਾਰ ਚੱਕਰ ਤੋਂ ਪ੍ਰਗਟ ਹੋਣੀ। ਹਾਂ, ਜਦ ਆਪਾਂ ਨੇ ਟੂਟੀਆਂ ਥੱਲੇ ਦੀਆਂ ਬੰਦ ਕੀਤੀਆਂ, ਉਹਨਾਂ ਤੇ ਧਿਆਨ ਦਿੱਤਾ ਤੇ ਬ੍ਰਹਮ ਅਗਨ ਪੈਦਾ ਹੋ ਜਾਣੀ। ਆਹੋ, ਤੇ ਇਹਦੇ ਲਈ ਨਿੱਜਰ ਸਾਹਿਬ ਇੱਕੋ ਕੰਮ ਕਰਨ ਦੀ ਲੋੜ ਹੈ। ਸ਼ਬਦ ਰੂਪੀ ਗੁੜ ਤੁਹਾਡੇ ਸਰੀਰ ਚ ਜਦੋਂ ਪਾਤਾ, ਫਿਰ ਇਹ ਸ਼ਬਦ ਦਾ ਹੀ ਕੰਮ ਹੈ ਸਾਰਾ। ਸ਼ਬਦ ਦੇਖੋ, ਸ਼ਬਦ ਦੇ ਨਾਲ ਹੀ ਸਾਰਾ ਕੁਝ ਹੋ ਰਿਹਾ। ਜੇ ਪ੍ਰਮਾਤਮਾ ਦਾ ਸ਼ਬਦ ਤੁਸੀਂ ਅੰਦਰ ਪਾਤਾ ਨਾ, ਤੇ ਆਟੋਮੈਟਿਕਲੀ ਭੱਠੀ ਦੇ ਵਿੱਚ ਜਿਹੜਾ ਦੇਖੋ ਜੋ ਵੀ ਆਪਾਂ ਮਾਲ ਪਾਤਾ ਉਹਨੂੰ ਬ੍ਰਹਮ ਅਗਨ ਨੇ ਨਸ਼ਟ ਕਰ ਦੇਣਾ। ਹੁਣ ਤੁਸੀਂ ਵੇਖਿਆ ਨੀ, ਆਮ ਜਿਹੜੇ ਮੁਰਦੇ ਨੂੰ ਆਪਾਂ ਸਾੜਨ ਜਾਂਦੇ ਆ, ਤੇ ਮੁਰਦੇ ਦੇ ਸਰੀਰ ਨੂੰ ਕਿੱਥੋਂ ਅੱਗ ਲੱਗਣੀ ਆ? ਪਰ ਲੱਕੜ ਸਾੜ ਦਿੰਦੀ ਨਾਲ ਥੋੜੀ ਲੱਕੜ ਪਾਈ ਜਾਈਦੀ ਆ, ਉਹ ਜਿਹੜਾ ਮੀਟ ਵੀ ਉਹ ਵੀ ਸੜਦਾ ਜਾਂਦਾ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ, ਇਹ ਬ੍ਰਹਮ ਅਗਨੀ ਨਹੀਂ ਆਪਣੇ ਅਵਗੁਣ ਸਾੜਨੇ ਆ। ਬਿਲਕੁਲ ਸਹੀ ਗੱਲ ਹੈ। ਹਾਂ, ਤੁਹਾਨੂੰ ਪਹਿਲਾਂ ਵੀ ਸਮਝਾਇਆ ਕਈ ਵਾਰੀ, ਅਕਸਰ ਕਥਾ ਦੇ ਵਿੱਚ, ਪਿਛਲੀਆਂ ਕਥਾ ਸੁਣੋ। ਇਹ ਜਦੋਂ ਬ੍ਰਹਮ ਅਗਨ ਪ੍ਰਗਟ ਹੋ ਗਈ, ਅਵਗੁਣ ਆਓਗੇ ਤੇ ਸਾੜਨੇ ਕਿੱਦਾਂ ਵਾ? ਤੇ ਰਾਬ 1 ਮਿੰਟ ਚ ਨਹੀਂ ਨਿਕਲ ਜਾਂਦੀ, ਉਹਨੂੰ ਕੱਢਣ ਜਾਓਗੇ ਟਾਈਮ ਲੱਗਦਾ। ਉਸੇ ਤਰ੍ਹਾਂ ਇਹ ਜੀਵਨ ਰੂਪੀ ਜਿਹੜੀ ਭੱਠੀ ਆ, ਤੁਹਾਡਾ ਸਰੀਰ ਰੂਪੀ ਭੱਠੀ ਆ, ਇਹਦੇ ਵਿੱਚ ਹੌਲੀ ਹੌਲੀ ਸ਼ਰਾਬ ਬਣੀ ਜਾਣੀ ਆ। ਔਰ ਜਿਵੇਂ ਜਿਵੇਂ ਸ਼ਰਾਬ ਇਕੱਠੀ ਹੁੰਦੀ ਗਈ, ਤੁਹਾਡਾ ਆਨੰਦ ਵੱਧਦਾ ਜਾਣਾ। ਆੜੀ ਸਹਿਜ ਧੁਨ ਕਹੀ, ਇਹ ਤੁਹਾਡੇ ਅੰਦਰ ਦੀ ਅਵਸਥਾ ਹੈ। ਕਬੀਰ ਜੀ ਚੌਥੇ ਪਦ ਦੀ ਬਾਣੀ ਹੈ ਸਰ। ਭਵਨ ਆਪ ਲਿਖਿਆ, ਮੁੰਦਰਾ ਮਦਕ ਸਹਿਜ ਧੁਨ ਲਾਗੀ, ਸੁਖਮਨ ਪੋਚਨ ਹਾਰੀ ਰੇ। ਪੋਚਨਾ ਲਾ ਦੂਗੀ ਉਹ। ਉਹਨੇ ਮਤਲਬ ਉਹ ਠੰਡਾ ਕਰੀ ਜਾਣਾ ਤੁਹਾਡੇ ਅੰਦਰ ਜੋ ਮਾਲ ਮੱਤਾ ਹੈਗਾ। ਦੇਖੋ, ਈੜਾ ਤੇ ਪਿੰਗਲਾ ਤੁਹਾਨੂੰ ਪਹਿਲਾਂ ਵੀ ਸਮਝਾਇਆ ਵਾ ਕਿ ਈੜਾ ਦਾ ਕੰਮ ਹੈਗਾ ਠੰਡਾ ਤੇ ਪਿੰਗਲਾ ਦਾ ਸੁਭਾਅ ਹੈਗਾ ਗਰਮ। ਸੰਸਕਾਰ ਜਿਹੜੇ ਆ ਉਹ ਪਿੰਗਲਾ ਨੇ ਹੀ ਸਾੜਨੇ ਆ। ਜਿੱਦਾਂ ਆਪਾਂ ਘੋੜੇ ਨੂੰ ਨਾ 2 ਲਗਾਮਾਂ ਦੇ ਨਾਲ ਕੰਟਰੋਲ ਕਰਦੇ ਆ, ਇੱਕ ਸੱਜੇ ਬੰਨੇ ਖਿੱਚਦੇ ਆ, ਇੱਕ ਖੱਬੇ ਬੰਨੇ ਖਿੱਚਦੇ ਆ। ਸਾਡੇ ਮਨ ਦੀਆਂ ਲਗਾਮਾਂ ਹੈਗੀਆਂ ਈੜਾ ਤੇ ਪਿੰਗਲਾ। ਠੀਕ ਆ। ਕੰਟਰੋਲਰ ਹੈਗੀ ਸੁਖਮਨਾ। ਸੁਖਮਨਾ ਮਤਲਬ ਐਸੀ ਸ਼ਕਤੀ ਆ ਜਿਹੜੀ ਸਾਨੂੰ ਤੁਰੀ ਅਵਸਥਾ 'ਚ ਲੈ ਕੇ ਜਾਂਦੀ ਹੈ। ਸੁਖਮਨਾ ਹੀ ਇੱਕ ਐਸੀ ਸ਼ਕਤੀ ਹੈ ਜਿਹੜੀ ਤੁਹਾਨੂੰ ਸਮਾਧੀ ਦਿੰਦੀ ਹੈ, ਟੈਂਪਲ ਫ੍ਰੀ। ਪਰ ਉਸ ਤੋਂ ਬਾਅਦ ਇਹ ਜਿਹੜੀਆਂ ਨਾੜੀਆਂ ਪੈਦਾ ਹੁੰਦੀਆਂ ਨੇ, ਇਹ ਬ੍ਰਹਮ ਅਗਨ ਹੈ। ਬ੍ਰਹਮ ਅਗਨ ਜਦੋਂ ਪ੍ਰਗਟ ਹੋ ਗਈ, ਸਮਝ ਲਓ ਕਿ ਬਹੁਤ ਵੱਡਾ ਕੰਮ ਹੋ ਗਿਆ। ਬ੍ਰਹਮ ਅਗਨ ਪ੍ਰਗਟ ਹੋਣ ਦੀ ਕੀ ਨਿਸ਼ਾਨੀ ਆ? ਤੁਹਾਨੂੰ ਝਟਕੇ ਲੱਗਣੇ। ਤੇ ਜਦੋਂ ਝਟਕੇ ਲੱਗਣੇ ਸ਼ੁਰੂ ਹੋ ਗਏ, ਇਹਦਾ ਮਤਲਬ ਬ੍ਰਹਮ ਅਗਨ ਪ੍ਰਗਟ ਹੋ ਰਹੀ ਆ। ਜਿਹੜਾ ਸ਼ਬਦ ਆ, ਸ਼ਬਦ ਤੁਹਾਡੇ ਅੰਦਰ ਜਿਹੜਾ ਵਾ ਉਹ ਪ੍ਰਗਟ ਹੋਣ ਜਾ ਰਿਹਾ। ਜਦੋਂ ਸ਼ਬਦ ਪ੍ਰਗਟ ਹੋ ਗਿਆ, ਝਟਕੇ ਲੱਗਣੇ ਸ਼ੁਰੂ ਹੋ ਗਏ, ਫਿਰ ਇੱਕ ਛੋਟਾ ਜਿਹਾ ਵਿਸਫੋਟ ਹੋਊਗਾ, એનર્ਜੀ ਉੱਪਰ ਨੂੰ ਜਾ ਕੇ ਤੁਹਾਡੇ ਸਹਸਰਾ ਚੱਕਰ 'ਚ ਚੱਲ ਜਾਣ। ਕਿੱਦਾਂ ਪਤਾ ਲੱਗੂਗਾ ਕਿ ਤੁਹਾਡੇ ਅੰਦਰ ਸ਼ਬਦ ਪ੍ਰਗਟ ਹੋ ਗਿਆ? ਹੁਣ ਤੁਹਾਨੂੰ ਲੋਕਾਂ ਦੀਆਂ ਗੱਲਾਂ ਨਾ ਡਿਸਟਰਬ ਨਹੀਂ ਕਰਨਗੀਆਂ। ਪਹਿਲਾਂ ਬਹੁਤ ਡਿਸਟਰਬੈਂਸ ਹੁੰਦੀ ਸੀ, ਮਾੜੀ ਜੀ ਗੱਲ ਕਿਸੇ ਨੇ ਕਹਿਤੀ, ਸਾਰਾ ਦਿਨ ਉਹੀ ਕਚਰਾ ਘੁੰਮੀ ਜਾਣਾ। ਹੁਣ ਏਦਾਂ ਦੀ ਗੱਲਬਾਤ ਨਹੀਂ ਹੈ। ਹੁਣ ਸੁਖਮਨਾ ਪ੍ਰਗਟ ਹੈ। ਸੁਖਮਨਾ ਐਡੀ ਪਾਵਰਫੁਲ ਹੈ, ਚਿੱਤ ਦੇ ਵਿੱਚ ਕਿਸੇ ਚੀਜ਼ ਨੂੰ ਠਹਿਰਨ ਨਹੀਂ ਦਿੰਦੀ। ਜਦੋਂ ਦੇਖੋ ਤਵਾ ਹੁੰਦਾ ਨਾ, ਤਵੇ ਦੇ ਉੱਤੇ ਜੇ ਤੁਸੀਂ ਬੂੰਦ ਪਾਣੀ ਦੀ ਪਾਉਂਦੇ, ਤਵਾ ਠੰਡਾ, ਨਾਲ ਹੀ ਪਾਣੀ ਇਕੱਠਾ ਹੋ ਜਾਣਾ। ਪਰ ਸੁਖਮਨਾ ਕੀ ਕਰਦੀ ਆ? ਚਿੱਤ ਰੂਪੀ ਤਵੇ ਨੂੰ ਗਰਮ ਕਰ ਦਿੰਦੀ ਹੈ। ਉਹਦੇ ਵਿੱਚ ਜਿਹੜਾ ਵੀ ਪਾਣੀ ਦਾ ਕੋਈ ਕਣ ਡਿੱਗਿਆ, ਕੋਈ ਬੂੰਦ ਡਿੱਗੀ, ਉਹਨੇ ਉਹਨੂੰ ਭਾਫ ਬਣਾ ਕੇ ਡਾ ਦੇਣਾ। ਰਾਮਾਨੰਦ ਜੀ ਕਹਿੰਦੇ ਨਾ, ਮੇਰਾ ਚਿੱਤ ਨਾ ਚੱਲੇ, ਮਨ ਪਇਓ ਅਪੰਗ। ਉਹਦਾ ਮਨ ਉਹਨਾਂ ਚਿਰ ਅਪੰਗ ਨਹੀਂ ਹੋਣਾ ਜਿੰਨਾ ਚਿਰ ਤੱਕ ਚਿੱਤ ਜਿਹੜਾ ਉਹ ਬ੍ਰਹਮ ਅਗਨ ਦੇ ਨਾਲ ਜਿਹੜਾ ਵਾ ਉਹ ਇਸ਼ਨਾਨ ਨਹੀਂ ਕਰਦਾ। ਦੇਖੋ, ਚਿੱਤ ਦੇ ਅੰਦਰ ਬੀਜ ਨੇ, ਸੰਸਕਾਰਾਂ ਦੇ ਰੂਪ ਵਿੱਚ ਰਹਿੰਦੇ ਨੇ। ਫਿਰ ਤੁਸੀਂ ਨੋਟਿਸ ਨਹੀਂ ਕੀਤਾ, ਆਪਾਂ ਕੁਝ ਤੇ ਫਸਲਾਂ ਏਦਾਂ ਹੁੰਦੀਆਂ ਆਪਾਂ ਬੀਜੀ ਦੀਆਂ ਤੇ 5-6 ਮਹੀਨੇ 'ਚ ਖਤਮ ਕਹਾਣੀ, ਸਤਿ ਸ੍ਰੀ ਅਕਾਲ। ਪਰ ਕਈ ਜਿਹੜੇ ਏਦਾਂ ਦੇ ਹੋ ਗਏ ਨੇ ਫਸਲ, ਜਿੱਦਾਂ ਅੰਗੂਰਾਂ ਦੀ ਵੇਲ ਆ ਜਾਂ ਕੋਈ ਹੋਰ ਵੇਲ ਹੈ, ਜਾਂ ਕੋਈ ਰੁੱਖ ਆ, ਰੁੱਖ ਨੂੰ ਫਲ ਕਿੰਨੇ ਲੱਗਦੇ ਆ। ਹੁਣ ਕਈ ਤਰ੍ਹਾਂ ਦੇ ਜਿਹੜੇ ਤੁਸੀਂ ਕਰਮ ਕੀਤੇ, ਕਿੱਦਾਂ ਦਾ ਕਰਮ ਕੀਤਾ, ਤੁਹਾਨੂੰ ਕੀ ਪਤਾ ਮੈਂ ਕਿੱਦਾਂ ਦੇ ਕਰਮ ਕੀਤੇ। ਉਹ ਕਰਮ ਕੀ ਕਰਦੇ ਆ, ਉਹਨਾਂ ਨੂੰ ਫਲ ਲੱਗਦੇ ਆ, ਬੀਜ ਲੱਗਦੇ ਆ। ਔਰ ਬੀਜ ਤੁਹਾਨੂੰ ਪਤਾ, ਜਿਹੜੀ ਵੀ ਚੀਜ਼ ਬੀਜ ਆ ਉਹ ਤੇ ਪ੍ਰਗਟ ਹੋਊਗੀ। ਹੁਣ ਇਹ ਸੁਖਮਨਾ ਕੀ ਕਰਦੀ ਆ? ਬੀਜ ਨੂੰ ਨਸ਼ਟ ਕਰਦੇ, ਰੋਸਟ ਕਰ ਦਿੰਦੀ। ਜਿੱਦਾਂ ਛੋਲੇ ਨੂੰ ਨਹੀਂ ਭੁੰਨ ਦੇਈਦਾ, ਉਸ ਤੋਂ ਬਾਅਦ ਫਿਰ ਛੋਲੇ ਜਿਹੜੇ ਉਗਦੇ ਨਹੀਂ, ਰੋਸਟ ਕਰਤੇ। ਬੀਜ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਰੋਸਟ ਕੀਤਾ ਜਾ ਸਕਦਾ।
ਸੁਖਮਨਾ ਰੋਸਟ ਕਰ ਦਿੰਦੀ ਹੈ। ਜਦੋਂ ਰੋਸਟ ਕਰਤਾ ਤੇ ਅਗਲੇ ਬੰਨੇ ਵੇਖੋ ਸੁਖਮਨਾ ਉਹਨੇ ਕੀ ਕਰਨਾ ਵਾ, ਰੋਸਟ ਕਰਨ ਦਾ ਮਤਲਬ ਉਹਨੇ ਠੰਡੇ ਕਰ ਦੇਣੇ, ਸ਼ਾਂਤ ਕਰ ਦੇਣੇ। ਮਤਲਬ ਚੀਜ਼ਾਂ ਹੈਗੀਆਂ ਨੇ ਪਰ ਹੁਣ ਉਨੀਆਂ ਪਾਵਰਫੁਲ ਨਹੀਂ ਹੈ। ਜਦੋਂ ਰੋਸਟ ਕਰਤਾ ਭਾਵੇਂ ਜਿੱਥੇ ਮਰਜ਼ੀ ਪਿਆ ਰਵੇ, ਉਹ ਚ ਉਗਣਾ ਕੀ ਹੁਣ? ਨਹੀਂ ਉਗਣਾ, ਭਾਵੇਂ ਜਿੰਨੀ ਦੇਰ ਮਰਜ਼ੀ ਮਿੱਟੀ ਚ ਪਾਏ ਰੱਖੋ ਉਹਨੂੰ। ਹਾਂ, ਉਹਦੀ ਸਤਿ ਸ੍ਰੀ ਅਕਾਲ ਆ। 2-4 ਮਹੀਨੇ ਸਾਲ 1.5 ਸਾਲ ਬਾਅਦ ਵੇਖੋ ਉਹ ਬੀਜ ਵੀ ਗਲ ਕੇ ਮਿੱਟੀ ਦਾ ਰੂਪ ਹੋ ਜਾਣਾ। ਹੁਣ ਸ਼ਕਤੀ ਨਹੀਂ ਹੈਗੀ ਤੁਹਾਡੇ ਅੰਦਰ, ਚਿੱਤ ਚ ਸੰਸਕਾਰ ਹੈਗੇ ਆ ਪਰ ਸ਼ਕਤੀਹੀਣ ਆ। ਕਿਉਂ? ਕਿਉਂਕਿ ਸੁਖਮਨਾ ਨੇ ਰੋਸਟ ਕਰਤੇ ਹੋ। ਬਿਲਕੁਲ। ਤੈਨੂੰ ਸਹਿਜ ਤੋਂ ਨਾਗੀ ਪ੍ਰਗਟ, ਤੀਰਥ ਵਰਤ ਨੇਮ ਸੁਚ ਸੰਜਮ, ਤੀਰਥ ਵਰਤ ਨੇਮ ਸੁਚ ਸੰਜਮ, ਰਵ ਸਸ ਗਹਿਨੇ ਦਿਓ ਰੇ। ਹੁਣ ਪਹਿਲਾਂ ਕੀ ਇਨਸਾਨ ਕਰਮ ਕਾਂਡ ਕਰਦਾ, ਕੀ ਕਰਦਾ, ਕੀ ਕੁਛ ਕਰਦਾ? ਕਹਿੰਦੇ ਤੀਰਥਾਂ ਤੇ ਜਾਂਦਾ, ਵਰਤ ਰੱਖਦਾ ਹੈ, ਨੇਮ ਕਰਦਾ ਹੈ। ਆਹ ਨੇਮ ਹੈ ਜੀ ਸਾਡਾ, ਇੰਨਾ ਪਾਠ ਕਰਨਾ ਹੈ, ਇੰਨਾ ਆਹ ਕਰਨਾ ਹੈ, ਇੱਥੇ ਜਾਣਾ ਹੈ, ਇਹਦੇ ਬਗੈਰ ਰੋਟੀ ਖਾਣੀ ਆ, ਨਹਾਉਣਾ ਹੈ ਸਵੇਰੇ ਉੱਠ ਕੇ, ਇਸ ਤਰ੍ਹਾਂ ਸਾਰਾ ਕੁਛ ਜਿਹੜਾ ਹੈਗਾ। ਸੁੱਚਮ ਕਹਿੰਦੇ ਆ ਆਪਣੇ ਆਪ ਨੂੰ, ਸੁੱਚਾ ਕਰਨਾ, ਸੰਜਮ ਕਰਨੇ। ਕਹਿੰਦੇ ਰਵ ਸਸ ਕਹਿੰਦੇ ਈੜਾ ਔਰ ਪਿੰਗਲਾ, ਇਹਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਹੈਗਾ ਖੱਬੀ ਨਾਸਕਾ ਸੱਜੀ ਨਾਸਕਾ, ਇਹਦੇ ਵਿੱਚ ਸਵਾਸ ਜਿਹੜੇ ਹੈਗੇ, ਇਹਦੇ ਵਿੱਚੋਂ ਸਵਾਸ ਚੜਾਉਣੇ, ਉਤਾਰਨੇ। ਕਹਿੰਦੇ ਸਾਰਾ ਕੁਛ ਇਹ ਗਹਿਣੇ ਜਿਹੜੇ ਹੈਗੇ, ਮੈਂ ਜਿਹੜਾ ਪਹਿਲਾਂ ਗਹਿਣੇ ਪਾਏ ਹੋਏ ਸੀਗੇ, ਕਹਿੰਦੇ ਮੈਂ ਸਾਰਾ ਕੁਛ ਦੇ ਦਿੰਦਾ ਪਾਏ, ਮੈਂ ਨਹੀਂ ਹੁਣ ਇਹ ਕੰਮ ਕਰਦਾ। ਕੀ ਕਰਦਾ ਹੈ ਫਿਰ? ਕਹਿੰਦੇ ਮੈਨੂੰ ਮੇਰੇ ਗੁਰੂ ਨੇ, ਬ੍ਰਹਮ ਗਿਆਨੀਆਂ ਨੇ ਮੈਨੂੰ ਆਹ ਦੱਸੀ ਹੈ ਵਿਧੀ ਪਾਈ, ਆਹ ਕੰਮ ਦੱਸਿਆ, ਇਸ ਤਰੀਕੇ ਦੇ ਨਾਲ ਮੈਂ ਅੰਮ੍ਰਿਤ ਤਿਆਰ ਕਰਦਾ ਹਾਂ। ਹੁਣ ਤੀਰਥ ਵਰਤ ਨੇਮ ਸੁਚ ਸੰਜਮ, ਰਵ ਸਸ ਗਹਿਨੇ ਦਿਓ ਰੇ, ਸੁਰਤ ਪਿਆਲ ਸੁਧਾ ਰਸ ਅੰਮ੍ਰਿਤ, ਇਹ ਮਹਾਰਸ ਪਿਓ ਰੇ। ਕਹਿੰਦੇ ਹੁਣ ਮੈਂ ਤਾਂ ਅੰਮ੍ਰਿਤ ਪੀ ਰਿਹਾ ਹਾਂ ਭਾਈ, ਸੁਰਤੀ ਦੇ ਨਾਲ ਪੀ ਰਿਹਾ ਹਾਂ। ਸੁਰਤੀ ਜਿਹੜੀ ਹੈਗੀ ਆ ਉਹ ਮਨ ਦੀ ਜਿਹੜੀ ਹੈਗੀ, ਮਨ ਸੁਰਤੀ ਦੇ ਦੁਆਰਾ ਜਾਂਦਾ ਹੈ। ਸੁਰਤ ਹੈਗੀ ਮੇਨ ਚੀਜ਼। ਕਹਿੰਦੇ ਸੁਰਤ ਦਾ ਪਿਆਲਾ ਬਣਾ ਲਿਆ ਮੈਂ, ਸੁਰਤ ਦੇ ਪਿਆਲੇ 'ਚ ਉਹ ਅੰਮ੍ਰਿਤ ਆ ਰਿਹਾ ਆ, ਸੁਧਾ ਰਸ, ਅੰਮ੍ਰਿਤ ਰਸ, ਅੰਮ੍ਰਿਤ ਇਹ ਮਹਾਰਸ ਪਿਓ ਰੇ। ਕਹਿੰਦੇ ਇਹ ਮਹਾਰਸ ਮੈਂ ਤਾਂ ਪਾਏ, ਆਹ ਮਹਾਰਸ ਪੀ ਰਿਹਾ ਹਾਂ ਮੈਂ। ਤੀਰਥ ਵਰਤ ਨੇਮ ਸੁਚ ਸੰਜਮ, ਇਹ ਰਵ ਸਸ ਜਿਹੜਾ ਪਿੰਗਲਾ ਸੁਖਮਨਾ ਜਿਹੜੇ ਹੈਗੇ, ਇਹ ਜੋਗੀਆਂ ਵਾਂਗੂ ਜਿਹੜੇ ਕਰਦੇ ਸੀਗੇ, ਕਹਿੰਦੇ ਮੈਂ ਸਾਰੇ ਡ੍ਰੌਪ ਕਰਤੇ, ਇਹ ਗਹਿਣੇ ਦੇ ਦਿੱਤੇ ਭਾਈ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਕਰਮ ਕਾਂਡਾਂ ਦਾ ਮੈਂ ਤਿਆਗ ਕਰਤਾ ਵਾ। ਹਾਂ, ਤਿਆਗ ਕਰਕੇ ਤੇ ਫਿਰ ਮੈਂ ਨਿਜ ਧਾਰ ਚੂਆ, ਇਹ ਮਹਾਰਸ ਪਿਓ ਰੇ, ਨਿਜਰ ਧਾਰ ਚੂਏ ਅਤ ਨਿਰਮਲ, ਇਹੋ ਰਸ ਮਨੁਆ ਰਾਤੋ ਰੇ। ਕਹਿੰਦੇ ਮੇਰੇ ਅੰਦਰ ਹੁਣ ਜਿਹੜਾ ਹੈਗਾ, ਮੇਰੇ ਹਿਰਦੇ ਦੇ ਵਿੱਚ ਕਹਿੰਦੇ ਲਗਾਤਾਰ ਕਹਿੰਦੇ ਧਾਰ ਬਣ ਕੇ ਅੰਮ੍ਰਿਤ ਪੈ ਰਿਹਾ ਹੈ। ਅੱਗੇ ਇੱਕ ਬੂੰਦ ਦੀ, ਮੈਂ ਇੱਕ ਬੂੰਦ ਵਾਸਤੇ ਜਿਹੜਾ ਹੈਗਾ ਮਿੰਨਤਾਂ ਕਰਦਾ ਸੀ, ਕਹਿੰਦੇ ਹੁਣ ਮੇਰੇ ਅੰਦਰ ਜਿਹੜੀ ਲਗਾਤਾਰ ਅੰਮ੍ਰਿਤ ਦੀ ਧਾਰ ਪੈ ਰਹੀ ਹੈ। ਇੰਨੀ ਨਿਰਮਲ ਅੰਮ੍ਰਿਤ ਦੀ ਧਾਰ ਉਹਨੇ ਮੈਨੂੰ, ਮੇਰੇ ਤਨ ਮਨ ਨੂੰ ਨਿਰਮਲ ਕਰ ਦਿੱਤਾ। ਇਹ ਰਸ ਮਨੁਆ ਰਾਤੋ ਰੇ, ਮੇਰਾ ਮਨ ਜਿਹੜਾ ਇਹਦੇ ਵਿੱਚ ਪੂਰੀ ਤਰ੍ਹਾਂ ਰਤਿਆ ਗਿਆ। ਆਟੋਮੈਟਿਕਲੀ ਸਾਰੇ ਸੰਸਾਰ ਦੇ ਰਸ ਜਿਹੜੇ ਹੈਗੇ, ਉਹ ਜਿਹੜੇ ਹੈਗੇ ਮੇਰੇ ਤੇ ਕੋਈ ਪ੍ਰਭਾਵ ਨਹੀਂ ਪਾਉਂਦੇ। ਕਹੇ ਕਬੀਰ ਸਗਲੇ ਮਦ ਛੂਛੇ, ਇਹ ਹੈ ਮਹਾਰਸ ਸਾਚੋ ਰੇ। ਕਬੀਰ ਜੀ ਕਹਿੰਦੇ ਆ ਭਾਈ ਦੇਖੋ, ਬ੍ਰਹਮ ਗਿਆਨੀ ਜਿਹੜੇ ਹੈਗੇ ਓਪਨ ਜਿਹੜੇ ਹੈਗੇ ਕਿਸ ਤਰ੍ਹਾਂ ਜਿਹੜੇ ਹੈਗੇ ਹੋਕਾ ਦੇ ਰਹੇ ਆ। ਕਹਿੰਦੇ ਬਾਕੀ ਦੁਨੀਆ ਦੇ ਸਾਰੇ ਨਸ਼ੇ ਜਿਹੜੇ ਹੈਗੇ, ਮਦ ਜਿਹੜੇ ਹੈਗੇ ਛੂਛੇ ਹੈਗੇ, ਹਲਕੇ ਹੈਗੇ। ਆ ਭਾਈ ਅੰਮ੍ਰਿਤ, ਇਹ ਮਹਾਰਸ ਸਾਚੋ ਰੇ, ਇਹ ਸੱਚਾ, ਇਹ ਹਮੇਸ਼ਾ ਵਾਸਤੇ ਜਿਹੜਾ ਹੈਗਾ ਇਨਸਾਨ ਨੂੰ ਇਹ ਪ੍ਰਕਿਰਤੀ ਦੀ ਕੈਦ 'ਚੋਂ, ਜਨਮ ਮਰਨ ਦੇ ਗੇੜ 'ਚੋਂ ਜਿਹੜਾ ਹੈਗਾ ਕੱਢ ਦਿੰਦਾ ਹੈ ਭਾਈ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਹੁਣ ਉਹ ਕਹਿ ਰਹੇ ਨੇ ਸੁਰਤ ਪਿਆਲ ਸੁਧਾ ਰਸ ਅੰਮ੍ਰਿਤ, ਇਹੋ ਮਹਾਰਸ ਪੀਓ ਰੇ। ਹਾਂ, ਹੁਣ ਵੇਖ ਲਓ, ਜਦੋਂ ਤੁਸੀਂ ਉਸ ਰਸ ਨੂੰ ਪੀਤਾ, ਨਿਰਵਿਚਾਰ ਹੋ ਕੇ ਆਪਣੇ ਸਵੈ ਵਿੱਚ ਆਪਣੇ ਆਪਣੀ ਸੁਰਤੀ ਨੂੰ ਸਥਿਰ ਕਰਤਾ, ਬਹੁਤ ਆਨੰਦਮਈ ਅਵਸਥਾ ਹੈ। ਰਾਤ ਨੂੰ ਸੌਣ ਤੋਂ ਬਾਅਦ ਸਾਨੂੰ ਕੀ ਮਿਲਦਾ? ਆਪਾਂ ਤੇ ਇਹ ਕਹਿੰਦੇ ਕਿ ਬੜਾ ਚੰਗਾ ਲੱਗਾ। ਨੀਂਦ 'ਚ ਕੀ ਮਿਲਿਆ? ਸਾਨੂੰ ਕੁਝ ਮਿਲਿਆ ਨਹੀਂ, ਬਸ ਥੋੜਾ ਮਨ ਸ਼ਾਂਤ ਹੋ ਗਿਆ, ਮਨ ਚੁੱਪ ਹੋ ਗਿਆ, ਅਸੀਂ ਗਹਿਰੀ ਨੀਂਦ 'ਚ ਪ੍ਰਵੇਸ਼ ਕੀਤਾ ਹੈ, ਉਸ ਕਰਕੇ ਸਾਨੂੰ ਆਨੰਦ ਦੀ ਪ੍ਰਾਪਤੀ ਹੋਈ ਹੈ। ਗੋਰਖੀ ਸਾਹਿਬ ਆਪਾਂ ਜਿਹੜੇ ਗੋਰਖੀ ਸਾਹਿਬ ਦੂਸਰੇ ਦਿਨ ਜਿਹੜੇ ਉੱਠਦੇ ਆ ਤੇ ਪੂਰੇ ਤਰੋ ਤਾਜ਼ਾ ਉੱਠਦੇ ਆ, ਪੂਰੀ ਐਨਰਜੀ ਹੁੰਦੀ ਆ ਆਪਣੇ ਅੰਦਰ। ਜੇ ਨਾ ਸੌਂ ਜਿਹੜੇ ਨਾ ਜਾਈਏ ਸਮਾਧੀ ਦੇ ਵਿੱਚ, ਨੀਂਦ ਦੇ ਵਿੱਚ, ਤੇ ਆਪਾਂ ਤਾਂ ਬਿਲਕੁਲ ਕਮਲੇ ਹੋ ਜਾਵਾਂਗੇ 4-5 ਦਿਨਾਂ 'ਚ ਹੀ। ਹਾਂ, ਬੰਦਾ ਸ਼ਦਾਈ ਹੋ ਜਾਂਦਾ ਜਿਹਨੂੰ ਨੀਂਦ ਨਹੀਂ ਆਉਂਦੀ। ਉਹ ਬੰਦਾ ਕਾਫੀ
ਵੱਡੀ ਮੁਸੀਬਤ 'ਚ ਫਸ ਜਾਂਦਾ। ਪਰ ਬਾਣੀ ਵੇਖ ਲਓ ਕਹਿੰਦੀ ਆ ਕਿ ਉਹ ਜਿਹੜਾ ਆਨੰਦ ਆ ਤੈਨੂੰ ਪ੍ਰਾਪਤ ਮਿਲ ਜੂਗਾ। ਉਹ ਮਿਲ ਜੂਗਾ ਕਿਉਂਕਿ ਤੂੰ ਉਹਦੀ ਡਿਮਾਂਡ ਪੂਰੀ ਕਰਦੀ ਆ। ਬਿਲਕੁਲ ਉਹਦੀ ਰਿਕੁਆਇਰਮੈਂਟ ਹੈਗੀ ਆ। ਤੁਸੀਂ ਟਿਕਟ ਲੈ ਕੇ ਜਹਾਜ਼ ਤੇ ਬਹਿ ਜਾਓ, ਕੋਈ ਰੋਕਦਾ ਤੁਹਾਨੂੰ? ਕੌਣ ਕਹਿੰਦਾ ਨਹੀਂ ਜਾਣ ਦੇਣਾ? ਕਿਉਂਕਿ ਭਾਈ ਟਿਕਟ ਹੈਗੀ ਆ ਸਾਡੇ ਕੋਲ, ਮੈਂ ਏਅਰਪੋਰਟ ਤੇ ਜਾਓ, ਆਪਣਾ ਜਾ ਕੇ ਜਹਾਜ਼ ਤੇ ਬਹਿ ਕੇ ਗਾਂ ਜਾਓ। ਤਾਂ ਫਾਰਮੈਲਿਟੀ ਇਹ ਆ, ਜਿਹੜੀ ਰਿਕੁਆਇਰਮੈਂਟ ਆ ਪੂਰੀ ਕਰਦੀ ਆ। ਫਿਰ ਅੰਮ੍ਰਿਤ ਸਾਨੂੰ ਮਿਲਣਾ ਹੀ ਮਿਲਣਾ। ਨਿਜ ਧਾਰੇ ਜਿਹੜੀ ਉਹ ਧਾਰਾ ਜਿਹੜੀ ਟੁੱਟਦੀ ਨੀ ਆ, ਉਹ ਆਨੰਦਮਈ ਜਿਹੜੀ ਧਾਰਾ ਵਾ ਵੇਖੋ ਨਿਜ ਸਾ ਟੁੱਟਦੀ ਅੰਦਰੋਂ ਨਹੀਂ, ਕਿੱਥੇ ਟੁੱਟਦੀ ਆ? ਉਹ ਤੁਸੀਂ ਚਾਹੋਗੇ ਤਾਂ ਵੀ ਨਹੀਂ ਟੁੱਟਣੀ। ਨਾਮ ਪ੍ਰਗਟ ਹੋ ਜਾਏ ਮੁੜ ਕੇ ਉਹਨੂੰ ਰੋਕਣਾ ਬੜਾ ਔਖਾ। ਇਹ ਕਹਿੰਦੇ ਕੋਈ ਪ੍ਰਗਟ ਹੋ ਗਈ ਹੈ, ਫਿਰ ਮਨੁਆ ਜਿਹੜਾ ਵਾ ਦਿਨ ਰਾਤ ਉਹ ਜਿਹੜਾ ਰਸ ਪੀਂਦਾ, ਉਹਦੇ ਵਿੱਚ ਪੀ ਪੀ ਕੇ ਉੱਥੇ ਨਹਾਉਂਦਾ, ਨਹਾ ਕੇ ਮੈਲ ਲਾਉਂਦਾ ਆਪਣੀ ਪੂਰੀ ਰੱਜ ਕੇ। ਤੁਹਾਨੂੰ ਖੁਦ ਪਤਾ ਲੱਗ ਜਾਣਾ ਬੜੀ ਮਲੀਨਤਾ ਲੱਗੀ ਸੀ। ਫਿਰ ਤੁਹਾਨੂੰ ਇੱਕ ਇੱਕ ਆਪਣੇ ਦੇ ਅੰਦਰ ਅਵਗਣ ਦਿਖਾਈ ਦੇਣਾ। ਜੇਕਰ ਨਹੀਂ ਦਿਖਾਈ ਦੇ ਰਿਹਾ ਇਹਦਾ ਮਤਲਬ ਸੁਪਨਾ ਪ੍ਰਗਟ ਨਹੀਂ ਹੋਈ। ਪਰ ਜਦੋਂ ਪ੍ਰਗਟ ਹੋਊਗੀ ਤੁਹਾਨੂੰ ਅੰਦਰ ਦੀ ਮਲੀਨਤਾ ਨਜ਼ਰ ਆਊਗੀ, ਆਪਣੇ ਅਵਗਣ ਨਜ਼ਰ ਆਉਣਗੇ, ਦੂਜੇ ਦੇ ਗੁਣ ਨਜ਼ਰ ਆਉਣਗੇ, ਦੂਜੇ ਦੇ ਅਵਗਣ ਨਜ਼ਰ ਨਹੀਂ ਆਉਣਗੇ। ਇਹਦਾ ਮਤਲਬ ਇਹ ਨਹੀਂ ਕਿ ਬੱਚਿਆਂ ਨੂੰ ਸਹੀ ਨਹੀਂ ਸਮਝਾਉਣਾ ਜਾਂ ਗਲਤ ਕੰਮ ਕਰਨ ਤੋਂ ਰੋਕਣਾ ਨਹੀਂ ਆ। ਰੋਕਣਾ ਵਾ ਕੋਈ ਇੱਕ ਅਲੱਗ ਚੀਜ਼ ਹੈ। ਠੀਕ ਹੈ। ਕਹਿੰਦੇ ਕਹਿ ਕਬੀਰ ਸਗਲੇ ਮਤ ਛੂਟੇ ਇਹ ਮਹਾਰਾ ਸੱਚ ਇਹ ਮਹਾਰਾਜ ਸੱਚ ਹੋ ਰਹੇ। ਕਹਿੰਦੇ ਬਾਕੀ ਸਾਰੇ ਹਲਕੇ ਆ ਭਾਈ, ਦੁਨੀਆ ਦੇ ਨਸ਼ੇ ਜਿਹੜੇ ਹੈਗੇ ਉੱਤਰ ਜਾਂਦੇ ਆ, ਛੂਛੇ ਹੈਗੇ, ਹਲਕੇ ਹੈਗੇ। ਇਹ ਮਹਾਰਸ ਜਿਹੜਾ ਸੱਚਾ ਹੈਗਾ ਭਾਈ, ਅੰਮ੍ਰਿਤ ਰਸ। ਬਿਲਕੁਲ ਠੀਕ ਹੈ ਜੀ। ਕਹਿੰਦੇ ਦੂਜੇ ਰਸ ਜਿਹੜੇ ਹੈਗੇ ਫਿੱਕੇ ਵੀ ਹੈਗੇ ਆ। ਤੁਸੀਂ ਕਿਸੇ ਵੀ ਚੀਜ਼ ਨੂੰ ਪੀ ਕੇ ਵੇਖ ਲਓ, ਅੱਜ ਨਹੀਂ ਤੇ ਕੱਲ ਨੂੰ ਤੁਸੀਂ ਕਹਿਣਾ ਦਫਾ ਕਰੋ, ਬਹੁਤ ਹੋ ਗਿਆ। ਪਰ ਇਹ ਜਿਹੜਾ ਰਸ ਹੈ ਤੁਸੀਂ ਜਿੰਨਾ ਪੀਤਾ। ਹੁਣ ਅੱਜ ਇੱਕ ਸਾਧਕ ਦਾ ਫੋਨ ਆਇਆ ਸੀ, ਕਹਿੰਦੇ ਸੀ ਹੁਣ ਮੈਂ 3 ਟਾਈਮ ਵੀ ਬਹਿ ਜਾਂਦਾ, ਕਈ ਵਾਰੀ ਇੰਨਾ ਮਨ ਕਰਦਾ, ਖੇੜਾ ਇੰਨਾ ਰਹਿੰਦਾ। ਮੈਂ ਉਹਦਾ ਮਤਲਬ ਇਹੋ ਹੀ ਹੈ ਕਿ ਤੁਹਾਡੇ ਮਨ ਨੂੰ ਉਹ ਚੀਜ਼ ਚੰਗੀ ਲੱਗਦੀ। ਉਹਦਾ ਮਨ ਨੂੰ ਕੋਈ ਚੀਜ਼ ਚੰਗੀ ਨਹੀਂ ਲੱਗਦੀ, ਇੱਕ ਰੋਟੀ ਨਹੀਂ ਅੰਦਰ ਤੁਹਾਡੇ ਲੰਘਣੀ। ਬਿਲਕੁਲ। ਤੁਸੀਂ ਪਾਣੀ ਦਾ ਘੁੱਟ ਨਹੀਂ ਪੀ ਸਕਦੇ, ਨਹੀਂ ਮਨ ਕਹਿੰਦਾ ਮੇਰਾ, ਜਦੋਂ ਕਹਿੰਦਾ ਮੇਰਾ ਮਨ ਨਹੀਂ ਮੰਨਦਾ। ਤੇ ਜਦੋਂ ਅੜੀ ਕਰਦਾ ਨਹੀਂ ਲੰਘਣ ਨੂੰ, ਕਹਿੰਦਾ ਦਿਲ ਨਹੀਂ ਕਰਦਾ, ਤੇ ਉਹਨੇ ਨਹੀਂ ਲੰਘਣ ਦੇਣੀ ਚੀਜ਼। ਤੇ ਇਹ ਕਹਿੰਦੇ ਆ ਕਿ ਇਹ ਰਸ ਜਿਹੜਾ ਹੈਗਾ ਇਹ ਏਦਾਂ ਦਾ ਵਾ, ਇਹਨੂੰ ਪੀਣ ਤੋਂ ਬਾਅਦ ਫਿਰ ਮਨ ਦੂਜੇ ਰਸਾਂ ਦਾ ਤਿਆਗ ਕਰ ਦਿੰਦਾ। ਦੂਜੀ ਰਸ ਕਿਹੜੇ ਆ? ਨਿੰਦਿਆ, ਚੁਗਲੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਦਾ ਤਿਆਗ ਕਰ ਦਿੰਦਾ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਇਹ ਰਸ ਸੱਚਾ ਹੈਗਾ ਭਾਈ, ਇਹ ਰਸ ਸੱਚ ਪਰਮਾਤਮਾ ਹੈਗਾ, ਔਰ ਆ ਅੰਮ੍ਰਿਤ ਉਹਦਾ ਸੱਚਾ ਹੈਗਾ। ਜਿਹਨੇ ਇਹ ਅੰਮ੍ਰਿਤ ਪ੍ਰਗਟ ਕਰ ਲਿਆ ਉਹ ਗੇਮ ਚੋਂ ਬਾਹਰ ਹੋ ਗਿਆ, ਪਰਮਾਤਮਾ ਦਾ ਰੂਪ ਹੋ ਗਿਆ, ਸੰਸਾਰ ਸਮੁੰਦਰ ਤੋਂ ਪਰੇ ਹੋ ਗਿਆ ਭਾਈ, ਯਾਤਰਾ ਪੂਰੀ ਹੋ ਗਈ। ਹਾਂਜੀ ਵੀਰ ਜੀ। ਬਸ ਠੀਕ ਹੈ ਜੀ। ਇੱਥੇ ਆ ਕੇ ਉਹ ਕਹਿੰਦੇ ਕਿ ਜੀਵਨ ਜਿਹੜਾ ਸਾਡਾ ਉਹ ਸਫਲ ਹੋ ਗਿਆ, ਅਸੀਂ ਉਸ ਚੀਜ਼ ਨੂੰ ਜਾਣ ਲਿਆ। ਜਿਹਨੂੰ ਜਾਣਨ ਵਾਸਤੇ ਤੇ ਸਾਡਾ ਜਨਮ ਹੋਇਆ ਸੀ। ਜੇਕਰ ਤੁਸੀਂ ਨਹੀਂ ਉਹਨੂੰ ਜਾਣਦੇ ਤੇ ਕੋਈ ਪ੍ਰਾਪਤੀ ਨਹੀਂ ਹੈਗੀ। ਫੇਲ ਹੋ ਗਿਆ ਬੰਦਾ। ਹੁਣ ਮੈਂ ਇੱਥੇ ਇੱਕ ਯੂਨੀਵਰਸਿਟੀ 'ਚ ਗਿਆ, ਮੈਂ ਉੱਥੇ 14-15 ਸਾਲ ਪੜ੍ਹਾਈ ਕੀਤੀ ਆ। ਆਖਰੀ ਇਮਤਿਹਾਨ 'ਚ ਨਜਰ ਸਾਹਿਬ ਜੋ ਫੇਲ ਹੋ ਗਿਆ ਸੀ, ਕੀ ਕੋਈ ਹੈ ਪ੍ਰਾਪਤੀ? ਨਾ, ਖਤਮ। ਭਾਵੇਂ ਮੈਂ ਜਦੋਂ ਦਾ ਮਰਜ਼ੀ ਪੜ੍ਹਦਾ, ਆਖਰ ਦੇ ਵਿੱਚ ਜਦੋਂ ਜਿੰਨਾ ਚਿਰ ਮੇਰੇ ਹੱਥ 'ਚ ਡਿਗਰੀ ਨਹੀਂ ਆਉਂਦੀ ਉਹਨਾਂ ਚਿਰ ਸਮਝ ਲਓ ਕਿ ਪ੍ਰੋਸੈਸ ਦੇ ਵਿੱਚ ਹੀ ਆ। ਤੇ ਜੇ ਜੀਵਨ 'ਚ ਪਰਮ ਸੁੱਖ ਮਿਲਿਆ ਹੀ ਨਹੀਂ, ਫਿਰ ਕਿੰਨੀ ਦੁਨੀਆ ਜਾ ਕੇ ਵੇਖੋ, ਉੱਥੇ ਮੜੀਆਂ 'ਚ ਪਹੁੰਚ ਜਾਓ। ਅੱਜ ਅੰਮ੍ਰਿਤਸਰ ਹੈਗੀਆਂ 40-50 ਬੰਦੇ, 100 ਬੰਦਾ ਰੋਜ਼ ਦਾ ਸਾੜਦੇ ਅਗਲੇ। ਤੇ ਉਹਨਾਂ ਨੂੰ ਪੁੱਛੋ ਕਿ ਇਹਨੇ ਕੀ ਜੀਵਨ 'ਚ ਪ੍ਰਾਪਤੀ ਕੀਤੀ ਹੈ? ਉਹਨਾਂ ਕਹਿਣਾ ਪ੍ਰਾਪਤੀ ਤਾਂ ਪਤਾ ਨਹੀਂ, 2-4 ਮਕਾਨ ਬਣਾ ਕੇ ਸਾਨੂੰ ਦੇ ਗਿਆ, ਬਸ। ਮਰ ਗਿਆ, ਦੀ ਪੈਨਸ਼ਨ ਸਾਨੂੰ ਮਿਲਦੀ ਪਈ ਆ, ਹੁਣ ਸੌਖੇ ਜੀਵਨ ਚੱਲੂਗਾ। ਹਾਂ, ਪ੍ਰਾਪਤੀ ਤਾਂ ਉਹਨੂੰ ਤਾਂ ਕੁਛ ਪ੍ਰਾਪਤ ਨਹੀਂ ਹੋਇਆ, ਉਹ ਤਾਂ ਖਾਲੀ ਹੱਥ ਗਿਆ। ਪਰ ਸਾਨੂੰ ਦੇ ਗਿਆ 2-4 ਮਕਾਨ, ਸਾਨੂੰ ਦੇ ਗਿਆ। ਸਾਡੀਆਂ ਪੈਲੀਆਂ ਉੱਥੇ ਦੁਕਾਨਾਂ 3-4 ਪਾ ਕੇ ਦੇ ਕੇ ਗਿਆ। ਤੇ ਹੁਣ ਸਾਡੇ ਨਾਂ ਤੇ ਵਸੀਅਤ ਹੋ ਗਈ ਆ, ਅਸੀਂ ਹੁਣ ਲੈ ਲੈਣੀ ਆ। ਹੁਣ ਅਸੀਂ ਸੋਚਦੇ ਵੰਡੀਆਂ ਕਿੱਦਾਂ ਕਰਨੀਆਂ। ਬਾਕੀ ਇਹਨੂੰ ਕੀ ਮਿਲਿਆ ਇਹਦੇ ਬਾਰੇ ਸਾਨੂੰ ਪਤਾ ਨਹੀਂ। ਇਹਨੂੰ ਪਰਮ ਸੁੱਖ ਮਿਲਿਆ, ਪਰਮ ਆਨੰਦ ਮਿਲਿਆ, ਉਹ ਨਹੀਂ ਪਤਾ ਸਾਨੂੰ। ਪਰ ਇੰਨਾ ਪਤਾ ਕਿ ਸਾਨੂੰ ਦੇ ਗਿਆ ਵਾ, ਸਾਡਾ 10-12 ਸਾਲ ਸੌਖੇ ਲੰਘਣੇ। ਠੀਕ ਹੈ ਜੀ। ਹਾਂਜੀ। ਤੇ ਅੱਜ ਦੀ ਵਿਚਾਰ ਇੱਥੇ। ਬਿਲਕੁਲ ਜੀ, ਬਹੁਤ ਵਧੀਆ ਸੀਗਾ। ਬਹੁਤ ਹੀ ਜਿਹੜਾ ਹੈਗਾ ਬਹੁਤ ਹੀ ਕਮਾਲ ਦਾ ਗਿਆਨ ਸੀਗਾ। ਇਹ ਤੁਹਾਡੀ ਸਾਰੀ ਸਾਧ ਸੰਗਤ ਜੀ, ਤੁਹਾਡੀ ਅੰਦਰ ਦੀ ਅਵਸਥਾ ਹੈ, ਉਹਦੇ ਬਾਰੇ ਦੱਸਿਆ। ਸੁਖਮਨਾ ਜਿਹੜੀ ਹੁੰਦੀ ਨਾ, ਸੁਖਮਨਾ ਬੜੀ ਪਾਵਰਫੁਲ। ਤੁਹਾਨੂੰ ਪਹਿਲਾਂ ਵੀ ਸ਼ਾਇਦ ਦੱਸਿਆ ਕਈ ਵਾਰੀ ਕਿ ਜਿਹੜੀ ਬ੍ਰਹਮ ਅਗਨ ਹੈ ਨਾ, ਜਦੋਂ ਪ੍ਰਗਟ ਹੋ ਗਈ ਨਾ, ਇਹਨੇ ਔਗਣ ਆਪੇ ਸਾੜ ਦੇਣੇ ਆ। ਜਿੱਦਾਂ ਅੱਗ, ਵੇਖੋ ਅੱਗ ਜਦੋਂ ਬੜੀ ਹੁੰਦੀ ਹੈ, ਵੇਖੋ ਕਈ ਚੀਜ਼ਾਂ ਸਾੜ ਦਿੰਦੀ ਨਾ, ਕਿਉਂਕਿ ਅੱਗ 'ਚ ਸ਼ਕਤੀ ਹੈ। ਬ੍ਰਹਮ ਅਗਨ 'ਚ ਵੀ ਸ਼ਕਤੀ ਹੈ। ਬ੍ਰਹਮ ਅਗਨ ਜਦੋਂ ਪ੍ਰਗਟ ਹੋ ਗਈ, ਬਸ ਇਹਨੇ ਤੁਹਾਡੇ ਜਿਹੜੇ ਔਗਣ ਹੈ ਉਹਨਾਂ ਨੂੰ ਸਾੜ ਦੇਣੇ। ਤੁਸੀਂ ਨਹੀਂ ਸਾੜਨਾ। ਇੱਕ ਚੀਜ਼ ਨੂੰ ਆਪ ਸਮਝਣ ਦੀ ਕੋਸ਼ਿਸ਼ ਕਰੋ। ਇੱਕ ਤੇ ਲੋਕ ਨਾ ਪਤਾ ਕੀ ਕਹਿੰਦੇ ਆ ਕਿ ਭਾਈ ਔਗਣਾਂ ਦਾ ਤਿਆਗ ਕਰ ਦੋ। ਦੇਖੋ ਬਾਣੀ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਤੁਸੀਂ ਔਗਣਾਂ ਦਾ ਤਿਆਗ ਕਰ ਸਕਦੇ। ਹੁਣ
ਹੁਣ ਬੁਖਾਰ ਚੜਿਆ ਮੈਨੂੰ, ਮੈਂ ਕਹਾਂਗੀ ਮੈਂ ਬੁਖਾਰ ਦਾ ਤਿਆਗ ਕਰਦਾ, ਨਿਜਸਬ ਹੋਊਗਾ? ਨਹੀਂ। ਕੋਈ ਮੂਰਖ ਮੈਨੂੰ ਕਹਿ ਦੇ ਕਿ ਚਰਨਜੀਤ ਏਦਾਂ ਕਰ, ਤੂੰ ਬੁਖਾਰ ਦਾ ਤਿਆਗ ਕਰ ਦੇ। ਸਿਆਣਾ ਕਹਿੰਦਾ ਵੀ ਤਾਂ ਗੋਲੀ ਖਾ, ਬੁਖਾਰ ਤੇਰੇ ਸਰੀਰ ਚੋਂ ਆਪੇ ਬਾਹਰ ਆ ਜਾਊ। ਬਿਲਕੁਲ ਆਪ ਨਿਜਸਬ ਸਮਝਦੇ ਮੇਰੀ ਗੱਲ? ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਮੇਰੀ ਜਿਹੜੀ ਐਗਜ਼ਾਮਪਲ ਹੈ, ਮੈਂ ਕਹਿੰਦਾ ਸਾਧ ਸੰਗਤ ਜੀ ਬੁਖਾਰ ਨੂੰ ਛੱਡਣ ਦੀ ਲੋੜ ਨਹੀਂ, ਤੁਸੀਂ ਗੋਲੀ ਖਾਓ ਬਸ। ਗੋਲੀ ਖਾਓ ਤੇ ਪਰਹੇਜ਼ ਕਰੋ, ਬੁਖਾਰ ਪਰਹੇਜ਼ ਕਰੋ, ਪਰਹੇਜ਼ ਕਰੋ। ਇਸੇ ਤਰ੍ਹਾਂ ਹੀ ਆ ਤੁਹਾਡੇ ਜੀਵਨ 'ਚ ਜੇ ਕੋਈ ਔਗਣ ਹੈਗਾ ਤੇ ਨਾਮ ਦੇ ਜਿਹੜਾ ਉਹ ਕਹਿੰਦੇ ਗੁੜ ਪਾ ਲਓ ਸਰੀਰ 'ਚ ਸ਼ਬਦ ਰੂਪੀ, ਤੇ ਬਸ ਭੱਠੀ ਨੂੰ ਚਾਲੂ ਕਰੋ। ਚਾਲੂ ਕਰਨ ਦਾ ਮਤਲਬ ਇਹ ਹੋ ਕਿ ਜੈਸੇ ਕਰੋ ਪਹਿਲਾਂ। ਬਿਲਕੁਲ। ਤੇ ਫਿਰ ਆਪਣਾ ਇਮਤਿਹਾਨ ਪਾਸ ਕਰੋ ਤੇ ਨਿਕਲ ਜਾਓ ਇੱਥੋਂ, ਹੋਰ ਤੇ ਕਹਾਣੀ ਦੀ ਕੁਛ ਵੀ। ਬਿਲਕੁਲ ਸਹੀ ਹੈ ਜੀ। ਤੁਹਾਡਾ ਇਮਤਿਹਾਨ ਹੈਗਾ ਵਾ, ਇਹਦੇ ਵਿੱਚ ਮੇਰਾ ਲੈਣਾ ਤੇ ਕੁਛ ਨਹੀਂ, ਮੈਂ ਤਾਂ ਆਪਣਾ ਇਮਤਿਹਾਨ ਦੇਵਾਂਗਾ, ਤੁਸੀਂ ਆਪਣਾ ਦੋ। ਬਿਲਕੁਲ ਸਹੀ ਨਹੀਂ ਹੈ ਕਿ ਥੋੜਾ ਬਹੁਤਾ ਲਾ ਕੇ ਬਹਿ ਕੇ ਵਿਚਾਰ ਕਰ ਲਈਏ ਬਈ ਏਦਾਂ ਦੇ ਸਵਾਲ ਚੱਲਣ ਦੀ। ਬਿਲਕੁਲ। ਅੱਜ ਦੀ ਵਿਚਾਰ ਇੱਥੇ ਸਮਾਪਤ। ਹਾਂਜੀ ਗੋਰਖੀ ਸਾਹਿਬ, ਇੱਕ ਨਾ ਆਪਣੇ ਇੱਕ ਅਭਿਆਸੀ ਹੈਗੇ ਆ, ਉਹ ਹੈਗੇ 80 ਕੁ ਸਾਲ ਦੇ ਹੈਗੇ ਆ। ਉਹਨਾਂ ਦੇ ਜਿਹੜੇ ਉਹ ਆਖਰੀ ਹੁਣ ਜਿਹੜਾ ਹੈ ਉਹਨਾਂ ਨੂੰ ਜਿਹੜਾ ਹੈਗਾ ਬਹੁਤ ਜਿਹੜਾ ਹੈਗਾ ਇਹ ਧਿਆਨ ਸਿਮਰਨ ਜਿਹੜਾ ਹੈਗਾ ਕਰਨ 'ਚ ਬਹੁਤ ਰੁਚੀ ਆ ਰਹੀ ਆ ਔਰ ਬਹੁਤ ਚੰਗਾ ਲੱਗ ਰਿਹਾ ਹੈ। ਥੋੜ੍ਹਾ ਜਿਹਾ ਉਹਦੇ ਸਰੀਰ ਦਾ ਕਸ਼ਟ ਹੈਗਾ, ਕਰ ਦਿਓ ਮਾਲਕ ਦੇ ਅੱਗੇ ਬੇਨਤੀ ਵੀ ਮਾਲਕਾ ਜਿਹੜਾ ਹੈਗਾ ਸਮਾਂ ਦੇ ਦੇ, ਥੋੜ੍ਹਾ ਜਿਹਾ ਜਿਹੜਾ ਹੈਗਾ ਸਰੀਰ ਥੋੜ੍ਹਾ ਜਿਹਾ ਠੀਕ, ਇਹ ਧਿਆਨ ਸਿਮਰਨ ਜਿਹੜਾ ਹੈ ਕਰ ਲੈਣ ਚਿੱਤ ਲਗਾ ਕੇ। ਹਾਂਜੀ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਪਰਮਾਤਮਾ ਤੇ ਖੁਦ ਕਹਿੰਦੇ ਭਾਵੇਂ ਆਖਰ ਤੇ ਆ ਜਾਵੀਂ। ਹਾਂਜੀ ਹਾਂਜੀ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹੈ ਮੇਰੇ ਪਿਤਾ ਗਰੀਬ ਨਵਾਜ, ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਬਾਣੀ ਸਰਵਣ ਕਰਦਿਆਂ ਇੱਕ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ, ਕਾਲ ਵਿੱਚ ਸਮਝ ਕੇ ਮਾਫ਼ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੀ। ਆਈਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ। ਮੇਰੇ ਮਾਲਿਕ ਮੇਰੇ ਪਿਤਾ ਇੱਕ ਅਰਦਾਸ ਆਈ, ਆਪ ਜਾਨੀ ਜਾਣ ਜੋ ਮਿਹਰ ਕਰੋ ਉਹਨਾਂ ਦੀ, ਉਹਨਾਂ ਨੂੰ ਤੰਦਰੁਸਤੀ ਬਖਸ਼ੋ ਮੇਰੇ ਪਿਤਾ, ਤਾਂ ਜੋ ਉਹ ਜਿਹੜਾ ਕਾਰਜ ਹੈ ਉਸਨੂੰ ਪੂਰਾ ਕੀਤਾ ਜਾ ਸਕੇ। ਆਪ ਜਾਨੀ ਜਾਣ ਜੋ ਮੇਰੇ ਪਿਤਾ, ਉਹਨਾਂ ਨੂੰ ਤੰਦਰੁਸਤੀ ਬਖਸ਼ੋ। ਅਸੀਂ ਸਾਰੇ ਨਿਰਵਿਚਾਰ ਸਮਾਧੀ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ, ਮਿਹਰ ਕਰੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੁਣ ਸਾਧ ਸੰਗੀ ਤੇ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।